ਹੁਣ ਜ਼ਿੰਦਗੀ ਦਾ ਸਫ਼ਰ ਕੇਟੀ ਟਰੱਕਿੰਗ ਨਾਲ ਹੋਏਗਾ ਹੋਰ ਵੀ ਆਸਾਨ। ਕੇਟੀ ਟਰੱਕਿੰਗ ਕੋਲ ਨੇ ਪੱਕੇ ਲੋਡ ਤੇ ਸੈਟ ਰੂਟਸ, ਕੈਲੀਫੋਰਨੀਆ ਟੂ ਕੈਂਸਸ, ਕੈਲੀਫੋਰਨੀਆ ਟੂ ਮਜ਼ੂਰੀ, ਕੈਲੀਫੋਰਨੀਆ ਟੂ ਆਰਕੈਂਸਾਈ, ਕੈਲੀਫੋਰਨੀਆ ਟੂ ਓਕਲਹੋਮਾ। ਇੰਨਾ ਹੀ ਨਹੀਂ, ਤੁਸੀਂ ਆਪਣੇ ਹਿਸਾਬ ਨਾਲ ਸਕੈਜੂਲ ਬਣਾ ਸਕਦੇ ਹੋ। ਇਸ ਦੇ ਨਾਲ ਹੀ ਸਾਡੇ ਪ੍ਰਾਈਸ ਨੇ ਅਨਬੀਟੇਬਲ, ਯਾਨੀ ਸਭ ਤੋਂ ਵਧੀਆ ਰੇਟ ਜੋ ਮਾਰਕੀਟ 'ਚ ਤੁਹਾਨੂੰ ਕਿਤੇ ਨਹੀਂ ਮਿਲਣਗੇ। ਤੇ ਜੇ ਤੁਸੀਂ ਕੇਟੀ ਟਰੱਕਿੰਗ ਨਾਲ ਆਪਣਾ ਕਰੀਅਰ ਵੀ ਬਣਾਉਣਾ ਚਾਹੁੰਦੇ ਹੋ ਤਾਂ ਚਾਹੇ ਸੋਲੋ ਡਰਾਈਵਰ ਦੇ ਤੌਰ ਤੇ ਜਾਂ ਟੀਮ ਦੇ ਤੌਰ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਕੇਟੀ ਟਰੱਕਿੰਗ ਤੁਹਾਨੂੰ ਦੇਗਾ ਬੈਸਟ ਸੈਲਰੀਜ਼ ਤੇ ਸਮੇਂ ਸਿਰ ਛੁੱਟੀਆਂ ਵੀ। ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸੂਨਰ ਤੇ ਮਨਦੀਪ ਸਿੰਘ ਬਿਲਗਾ ਨੂੰ। Where there is a will, there is a way, and where there is a way, there is Pandal Brothers. ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। ਸੋ ਫॉर efficient transport services contact Hollister, California's Pandal Brothers. ਰਿਲਾਇਬਲ ਮਤਲਬ ਭਰੋਸੇਮੰਦ ਤੇ ਭਰੋਸੇਮੰਦ ਮਤਲਬ ਰਿਲਾਇਬਲ ਟਾਇਰ ਡਿਪੂ। ਰਿਲਾਇਬਲ ਟਾਇਰ ਡਿਪੂ ਡੀਲਸ ਇਨ ਹੋਲਸੇਲ ਟਰੱਕ ਟਾਇਰਸ ਇਨ ਕੈਲੀਫੋਰਨੀਆ। ਤੇ ਇਸ ਤੋਂ ਇਲਾਵਾ ਟਰੱਕਾਂ ਦਾ ਆਇਲ ਚੇਂਜ ਕਰਵਾਉਣਾ ਹੋਵੇ, ਬ੍ਰੇਕਸ ਦਾ ਕੰਮ ਕਰਵਾਉਣਾ ਹੋਵੇ, ਸੀਲਸ ਦਾ, AC ਦਾ ਜਾਂ ਫਿਰ ਟਰੱਕ ਦਾ ਕੋਈ ਹੋਰ ਕੰਮ ਕਰਵਾਉਣਾ ਹੋਵੇ, ਤੁਸੀਂ ਰਿਲਾਇਬਲ ਟਾਇਰ ਡਿਪੂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਵੀ ਆਰ ਆਲਸੋ ਆਥੋਰਾਈਜ਼ਡ ਡੀਲਰ ਆਫ JK ਵਿਕਰਾਂਤ ਟਾਇਰਸ। ਤੇ ਪੱਕਾ ਹੈ ਕਿ ਪ੍ਰਾਈਸ ਦੇ ਮਾਮਲੇ 'ਚ ਅਸੀਂ ਬੈਸਟ ਹਾਂ। ਸੋ ਡੂ ਵਿਜ਼ਿਟ ਰਿਲਾਇਬਲ ਟਾਇਰ ਡਿਪੂ 1601 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਆਦਾ ਜਾਣਕਾਰੀ ਦੇ ਲਈ ਸੁਰਜੀਤ ਸਿੰਘ ਬਾਜਵਾ ਤੇ ਇੰਦਰਜੀਤ ਸਿੰਘ ਗਿੱਲ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 6613782373, 6613784622। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਸਿੱਖ ਰਹਿਤ ਮਰਿਆਦਾ ਕਿਉਂ ਨਾ ਲਾਗੂ ਕਰਦੇ ਡੇਰੇ, ਮੰਤਰ ਪਾਠਾਂ ਦੇ ਨਾਮ ਤੇ ਬਿਜ਼ਨਸ ਚਾਰ ਚੁਫੇਰੇ। ਇਹੋ ਜਿਹੀਆਂ ਘੁਸਪੈਠਾਂ ਹਥਿਆਰਾਂ ਤੋਂ ਵੀ ਮਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਅਕਾਲ ਤਖਤ ਸੁਪਰੀਮ ਏ ਸਾਡਾ, ਸਿਰ ਚੁੱਕਦਾ ਬਾਰ-ਬਾਰ। ਜਥੇਦਾਰ ਕਠਪੁਤਲੀਆਂ ਬਣ ਗਏ ਹੈ, ਕੌਣ ਕਰੂ ਇਨਸਾਫ। ਤਲਬ ਕੀਤਾ ਰਣਜੀਤ ਸਿੰਘ, ਫੂਲਾ ਸਿੰਘ, ਜੈ ਓਏ ਸ਼ੇਰਾਂ, ਲੀਡਰਾਂ ਦੇ
ਤਲਵੇ ਚੱਟਦੇ ਜਥੇਦਾਰ ਸੁੱਟਦੇ ਲੇਰਾਂ ਬਾਬਾ ਨਾਨਕ ਸੋਚ ਤੇਰੀ ਤੇ ਹੈ ਲੀਡਰ ਪੈ ਗਏ ਭਾਰੂ ਸਿੱਖ ਕੌਮ ਦੇ ਭਖਦੇ ਮਸਲੇ ਦੱਸ ਕਿਹੜਾ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਤੁੱਕੜ ਬੋਝੋ ਟਿੱਚ ਨਾ ਜਾਣਨ ਪਾਵਨ ਗੁਰੂ ਦੀ ਬਾਣੀ ਕੌਮ ਮੇਰੀ ਦੀਆਂ ਜੜਾਂ 'ਚ ਬਹਿ ਗਏ ਹੈ ਰੱਬ ਬਣੇ ਦੇਹ ਤਾਰੀ ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਪਰ ਥਾਂ ਥਾਂ ਗੱਦੀਆਂ ਲਾ ਕੇ ਗੁਰੂ ਬਣ ਗਏ ਡੇਰੇਦਾਰ ਲੈਚੀਆਂ ਦੇ ਕੇ ਪੁੱਤ ਵੰਡਦੇ ਨੇ ਸਿਰੇ ਦੇ ਨੇ ਜਗਾੜੂ ਸਿੱਖ ਕੌਮ ਦੇ ਭਖਦੇ ਮਸਲੇ ਦੱਸ ਕਿਹੜਾ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਇਸਲਾਮ ਨਾ ਮੰਨੇ ਤਸਵੀਰਾਂ ਤੇ ਨਾ ਹੀ ਬਾਬੇ ਸ਼ਾਬੇ ਸਿੱਖ ਕੌਮ ਕਿਉਂ ਕਮਲੀ ਸਿਰ ਤੇ ਹੈ ਚੱਕੀ ਫਿਰੇ ਸਿਆਪੇ ਗੁਰੂ ਗ੍ਰੰਥ ਦੇ ਲੜ ਲੱਗ ਕੇ ਤੁਸੀਂ ਝੋਲੀ ਗਿਆਨ ਦੀ ਭਰ ਲਓ ਇੱਕੋ ਹੈ ਭਾਈ ਇੱਕੋ ਹੈ ਥੋੜਾ ਅਕਲ ਤੇ ਹੱਥ ਤੁਸੀਂ ਧਰ ਲਓ ਭਰਮ ਦੀਆਂ ਲੀਰਾਂ ਉੱਡ ਜੂ ਜਦੋਂ ਚੱਲਿਆ ਗਿਆਨ ਦਾ ਝਾੜੂ ਸਿੱਖ ਕੌਮ ਦੇ ਭਖਦੇ ਮਸਲੇ ਰਾਣਿਆ ਕੌਣ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਕਿਸ਼ਤੀ ਕਿਹੜਾ ਤਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭਖਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਐਤਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਬਹੁਤ ਸਾਰੇ ਮਸਲੇ ਪਿਛਲੇ ਹਫ਼ਤੇ ਤੋਂ ਡਿਸਕਸ ਕਰਨ ਵਾਲੇ ਆ ਕਿਉਂਕਿ ਆਪਾਂ ਕੱਲ੍ਹ ਟੌਪਿਕ ਉੱਤੇ ਗੱਲ ਕੀਤੀ ਸੀ। ਆਪਾਂ ਬਾਹਰਲੇ ਮਸਲਿਆਂ 'ਤੇ ਬਹੁਤ ਘੱਟ ਗੱਲ ਕੀਤੀ ਸੀ, ਪਰ ਕੱਲ੍ਹ ਦਾ ਖਾਸ ਕਰਕੇ ਜਿਹੜਾ ਬੇਅਦਬੀਆਂ ਦਾ ਮਸਲਾ ਬਹੁਤ ਜ਼ਿਆਦਾ ਦੁਬਾਰਾ ਉੱਭਰ ਰਿਹਾ ਆ। ਬੇਅਦਬੀਆਂ ਕਿਉਂ ਦੁਬਾਰਾ ਸ਼ੁਰੂ ਹੋ ਗਈਆਂ, ਆਪਾਂ ਉਹਦੇ 'ਤੇ ਅੱਜ ਗੱਲਬਾਤ ਕਰਾਂਗੇ। ਕਾਰਨ ਕੀ ਆ, ਕਿਉਂ ਬੇਅਦਬੀਆਂ ਉਦੋਂ ਹੋਣੀਆਂ ਸ਼ੁਰੂ ਹੁੰਦੀਆਂ ਆ ਜਦੋਂ ਇਲੈਕਸ਼ਨ ਲਾਗੇ ਹੋਣ। ਅਤੇ ਦੂਸਰੀ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਆ ਕਰਨ ਵਾਲੀ ਕਿ ਜਿਹੜਾ ਪੰਜਾਬ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਪੰਜਾਬ ਕਿਉਂ ਪੂਰਾ ਭਾਰਤ ਹੀ, ਇਹਦੇ ਵਿੱਚ ਵੱਖ-ਵੱਖ ਧਰਮ, ਹਰੇਕ ਤੁਸੀਂ ਸਟੇਟ 'ਚ ਚੱਲ ਜਾਓ ਉੱਥੇ ਤੁਹਾਨੂੰ ਅਲੱਗ ਧਰਮ, ਅਲੱਗ ਤਰ੍ਹਾਂ ਦੀ ਫੇਥ ਦੇਖਣ ਨੂੰ ਮਿਲਦੀ ਆ ਔਰ ਹਰ ਬੰਦਾ ਆਪਣੇ ਧਰਮ 'ਚ, ਆਪਣੀ ਫੇਥ 'ਚ ਪੂਰਾ ਪਰਪੱਖ ਆ, ਉਹਦੇ ਵਾਸਤੇ ਮਰਨ ਮਰਾਉਣ ਵਾਸਤੇ ਤਿਆਰ ਰਹਿੰਦਾ ਆ। ਅਤੇ ਖਾਸ ਕਰਕੇ ਸਿੱਖ ਫੇਥ ਦਾ ਤਾਂ ਹਰ ਇੱਕ ਬੰਦੇ ਨੂੰ ਪਤਾ ਆ ਕਿ ਸਾਡੀ ਫੇਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਆ ਔਰ ਉਹ ਇੱਕ ਅਲੱਗ ਟੌਪਿਕ ਆ ਵੀ ਉਹਨੂੰ ਆਪਾਂ ਜਿੰਦਾ ਜਾਗਦਾ ਸਰੂਪ ਮੰਨਣਾ ਜਾਂ ਨਹੀਂ ਮੰਨਣਾ, ਉਹ ਆਪਾਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਸਾਡੇ ਸਿੱਖਾਂ ਦੀ ਬਹੁਤਾਤ ਜਿਹੜੀ ਉਹਨੂੰ ਜਿੰਦਾ ਜਾਗਦਾ ਸਰੂਪ ਮੰਨਦੀ ਆ। ਅਤੇ ਜਦੋਂ ਕੋਈ ਉਹਦੇ 'ਤੇ ਬੇਅਦਬੀ ਕਰਨ ਆਉਂਦਾ ਆ, ਉੱਤੇ ਕੋਈ ਚੜ੍ਹ ਕੇ ਆਉਂਦਾ ਆ ਅਤੇ ਭਾਵਨਾ ਦਾ ਭੜਕਣਾ ਬੜਾ ਇੱਕ ਆਮ ਜੀ ਗੱਲ ਹੁੰਦੀ ਆ ਔਰ ਹੋਣਾ ਵੀ ਚਾਹੀਦਾ ਆ। ਜੇ ਤੁਸੀਂ ਅਸਲੀ ਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ, ਭਾਵੇਂ ਤੁਸੀਂ ਉਹਨੂੰ ਐਜ਼ ਏ ਦੇਹ ਮੰਨਦੇ ਆ, ਭਾਵੇਂ ਨਹੀਂ ਮੰਨਦੇ, ਭਾਵੇਂ ਉਹਨੂੰ ਸਿਰਫ ਐਜ਼ ਏ ਗਿਆਨ ਮੰਨਦੇ ਆ, ਭਾਵਨਾ ਭੜਕਣੀਆਂ ਹੀ ਚਾਹੀਦੀਆਂ ਆ ਔਰ ਉਹ ਭੜਕਦੀਆਂ ਆ। ਔਰ ਇਹਨਾਂ ਗੱਲਾਂ ਦਾ ਸਰਕਾਰਾਂ ਨੂੰ ਪਤਾ ਆ ਕਿ ਇਹ ਅਸੀਂ ਕਦੇ ਵੀ ਯੂਜ਼ ਕਰ ਸਕਦੇ ਹਾਂ ਇਹਨਾਂ ਦੇ ਵਿਰੁੱਧ, ਅਤੇ ਅਸੀਂ ਹਮੇਸ਼ਾ ਉਹਨਾਂ ਦੇ ਹੱਥਾਂ 'ਚ ਖੇਲ ਜਾਂਦੇ ਹਾਂ। ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਜਗਮੋਹਨ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੋ ਅਤੇ ਫਿਰ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਬਿਲਕੁਲ ਜੀ, ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਗੁਰਮਤਿ ਟੀਵੀ, ਦੇਸੀ ਚੈਨਲ, ਪਿਓਰ ਪੰਜਾਬੀ ਅਤੇ ਸਾਂਝੀ ਸੋਚ ਟੀਵੀ 'ਤੇ ਲਾਈਵ ਦੇਖ ਰਿਹਾ ਵਰਲਡ ਵਾਈਡ।
ਉਹਨਾਂ ਦਾ ਵੀ ਜੀ ਆਇਆਂ ਜਿਹੜੇ ਸਾਨੂੰ ਗੁਰਮਤਿ ਟੀਵੀ ਫੇਸਬੁੱਕ, ਸੱਚ ਦੀ ਖੋਜ ਫੇਸਬੁੱਕ, ਦੇਸੀ ਚੈਨਲ ਫੇਸਬੁੱਕ ਤੇ SDBM YouTube ਚੈਨਲ ਤੇ ਲਾਈਵ ਦੇਖਦੇ, ਉਹਨਾਂ ਸਾਰਿਆਂ ਦਾ ਵੀ ਜੀ ਆਇਆਂ। ਜਿਹੜੇ ਸਰੋਤੇ ਸਾਨੂੰ ਐਜ਼ ਏ ਆਡੀਓ ਐਪਾਂ ਤੇ ਸੁਣਦੇ ਆ, ਵੱਖ-ਵੱਖ ਐਪਾਂ ਤੇ, ਚਾਹੇ ਉਹ ਬਾਬਾ ਐਪ ਹੋਵੇ, ਚਾਹੇ ਹੋਰ ਐਪਾਂ ਜਿਹੜੀਆਂ ਹੈਗੀਆਂ ਦੇਸੀ ਚੈਨਲ ਦੀ ਆਡੀਓ ਐਪ ਆ, ਉੱਤੇ ਦੇਖਦੇ ਆ, ਉਹਨਾਂ ਸਰੋਤਿਆਂ ਦਾ ਜਿਹੜੇ ਸੁਣਦੇ ਆ ਉਹਨਾਂ ਦਾ ਵੀ ਜੀ ਆਇਆਂ। ਗੱਲਾਂ ਵਿਚਾਰਨਯੋਗ ਆ। ਧਰਮ ਜਿਹੜਾ ਆ ਇੱਕ, ਉਹ ਹਰ ਇੱਕ ਦਾ ਆਪਣਾ ਆਪਣਾ ਧਰਮ ਆ, ਆਪਣੀ ਆਪਣੀ ਸੋਚ ਹੈ, ਤੇ ਧਰਮ ਨੂੰ ਮੰਨਣ ਦਾ ਤਰੀਕਾ ਵੀ ਜਿਹੜਾ ਆ ਉਹ ਹਰ ਇੱਕ ਦਾ ਅਲੱਗ-ਅਲੱਗ ਆ। ਜਿਹੜੇ ਹਿੰਦੂ ਭਰਾ ਸਾਡੇ, ਉਹ ਜਦੋਂ ਮਾਤਾ ਦੀ ਪੂਜਾ ਕਰਦੇ ਆ ਤੇ ਉਹ ਉੱਥੇ ਬੈਂਡ ਬਾਜੇ ਵੀ ਵਜਾਉਂਦੇ ਆ, ਢੋਲ ਵੀ ਵਜਾਉਂਦੇ ਆ, ਨੱਚਦੇ ਆ, ਗਾਉਂਦੇ ਆ। ਇੱਦਾਂ ਹੀ ਜਿਹੜਾ ਕ੍ਰਿਸਚਨ ਆ, ਉਹਨਾਂ ਦੇ ਜਿਹੜੇ ਚਰਚ ਆ, ਉੱਥੇ ਤੁਸੀਂ ਜਾਓ, ਉਹ ਇਬਾਦਤ ਵੀ ਕਰਦੇ ਆ ਈਸਾ ਮਸੀਹ ਦੀ, ਪਰ ਬਾਅਦ ਵਿੱਚ ਉਹ ਉੱਥੇ ਵਾਈਨ ਵੀ ਸਰਵ ਕਰਦੇ ਆ ਆਪਣੇ ਬੰਦਿਆਂ ਨੂੰ, ਉੱਥੇ ਵਾਈਨ ਵੀ ਪੀਤੀ ਜਾਂਦੀ ਆ। ਉਹਨਾਂ ਦਾ ਇੱਕ ਆਪਣਾ ਆ ਤਰੀਕਾ। ਇੱਦਾਂ ਹੀ ਮੁਸਲਮਾਨਾਂ ਦਾ ਆਪਣਾ ਤਰੀਕਾ ਆ ਆਪਣੇ ਧਰਮ ਨੂੰ ਮੰਨਣ ਦਾ, ਬੋਧੀਆਂ ਦਾ ਆਪਣਾ, ਜੈਨੀਆਂ ਦਾ ਆਪਣਾ। ਸਿੱਖਾਂ ਦਾ ਜਿਹੜਾ ਤਰੀਕਾ ਆ ਉਹ ਗੁਰੂ ਸਾਹਿਬ ਤੋਂ ਗਿਆਨ ਲੈ ਕੇ, ਕਿਉਂਕਿ ਆਪਾਂ ਕਹਿੰਦੇ ਮਾਡਰਨ ਰਿਲੀਜਨ ਸਭ ਤੋਂ ਨਵਾਂ ਧਰਮ ਦੁਨੀਆ ਦਾ, ਤੇ ਸਭ ਤੋਂ ਵਧੀਆ ਧਰਮ ਵੀ ਆਪਾਂ ਕਹਿੰਦੇ ਆ। ਇਹ ਬਹੁਤ ਸਾਰੇ ਫਿਲਾਸਫਰ, ਵਿਦਵਾਨ ਇਹ ਮੰਨ ਚੁੱਕੇ ਆ ਕਿ ਜਿਹੜਾ ਸਿੱਖ ਧਰਮ ਹੈ ਉਹ ਸਾਰਿਆਂ ਨੂੰ ਵਧੀਆ ਧਰਮ ਹੈ, ਕਿਉਂਕਿ ਇਹਦੇ ਵਿੱਚ ਕੋਈ ਜਾਤ ਪਾਤ ਦਾ ਸਿਸਟਮ ਐਗਜ਼ਿਸਟ ਨਹੀਂ ਕਰਦਾ, ਕੋਈ ਰੇਸਿਜ਼ਮ ਨਹੀਂ ਹੈ ਇਹਦੇ ਵਿੱਚ। ਸਿੱਖ ਕੋਈ ਵੀ ਬਣ ਸਕਦਾ, ਚਾਹੇ ਹਿੰਦੂ ਆ, ਮੁਸਲਮਾਨ ਹੈ, ਕ੍ਰਿਸਚਨ ਆ, ਚਾਹੇ ਕੋਈ ਨਾਸਤਿਕ ਆ, ਜਿਹੜਾ ਜਿਹਨੂੰ ਆਪਾਂ ਕਹਿੰਦੇ ਤਾਂ ਨਾਸਤਿਕ ਨਹੀਂ, ਜਿਹੜਾ ਕਹਿੰਦੇ ਕਿਸੇ ਧਰਮ ਨੂੰ ਨਹੀਂ ਮੰਨਦਾ ਜਾਂ ਰੱਬ ਨੂੰ ਨਹੀਂ ਮੰਨਦਾ, ਉਹ ਵੀ ਕਈ ਵਾਰ ਸਿੱਖ ਧਰਮ ਦੀ ਫਿਲਾਸਫੀ ਸਮਝ ਕੇ ਕਿ ਜਿਹੜਾ ਗੁਰੂ ਆ ਸਾਨੂੰ ਦੱਸ ਰਿਹਾ ਆ, ਗੁਰੂ ਨਾਨਕ ਪਾਤਸ਼ਾਹ ਦੱਸ ਰਿਹਾ ਵੀ ਰੱਬ ਜਿਹੜਾ ਆ ਗੁਣ ਸਰੂਪ ਦੇ ਵਿੱਚ ਆ, ਜਦੋਂ ਉਹਨੂੰ ਪਤਾ ਲੱਗਦਾ, ਉਹ ਵੀ ਕਈ ਜਿਹੜੇ ਹੁੰਦੇ ਆ ਆਪਾਂ ਕਹਿੰਦੇ ਆ ਤਰਕਸ਼ੀਲ, ਉਹ ਵੀ ਬਹੁਤ ਜਦੋਂ ਉਹਨਾਂ ਨੂੰ ਸਮਝ ਆਉਂਦੀ ਆ ਅਸਲੀ ਤਰੀਕੇ ਨਾਲ ਵੀ ਗੁਰੂ ਸਾਹਿਬ ਕਹਿੰਦੇ ਕੀ ਆ, ਉਹ ਵੀ ਸਿੱਖ ਧਰਮ ਨੂੰ ਪਿਆਰ ਕਰਦੇ, ਉਹ ਵੀ ਜੁਆਇਨ ਕਰ ਲੈਂਦੇ ਆ। ਸੋ ਇਹ ਦੁਨੀਆ ਦਾ ਉਹ ਰਿਲੀਜਨ ਹੈ ਜਿਹਨੂੰ ਕੋਈ ਵੀ ਜੁਆਇਨ ਕਰ ਸਕਦਾ। ਉਹਨਾਂ ਵਿੱਚੋਂ ਮੇਨ ਜਿਹੜੇ ਰਿਲੀਜਨ ਆ ਉਹ 3 ਰਿਲੀਜਨ ਹੈ, ਜਿਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਆ। ਉਹ ਚੋਂ ਸਭ ਤੋਂ ਪਹਿਲਾਂ ਧਰਮ, ਮੁਸਲਿਮ ਧਰਮ, ਕ੍ਰਿਸਚੀਅਨਿਟੀ, ਇਹਨਾਂ ਧਰਮਾਂ ਨੂੰ ਤੁਸੀਂ, ਤੇ ਬੁੱਧ ਧਰਮ, ਇਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ। ਬਹੁਤ ਸਾਰੇ ਧਰਮ ਇਹ ਆ ਜਿਨ੍ਹਾਂ ਨੂੰ ਤੁਸੀਂ ਜੁਆਇਨ ਹੀ ਨਹੀਂ ਕਰ ਸਕਦੇ, ਜਿੱਦਾਂ ਉਹ ਯਹੂਦੀ ਆ, ਉਸ ਧਰਮ ਨੂੰ ਤੁਸੀਂ ਜੁਆਇਨ ਨਹੀਂ ਕਰ ਸਕਦੇ। ਤੁਸੀਂ ਜਾਂ ਤਾਂ ਯਹੂਦੀਆਂ ਦੇ ਖਾਨਦਾਨ 'ਚ ਪੈਦਾ ਹੋਣੇ ਚਾਹੀਦੇ ਆ, ਉਹਦੇ ਬਾਅਦ ਤੁਸੀਂ ਯਹੂਦੀ ਨਹੀਂ ਬਣ ਸਕਦੇ। ਸੋ ਅੱਜ ਗੱਲ ਆਉਂਦੀ ਆ ਬੇਅਦਬੀਆਂ ਦੇ ਮਾਮਲੇ ਦੇ ਵਿੱਚ। ਉਹਦੇ ਵਿੱਚ ਪਹਿਲਾਂ ਆਪਾਂ ਸਰਦਾਰ ਵਰਿੰਦਰ ਸਿੰਘ ਹੁਣਾਂ ਨੂੰ ਪੁੱਛਾਂਗੇ। ਉਸ ਤੋਂ ਪਹਿਲਾਂ ਅੱਜ 6 ਪੋ 553 ਸੰਮਤ ਆ, ਮੂਲ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਅਨੁਸਾਰ। ਸੋ ਸਾਡਾ ਇਹ ਚੈਨਲ ਜਿਹੜਾ ਇੱਕ ਪੰਥ, ਇੱਕ ਗ੍ਰੰਥ ਤੇ ਇੱਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਆ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਜਿੰਨੇ ਵੀ ਸਾਡੇ ਭਰਾ ਸਾਨੂੰ ਲਾਈਵ ਦੇਖ ਰਹੇ ਇਸ ਟਾਈਮ, ਨਿਸ਼ਾਨ ਸਿੰਘ ਢਿੱਲੋਂ, ਬਿੰਦਰ ਕੇ, ਸੰਧੂ ਭੈਣ ਜੀ, ਕਸ਼ਮੀਰ ਸਿੰਘ ਭਿੰਡਰ, ਰਮਨ ਸਿੰਘ, ਮਨਜੀਤ ਸਿੰਘ ਮੰਡ, ਸਾਰਿਆਂ ਦਾ ਜੀ ਆਇਆਂ ਪ੍ਰੋਗਰਾਮ ਦੇ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵੀਰ ਵਰਿੰਦਰ ਸਿੰਘ ਜੀ, ਮੈਨੂੰ ਪਹਿਲਾ ਸਵਾਲ ਜਿਹੜਾ ਮੇਰੇ ਮਨ 'ਚ ਉੱਠਦਾ ਆ, ਹਰ ਬੰਦੇ ਦਾ ਇੱਥੇ ਪ੍ਰਤੀਕਰਮ ਜਿਹੜਾ ਅਲੱਗ-ਅਲੱਗ ਆ। ਹਰ ਬੰਦੇ ਦੀ ਸਿੱਖ ਦੀ ਸੋਚ ਜਿਹੜੀ ਆ ਅਲੱਗ-ਅਲੱਗ ਆ। ਆਪਾਂ ਆਪਣੀ ਸੋਚ ਕਿਸੇ ਤੇ ਥੋਪ ਨਹੀਂ ਸਕਦੇ। ਆਪਾਂ ਇਸੇ ਲਈ ਕਹਿੰਦੇ ਆ ਵੀ ਤੁਸੀਂ ਲੈਣੀ ਆ ਤੇ ਗੁਰੂ ਦੀ ਮੱਤ, ਗੁਰੂ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਗੁਰਮਤਿ ਗਿਆਨ ਧਾਰਨ ਕਰੋ। ਗਿਆਨ ਲੈਣ ਨਾਲ ਤੁਹਾਡੀ ਜਿਹੜੀ ਬੁੱਧੀ ਦਾ ਵਿਕਾਸ ਹੋਊਗਾ। ਜਦੋਂ ਤੁਸੀਂ ਪ੍ਰੈਕਟੀਕਲ ਰੂਪ 'ਚ ਉਹਨੂੰ ਯੂਜ਼ ਕਰੋਗੇ ਗਿਆਨ ਨੂੰ, ਫਿਰ ਤੁਸੀਂ ਆਪਣੇ ਫੈਸਲੇ ਆਪਣੇ ਹਿਸਾਬ ਨਾਲ ਲੈ ਸਕਦੇ ਆ। ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਬੇਅਦਬੀਆਂ ਦਾ ਜਿਹੜਾ ਇਹ ਚੱਲ ਰਿਹਾ ਆ, ਇਹ ਕੀ ਚੱਕਰ ਹੈ ਬੇਅਦਬੀਆਂ ਦਾ, ਤੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇਹਦੇ ਪਿੱਛੇ ਕੀ ਰਾਜ ਆ? ਕੀ ਇਹ ਜਸਟ ਅਨਫੋਰਚੂਨੇਟ ਆ ਵੀ ਇੱਕ ਬੰਦਾ ਜਾਣਬੁੱਝ ਕੇ ਕਰ ਰਿਹਾ ਇਹ, ਜਾਂ ਇਹ ਕਰਾਇਆ ਜਾ ਰਿਹਾ? ਇਹਦੇ ਤੇ ਥੋੜਾ ਜਿਹਾ ਚਾਨਣਾ ਪਾਓ ਦਰਸ਼ਕਾਂ ਨੂੰ, ਸੰਗਤ ਨੂੰ। ਬਿਲਕੁਲ। ਦੇਖੋ, ਜਿਹੜਾ ਵੀ ਇਨਸਾਨ ਥੋੜੀ ਬਾਤੀ ਵੀ ਵਿਵੇਕ ਬੁੱਧ ਰੱਖਦਾ ਆ, ਥੋੜੀ ਬਾਤੀ ਵੀ ਸੋਚ ਰੱਖਦਾ ਆ, ਉਹ ਤੁਹਾਨੂੰ ਇਹੀ ਕਹੂਗਾ ਵੀ ਇਹ ਕਿਸੇ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਇਹ ਕੋਈ ਕੋਇਨਸੀਡੈਂਸ ਨਹੀਂ ਆ ਵੀ ਇੱਕਦਮ ਕਿਸਾਨੀ ਅੰਦੋਲਨ ਖਤਮ ਹੋਇਆ ਤੇ ਆ ਕੇ ਦੁਬਾਰਾ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
1.5 ਸਾਲ ਤੱਕ ਕਿਸਾਨੀ ਅੰਦੋਲਨ ਚੱਲਿਆ, ਉਹਦੇ ਵਿੱਚ ਵੀ ਬੇਅਦਬੀਆਂ ਹੁੰਦੀਆਂ ਰਹੀਆਂ। ਉੱਥੇ ਵੀ ਜਾ ਕੇ ਇੱਕ ਬੇਅਦਬੀ ਦਾ ਮਾਮਲਾ ਹੋਇਆ ਜਿਹਦਾ ਆਪਾਂ ਵਿਰੋਧ ਵੀ ਕੀਤਾ, ਕਿਉਂਕਿ ਉਹ ਇੱਕ ਉਸ ਮਾਮਲੇ ਦੇ ਵਿੱਚ ਪੂਰੀ ਕਲੀਅਰੈਂਸ ਨਹੀਂ ਸੀ ਹੈ ਵੀ ਉਹ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ, ਉਹ ਬੇਅਦਬੀ ਦਸਮ ਗ੍ਰੰਥ ਦੀ ਹੋਈ ਆ, ਉਹ ਬੇਅਦਬੀ ਸਰਬ ਲੋਕ ਗ੍ਰੰਥ ਦੀ ਹੋਈ ਆ, ਉਹ ਬੇਅਦਬੀ ਹੋਈ ਵੀ ਆ ਜਾਂ ਨਹੀਂ ਹੋਈ, ਉਹ ਬੰਦਾ ਕਿੱਥੇ ਆ, ਕਿੱਥੋਂ ਆਇਆ, ਕਿੱਦਾਂ ਲੈ ਕੇ ਆਇਆ। ਆਪਾਂ ਉਦੋਂ ਵੀ ਇਹੀ ਗੱਲ ਕੀਤੀ ਸੀ ਕਿ ਜਿਹੜਾ ਉਹਦਾ ਰਿਜ਼ਲਟ ਨਿਕਲਿਆ ਉਹ ਸੁਭਾਵਿਕ ਆ, ਉਹ ਸਭ ਨੂੰ ਪਤਾ ਆ ਵੀ ਜੇ ਕੋਈ ਸਾਡੇ ਗੁਰੂ ਦੀ ਬੇਅਦਬੀ ਕਰਦਾ ਤੇ ਸਾਡੇ ਵਿੱਚ ਬਹੁਤ ਸਾਰੇ, ਕਿਉਂਕਿ ਸਾਨੂੰ ਮਾਰਸ਼ਲ ਕੌਮ ਐਵੇਂ ਨਹੀਂ ਕਿਹਾ ਜਾਂਦਾ, ਵਾਕਿਆ ਹੀ ਮਾਰਸ਼ਲ ਕੌਮ ਹੈ। ਆਪਾਂ ਆਫ ਏਅਰ ਪਹਿਲਾਂ ਗੱਲ ਕਰ ਰਹੇ ਸੀ ਵੀ ਇਹ ਮੰਨਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਵੀ ਸਿੱਖ ਇੱਕ ਮਾਰਸ਼ਲ ਕੌਮ ਆ। ਮਾਰਸ਼ਲ ਕੌਮ ਜਾਂ ਆਪਾਂ ਕਹੀਏ ਵੀ ਇਹ ਜ਼ਾਲਮ ਕੌਮ ਆ, ਉਹ ਦੋ ਅਲੱਗ-ਅਲੱਗ ਵਿਸ਼ੇ ਆ। ਉਹ ਤੁਹਾਨੂੰ ਇਹ ਪ੍ਰੂਵ ਕਰਨਾ ਚਾਹੁੰਦੇ ਆ ਵੀ ਇਹ ਜ਼ਾਲਮ ਕੌਮ ਆ, ਇਹ ਹੈ ਹੀ ਇਹੋ ਜਿਹੇ ਆ, ਇਹ ਮਾਰਨ ਮਰਾਨ ਦੀ ਗੱਲ ਹੀ ਕਰਦੇ ਆ। ਤੇ ਜਿਹੜੀ ਮਾਰਸ਼ਲ ਕੌਮ ਆ ਉਹ ਜਦੋਂ ਆਪਣੇ ਹੱਕ 'ਚ ਵਰਤਣਾ ਹੁੰਦਾ ਤੇ ਸਭ ਤੋਂ ਜ਼ਿਆਦਾ ਜਿਹੜੀ ਫੌਜ ਵਿੱਚ ਭਰਤੀ ਆ ਉਹ ਸਿੱਖਾਂ ਦੀ ਲੈਂਦੇ ਆ। ਉਹਨਾਂ ਨੂੰ ਪਤਾ ਆ ਵੀ ਇਹ ਮਾਰਸ਼ਲ ਕੌਮ ਆ, ਇਹਨਾਂ ਨੇ ਆਪਣੇ ਦੇਸ਼ ਵਾਸਤੇ ਵੀ ਲੜ ਕੇ ਮਰ ਜਾਣਾ। ਔਰ ਜਦੋਂ ਆਪਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਆ, ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਕਿਉਂ ਆ? ਇਸੇ ਕਰਕੇ ਆ ਕਿ ਅਸੀਂ ਮਾਰਸ਼ਲ ਕੌਮ ਆ। ਹੋਰ ਬਹੁਤ ਸਾਰੀਆਂ ਕੌਮਾਂ ਹੈਗੀਆਂ, ਗੁਰਖਾ ਹੈਗੀ ਆ ਜਿਹੜੀ ਮਾਰਸ਼ਲ ਕੌਮ ਆ, ਮੁਸਲਮਾਨਾਂ ਵਿੱਚੋਂ ਬਹੁਤ ਸਾਰੇ ਹੈਗੇ ਜਿਹੜੇ ਮਾਰਸ਼ਲ ਗਿਣੇ ਜਾਂਦੇ ਆ। ਸੋ ਇਹ ਨਹੀਂ ਵੀ ਅਸੀਂ ਉਹੀ ਮਾਰਸ਼ਲ ਕੌਮ ਆ, ਬਹੁਤ ਸਾਰੀਆਂ ਮਾਰਸ਼ਲ ਕੌਮਾਂ। ਇਹਦੇ ਇੱਕ ਪੂਰਾ ਵੱਖਰਾ ਟੌਪਿਕ ਬਣਦਾ, ਆਪਾਂ ਨੂੰ ਬੈਕਗਰਾਊਂਡ ਜਾਣਾ ਪੈਂਦਾ ਵੀ ਆਪਾਂ ਕਿੱਥੋਂ ਨਿਕਲ ਕੇ ਆਈ ਹੈ ਸਾਡੀ ਕੌਮ, ਕਿਉਂ ਮਾਰਸ਼ਲ ਕੌਮ ਆ। ਖੈਰ ਉਹ ਵੱਖਰਾ ਵਿਸ਼ਾ ਆ। ਜਿਹੜਾ ਬੇਅਦਬੀਆਂ ਦਾ ਸਿਲਸਿਲਾ ਹੁਣ ਦੁਬਾਰਾ ਸ਼ੁਰੂ ਹੋਇਆ ਤੇ ਜਿਹੜਾ ਅੱਜ ਤੋਂ 6 ਸਾਲ ਪਹਿਲਾਂ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਬਰਗਾੜੀ ਵਾਲੇ ਚੱਕਰ 'ਚ, ਇਹਨਾਂ ਦੋਨਾਂ ਵਿੱਚ ਇੱਕ ਗੱਲ ਤਾਂ ਕਾਮਨ ਆ ਨਾ, ਇਹ ਤਾਂ ਹਰੇਕ ਨੂੰ ਮੰਨਣਾ ਪੈਣਾ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਹੁੰਦੀਆਂ ਆ। ਜਦੋਂ ਇਲੈਕਸ਼ਨ ਆਉਣ ਵਾਲੀ ਹੁੰਦੀ ਆ ਉਸ ਤੋਂ ਪਹਿਲਾਂ ਕਿਉਂ ਬੇਅਦਬੀਆਂ ਹੁੰਦੀਆਂ? ਕਿਉਂਕਿ ਸਰਕਾਰਾਂ ਨੂੰ ਪਤਾ ਆ ਕਿ ਅਸੀਂ ਇਸ ਮੁੱਦੇ ਨੂੰ ਕਿਵੇਂ ਆਪਣੇ ਹੱਕ 'ਚ ਵਰਤ ਸਕਦੇ ਆ। ਉਦੋਂ ਵੀ ਵਰਤਿਆ ਗਿਆ, ਵੱਖਰੀ ਗੱਲ ਆ ਉਦੋਂ ਅਕਾਲੀਆਂ ਦੀ ਸਰਕਾਰ ਨਹੀਂ ਆਈ, ਉਦੋਂ ਕਾਂਗਰਸੀ ਸਰਕਾਰ ਆ ਗਈ, ਕਿਉਂਕਿ ਉਹ ਮੁੱਦਾ ਜਿਹੜਾ ਚੱਲਿਆ ਉਹ ਹੋਰ ਪਾਸੇ ਨੂੰ ਚਲੇ ਗਿਆ। ਜਦੋਂ ਉੱਥੇ ਗੋਲੀ ਕਾਂਡ ਵਾਪਰ ਗਿਆ, ਉੱਥੇ 2 ਮੁੰਡੇ ਮਰ ਗਏ, ਉਹ ਟੋਟਲੀ ਉਲਟ ਪੈ ਗਿਆ। ਹੋ ਸਕਦਾ ਇਹ ਵੀ ਉਲਟ ਪੈ ਜਾਵੇ, ਹਮੇਸ਼ਾ ਇੱਦਾਂ ਹੀ ਹੁੰਦਾ ਆ। ਪਰ ਉਹਨਾਂ ਨੇ ਉਹ ਪੱਤਾ ਖੇਡਣਾ ਹੁੰਦਾ, ਧਰਮ ਵਾਲਾ ਪੱਤਾ ਹਮੇਸ਼ਾ ਖੇਡਿਆ ਜਾਂਦਾ ਆ। ਜਦੋਂ ਆਪਾਂ ਧਰਮ ਦੀ ਗੱਲ ਕਰਦੇ ਆ ਤੇ ਸਾਨੂੰ ਇੱਦਾਂ ਲੱਗਦਾ ਵੀ ਸਿੱਖ ਧਰਮ ਵੀ ਦੂਜੇ ਧਰਮਾਂ ਵਾਂਗੂ ਇੱਕ ਧਰਮ ਆ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਆਪਾਂ ਤੇ ਉੱਥੇ ਜਿਹੜੀ ਧਰਮ ਦੀ ਗੱਲ ਹੋ ਰਹੀ ਆ, ਉਹ ਤਾਂ ਹਰ ਕੋ ਨਾਮ ਜਪ ਨਿਰਮਲ ਕਰਮ ਦੀ ਗੱਲ ਹੋ ਰਹੀ ਆ। ਸਗਲ ਧਰਮ ਹੈ ਸ੍ਰੇਸ਼ਟ ਧਰਮ। ਗੁਰੂ ਅਰਜਨ ਪਾਤਸ਼ਾਹ ਨੇ ਬੜਾ ਵਧੀਆ ਰਾਗ ਗੌੜੀ ਦੇ ਵਿੱਚ ਤੁਹਾਨੂੰ ਕਲੀਅਰ ਕੀਤਾ ਹੈ। ਉਹ ਪੂਰਾ ਸ਼ਬਦ ਜੇ ਤੁਸੀਂ ਪੜ੍ਹੋਗੇ ਉਹਦੇ 'ਚ ਹਰ ਗੱਲ ਕਲੀਅਰ ਕੀਤੀ ਆ ਵੀ ਜਸ ਕਿਹੜਾ ਗਾਉਣਾ ਆ ਤੇ ਨਾਮ ਕਿਹੜਾ ਜਪਣਾ ਆ, ਕਿਰਿਆ ਕਿਹੜੀ ਕਰਨੀ ਆ, ਉਹ ਤੁਹਾਨੂੰ ਕਲੀਅਰ ਕਰਨ ਦਾ ਵੀ ਸਾਡਾ ਧਰਮ ਕੀ ਆ। ਇਸੇ ਕਰਕੇ ਸਾਡੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਆ ਜਿਹਦੇ ਵਿੱਚ ਕੋਈ ਵੀ ਇਨਸਾਨ ਆ ਸਕਦਾ, ਭਾਵੇਂ ਉਹ ਪਹਿਲਾ ਸਿੱਖ ਮਰਦਾਨੇ ਦੇ ਰੂਪ ਦੇ ਵਿੱਚ ਹੋਵੇ ਤੇ ਭਾਵੇਂ ਕੋਈ ਹੋਰ ਬਾਅਦ ਵਿੱਚ ਮੀਆਂ ਮੀਰ ਹੋਵੇ ਜਾਂ ਕੁਛ ਹੋਵੇ। ਉਹਨਾਂ ਨੂੰ ਕਦੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਤੁਸੀਂ ਮੁਸਲਮਾਨ ਧਰਮ ਤਿਆਗ ਕੇ ਸਿੱਖ ਬਣ ਜਾਓ। ਪਹਿਲਾਂ ਚਾਹੇ ਪ੍ਰੋਫੈਸਰ ਸਾਹਿਬ ਸਿੰਘ ਹੋਵੇ, ਚਾਹੇ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਮਿਲ ਜਾਣੇ ਜਿਹੜੇ ਉਹ ਤਾਂ ਆਏ ਆ ਨਾ। ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਇਹ ਡਿਸੀਜ਼ਨ ਲੈ ਲਿਆ ਕਿ ਮੈਂ ਸਿੱਖ ਬਣਨਾ ਹੈ, ਪਰ ਮੈਂ ਜਿਨ੍ਹਾਂ ਦਾ ਨਾਂ ਲੈ ਰਿਹਾ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਤੇ ਵੀ ਫੋਰਸ ਨਹੀਂ ਕੀਤਾ ਵੀ ਤੁਸੀਂ ਮੁਸਲਮਾਨ ਛੱਡ ਕੇ ਧਰਮ ਤੇ ਸਿੱਖੀ 'ਚ ਆ ਜਾਓ। ਉਹਨਾਂ ਨੇ ਸਿੱਖੀ ਸੋਚ ਅਪਣਾਈ ਆ। ਸੋ ਦੋਵੇਂ ਤਰੀਕਿਆਂ ਨਾਲ ਤੁਸੀਂ ਸਿੱਖੀ ਤੇ ਚੱਲ ਸਕਦੇ ਹੋ। ਪਰ ਅੱਜ ਸਾਡੀ ਤਰਾਸ਼ਦੀ ਇਹ ਆ ਕਿ ਬਹੁਤ ਸਾਰੇ ਜਿਹੜੇ ਸਿੱਖ ਸਰੂਪ ਵਾਲੇ ਆ ਉਹਨਾਂ ਨੇ ਸਿੱਖੀ ਧਾਰਨ ਨਹੀਂ ਕੀਤੀ, ਔਰ ਬਹੁਤ ਸਾਰੇ ਜਿਹੜੇ ਸਿੱਖ ਸਰੂਪ ਵਾਲੇ ਨਹੀਂ ਆ ਉਹਨਾਂ ਨੇ ਸਿੱਖੀ ਧਾਰਨ ਕੀਤੀ ਹੋਈ ਆ। ਇਹ ਵੀ ਇੱਕ ਟੌਪਿਕ ਹੈ ਜਿਸ 'ਤੇ ਗੱਲ ਕਰਨੀ ਬਣਦੀ ਆ। ਹੁਣ ਆਪਾਂ ਇਹਨਾਂ ਤੇ ਮਸਲਿਆਂ ਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਆ ਉਹਦੇ ਵਿੱਚ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਜੇ ਕੋਈ ਜੰਗਲਾ ਟੱਪ ਕੇ ਅੰਦਰਲੇ ਪਾਸੇ ਆਉਂਦਾ ਆ ਕਿਰਪਾਨ ਚੱਕਦਾ, ਉਹ ਬੇਅਦਬੀ ਕਰਨ ਗਿਆ ਨਹੀਂ ਗਿਆ ਇਹਦਾ ਕੋਈ ਮਤਲਬ ਨਹੀਂ। ਪਰ ਰੁਮਾਲਿਆਂ ਤੇ ਉਹਨੇ ਪੈਰ ਰੱਖੇ, ਰੁਮਾਲਿਆਂ ਤੇ ਪੈਰ ਰੱਖ ਕੇ ਕਿਰਪਾਨ ਚੱਕੀ ਆ, ਉਹਦਾ ਰਿਜ਼ਲਟ ਇਹੀ ਨਿਕਲਣਾ ਸੀ ਜੋ ਨਿਕਲਿਆ। ਉੱਥੇ ਟਾਸਕ ਫੋਰਸ ਆ, ਉੱਥੇ ਬਹੁਤ ਸਾਰੇ ਲੋਕੀ ਆ ਜਿਹੜੇ ਭੜਕ ਗਏ ਇਸ ਗੱਲ ਨੂੰ ਦੇਖ ਕੇ। ਪਰ ਨਾਲ ਨਾਲ ਹੁਣ ਇਹ ਵੀ ਆ ਵੀ ਉਹਦਾ ਪਤਾ ਕਿਵੇਂ ਲੱਗੇ ਵੀ ਉਹਨੂੰ ਕਿਹਨੇ ਭੇਜਿਆ, ਕਿਵੇਂ ਭੇਜਿਆ। ਐਡੀ ਵੱਡੀ ਟਾਸਕ ਫੋਰਸ ਆ ਸ਼੍ਰੋਮਣੀ ਕਮੇਟੀ ਦੀ ਕਿ ਜੇ 100-200 ਬੰਦਾ ਵੀ ਉੱਥੇ ਆ ਜਾਵੇ ਚੜ੍ਹ ਕੇ ਤਾਂ ਉਹ ਕੰਟਰੋਲ ਕਰ ਸਕਦੇ ਆ। ਉਹ ਇੱਕ ਬੰਦਾ ਸੀਗਾ, ਉਹਨੂੰ ਅੰਦਰ ਲੈ ਗਏ ਕਮਰੇ 'ਚ, ਉੱਥੇ ਵੀਡੀਓ ਬਣਨੀ ਚਾਹੀਦੀ ਸੀ।
ਉੱਥੇ ਵੀਡੀਓ ਬਣ ਕੇ ਰਿਕਾਰਡਿੰਗ ਹੋਣੀ ਚਾਹੀਦੀ ਸੀ। ਉਹ ਰਿਕਾਰਡਿੰਗ ਬਾਅਦ 'ਚ ਪਬਲਿਕ ਹੋਣੀ ਚਾਹੀਦੀ ਸੀ ਕਿ ਤੈਨੂੰ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ। ਤੇ ਜੇ ਕਹਿੰਦੇ ਅਸੀਂ ਉਹਨਾਂ ਇੰਨੀ ਮਾਰਕੁੱਟ ਕੀਤੀ ਵੀ ਉਹ ਮਰ ਗਿਆ ਤੇ ਉਹ ਕੁਝ ਵੀ ਨਹੀਂ ਬੋਲਿਆ, ਤੇ ਇਹ ਭਾਈ ਸਾਰਿਆਂ ਨੂੰ ਫਿਰ ਸਮਝ ਆ ਜਾਣੀ ਚਾਹੀਦੀ ਆ ਵੀ ਉਹ ਕੋਈ ਕਿੱਡਾ ਵੱਡਾ ਏਜੰਟ ਹੋਊਗਾ। ਕਿਉਂਕਿ ਵੱਡੇ ਵੱਡੇ ਜਿਹੜੇ ਰਾਹ ਦੇ ਏਜੰਟ ਹੁੰਦੇ ਆ ਉਹ ਵੀ ਵਗ ਪੈਂਦੇ ਆ ਟਾਰਚਰ ਤੇ। ਬੜੇ ਬੜੇ ਵੱਡੇ ਕੰਟਰੀਆਂ ਦੇ ਜਿਹੜੇ ਜਸੂਸ ਹੁੰਦੇ ਆ ਉਹ ਵੀ ਬੋਲ ਪੈਂਦੇ ਆ ਜਦੋਂ ਟਾਰਚਰ ਕੀਤਾ ਜਾਂਦਾ। ਜੇ ਉਹ ਨਹੀਂ ਬੋਲਿਆ, ਮੈਂ ਨਹੀਂ ਕਹਿ ਰਿਹਾ, ਇਹ ਹੁਣ ਉਹਨਾਂ ਨੂੰ ਦਿਖਾਉਣੀ ਚਾਹੀਦੀ ਵੀਡੀਓ ਵੀ ਅਸੀਂ ਇੰਨਾ ਟਾਰਚਰ ਕੀਤਾ, ਉਹ ਨਹੀਂ ਬੋਲਿਆ, ਤੇ ਫਿਰ ਇਹ ਸੋਚੋ ਵੀ ਉਹ ਕਿੱਡਾ ਵੱਡਾ ਏਜੰਟ ਹੋਊਗਾ ਜਿਹੜਾ ਨਹੀਂ ਬੋਲਿਆ, ਕਿੰਨੇ ਭੇਜਿਆ ਹੋਊਗਾ ਉਹਨੂੰ। ਤੇ ਜੇ ਉਹ ਬੋਲਿਆ ਆ ਤਾਂ ਉਹਨੇ ਕੀ ਦੱਸਿਆ, ਕਿਉਂ ਨਹੀਂ ਬਾਹਰ ਆ ਰਿਹਾ, ਕਿਸੇ ਹੋਰ ਨੂੰ ਅੰਦਰ ਕਮਰੇ 'ਚ ਕਿਉਂ ਨਹੀਂ ਜਾਣ ਦਿੱਤਾ ਗਿਆ। ਗੇਟ ਬੜੇ ਲੋਕੀ ਖੜਕਾਉਂਦੇ ਰਹੇ ਵੀ ਸਾਨੂੰ ਇੱਕ ਬੰਦੇ ਨੂੰ ਜਾਂ ਦੋ ਬੰਦੇ ਨੂੰ ਅੰਦਰ ਵਾੜ ਲਓ, ਸਾਨੂੰ ਪਤਾ ਤਾਂ ਲੱਗੇ ਉਹ ਕਿੱਥੋਂ ਆਇਆ। ਸੋ ਕਿਤੇ ਨਾ ਕਿਤੇ ਇਹ ਇੱਦਾਂ ਲੱਗਦਾ ਆ ਵੀ ਜਿਨ੍ਹਾਂ ਨੇ ਭੇਜਿਆ ਉਹਨਾਂ ਨੇ ਨਾਲ ਬੰਦੇ ਭੇਜੇ ਵੀ ਤੁਸੀਂ ਇਹ ਬਚਣਾ ਨਹੀਂ ਚਾਹੀਦਾ, ਇਹ ਮਰ ਕੇ ਆਉਣਾ ਚਾਹੀਦਾ, ਕਿਤੇ ਨਾ ਲੈ ਦੇਵੇ। ਹੁਣ ਉਹ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਵੀ ਉਹ ਇੱਕ ਹੋ ਸਕਦਾ ਮੈਂ ਗਲਤ ਹੋਵਾਂ, ਉਹ ਇੱਕ ਮੁੰਡੇ ਨੇ ਅਮਰੀਕਾ ਦੇ ਫਲੈਗ ਵਾਲਾ ਰੁਮਾਲ ਬੰਨਿਆ ਹੋਇਆ ਸਿਰ ਤੇ, ਤੂੰ ਇੰਝ ਲੱਗਦਾ ਵੀਡੀਓ ਦੇਖ ਕੇ ਵੀ ਜਿਵੇਂ ਉਹਦੇ ਕੰਨ 'ਚ ਕੁਝ ਕਿਹਾ ਹੋਵੇ ਉਹਨੇ, ਬਿਲਕੁਲ ਉਹਦੇ ਲਾਗੇ ਆ। ਅੱਜ ਕੱਲ੍ਹ ਕੋਈ ਜ਼ਿਆਦਾ ਲਾਗੇ ਨਹੀਂ ਜਾਂਦਾ ਪੈਂਡੈਮਿਕ ਕਰਕੇ ਕਿਸੇ ਦੇ, ਉਹ ਬਿਲਕੁਲ ਉਹਦੇ ਮੂੰਹ ਦੇ ਨਾਲ ਮੂੰਹ ਜੋੜ ਕੇ ਫਿਰ ਉਹ ਅੰਦਰ ਵੜਿਆ। ਫਿਰ ਜਦੋਂ ਖਿੱਚਿਆ ਸਭ ਤੋਂ ਪਹਿਲਾਂ ਉਹੀ ਖਿੱਚ ਰਿਹਾ ਉਹਨੂੰ, ਉਹਨੇ ਹੀ ਖਿੱਚ ਕੇ ਘੜੀਸ ਕੇ ਉਹਨੂੰ ਬਾਹਰ ਕੱਢਿਆ ਤੇ ਫਿਰ ਉਹਨੂੰ ਲੈ ਗਏ ਆ। ਸੋ ਇਹ ਗੱਲਾਂ ਸਪਸ਼ਟ ਕਰਨੀਆਂ ਪੈਣੀਆਂ ਆ। ਪਰ ਜੇ ਐਜ਼ ਫਾਰ ਐਜ਼ ਅ ਰਿਜ਼ਲਟ ਕੰਸਰਨ, ਜੇ ਲੋਕੀ ਕਹਿਣ ਵੀ ਆਪਾਂ ਇਹਨੂੰ ਕੰਡੈਮ ਕਰੀਏ ਵੀ ਮਾੜਾ ਹੋਇਆ, ਉਹਦਾ ਕਤਲ ਹੋ ਗਿਆ, ਤਾਂ ਹੋਣਾ ਹੀ ਸੀ। ਜੇ ਕੋਈ ਦਰਬਾਰ ਸਾਹਿਬ ਤੇ ਚੜ੍ਹ ਕੇ ਆ ਜਾਂਦਾ ਆ, ਅੰਦਰ ਆ ਜਾਂਦਾ, ਖਾਸ ਕਰਕੇ ਆਪਾਂ ਇੱਥੇ ਅਮਰੀਕਨ ਕੰਟਰੀਆਂ 'ਚ ਬੈਠੇ ਆ, ਤੁਹਾਨੂੰ ਪਤਾ ਤੁਸੀਂ ਵੀ ਗੰਨਾ ਔਨ ਕਰਦੇ ਹੋ ਤੇ ਮੈਂ ਵੀ ਗੰਨਾ ਔਨ ਕਰਦਾ ਆ। ਤੁਹਾਡੇ ਘਰ ਦੇ ਵਿੱਚ ਅੰਦਰ ਆ ਵੜੇ ਕੋਈ, ਤੁਸੀਂ ਉਹਨੂੰ ਗੋਲੀ ਮਾਰ ਦਿਓ, ਤੁਹਾਡੇ ਤੇ ਕੇਸ ਨਹੀਂ ਬਣਦਾ। ਜੇ ਤੁਸੀਂ ਬਾਹਰ ਜਾ ਕੇ ਕਿਸੇ ਨੂੰ ਗੋਲੀ ਮਾਰ ਦਿਓ ਤੁਹਾਡੇ ਤੇ ਕੇਸ ਬਣਦਾ। ਜੇ ਕੋਈ ਚੜ੍ਹ ਕੇ ਤੁਹਾਡੇ ਅੰਦਰ ਆ ਗਿਆ, ਬਹੁਤ ਸਾਰੀਆਂ ਸਟੇਟਾਂ ਤਾਂ ਇੱਦਾਂ ਦੀਆਂ, ਜੇ ਬਾਹਰ ਵੀ ਤੁਹਾਡਾ ਲੌਨ ਦੇ ਵਿੱਚ ਵੀ ਕੋਈ ਆਉਂਦਾ ਨਾ ਤੇ ਤੁਹਾਡੇ ਤੇ ਕੇਸ ਨਹੀਂ ਬਣਦਾ। ਪਰ ਜੇ ਤੁਹਾਡੇ ਅੰਦਰ ਆ ਗਿਆ ਕੋਈ ਚੋਰੀ ਦੀ ਨੀਅਤ ਨਾਲ ਜਾਂ ਕੁਛ ਕਰਨ ਦੀ ਨੀਅਤ ਨਾਲ, ਤੁਸੀਂ ਗੋਲੀ ਮਾਰ ਦਿਓ, ਤੁਹਾਡੇ ਤੇ ਕੇਸ ਨਹੀਂ ਬਣਦਾ, ਸੈਲਫ ਡਿਫੈਂਸ ਬਣਦੀ ਹੈ। ਸਾਡਾ ਸਭ ਤੋਂ ਵੱਡਾ ਘਰ ਤਾਂ ਸਾਡਾ ਦਰਬਾਰ ਸਾਹਿਬ ਹੀ ਹੈ ਨਾ ਸਿੱਖਾਂ ਦਾ, ਉਹ ਤੋਂ ਵੱਡਾ ਤਾਂ ਘਰ ਕੋਈ ਹੈ ਨਹੀਂ ਸਾਡੇ ਵਾਸਤੇ। ਤੇ ਜੇ ਕੋਈ ਉੱਥੇ ਅੰਦਰ ਚੜ੍ਹ ਕੇ ਆ ਗਿਆ, ਉਹਦਾ ਤਾਂ ਰਿਜ਼ਲਟ ਇਹੀ ਨਿਕਲਣਾ ਸੀ ਭਾਈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਪਰ ਪ੍ਰੋਬਲਮ ਇਹ ਹੋ ਗਈ ਆ ਵੀ ਇਸ ਰਿਜ਼ਲਟ ਦੇ ਨਾਲ ਮੈਸੇਜ ਕੀ ਗਿਆ। ਉਸ ਤੋਂ ਬਾਅਦ ਇੱਕ ਸੁਭਾਨਪੁਰ ਦੇ ਲਾਗੇ ਨਿਜ਼ਾਮਪੁਰ ਦੇ ਵਿੱਚ ਕੱਲ੍ਹ ਘਟਨਾ ਘਟੀ ਆ। ਉਹ ਕੋਈ ਛੋਟੀ ਜਿਹੀ ਉਮਰ ਦਾ ਜਵਾਕ ਲੱਗਦਾ, ਜਿੰਨੀਆਂ ਕੁ ਮੈਂ ਵੀਡੀਓ ਦੇਖੀਆਂ, ਕੋਈ 14, 15, 16 ਸਾਲ ਦਾ ਲੱਗਦਾ, 14 ਸਾਲ ਦਾ ਲੱਗਦਾ ਉਹ ਆਇਆ। ਹੁਣ ਇਹ ਨਹੀਂ ਪਤਾ ਉਹ ਬੇਅਦਬੀ ਕਰਨਾ ਆ, ਕਿਉਂਕਿ ਜਿਹੜੇ ਬਿਆਨ ਜਿੰਨੇ ਮੈਂ ਸੁਣੇ ਆ ਉਹ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ 'ਚ ਗਿਆ ਤੱਕ ਨਹੀਂ, ਜਿੱਥੇ ਗੁਰੂ ਗ੍ਰੰਥ ਸਾਹਿਬ ਸੀ। ਕਹਿੰਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਨਿਸ਼ਾਨ ਸਾਹਿਬ ਦੀ ਬੇਅਦਬੀ ਨਹੀਂ ਹੁੰਦੀ। ਨਿਸ਼ਾਨ ਸਾਹਿਬ ਦੀ ਬੇਅਦਬੀ ਉਦੋਂ ਹੁੰਦੀ ਆ ਜਦੋਂ ਅਸੀਂ ਦਹੀਂ ਨਾਲ ਧੋਂਦੇ ਆ, ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਆ। ਨਿਸ਼ਾਨ ਸਾਹਿਬ ਦੀ ਕੀ ਬੇਅਦਬੀ ਕਰ ਸਕਦਾ ਉਹ? ਕਹਿੰਦੇ ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਸਕਦੇ, ਕਿਉਂਕਿ ਇਹਨਾਂ ਨੂੰ ਇੱਦਾਂ ਲੱਗਦਾ ਜੇ ਉੱਪਰ ਚੜਿਆ ਹੋਇਆ ਥੜੇ ਤੇ ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਰਿਹਾ। ਪੁਲਿਸ ਦੇ ਜਿਹੜੇ ਸਵੇਰੇ ਬਿਆਨ ਆਏ ਆ, ਉਹ ਕਹਿੰਦੇ ਚੋਰੀ ਦੀ ਨੀਅਤ ਨਾਲ ਆਇਆ ਸੀ, ਉਹਨੇ ਅੰਦਰੋਂ ਚੋਰੀ ਕੀਤੀ ਸੀ, ਉਹ ਜੈਕਟਾਂ ਚੋਰੀ ਕੀਤੀਆਂ ਸੀ। ਕੋਈ ਗਰੀਬ ਸੀਗਾ ਜਾਂ ਮਾਨਸਿਕ ਰੋਗੀ ਸੀਗਾ ਜਾਂ ਜੋ ਵੀ ਸੀਗਾ, ਉਹ ਫੜ ਕੇ ਉਹਨੂੰ ਬਹੁਤ ਕੁੱਟਿਆ। ਫਿਰ ਉਹੀ ਗੱਲ ਆ, ਕਹਿੰਦੇ ਕੁੱਟ ਕੇ ਬੁਰਾ ਹਾਲ, 3-4 ਘੰਟੇ ਕੁੱਟਦੇ ਰਹੇ ਤਾਂ ਉਹਨੂੰ ਕੁਛ ਨਹੀਂ ਬੋਲਿਆ। ਹੁਣ ਦੋ ਹੀ ਕਾਰਨ ਹੋ ਸਕਦੇ ਕੁਛ ਨਾ ਬੋਲਣ ਦੇ। ਪਹਿਲਾਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ, ਉਹ ਐਡਾ ਤਗੜਾ ਏਜੰਟ ਆ ਵੀ ਉਹਨੂੰ ਇੰਨਾ ਪੱਕਾ ਕੀਤਾ ਹੋਇਆ ਵੀ ਤੂੰ ਜੋ ਮਰਦਾ ਮਰ ਜਾਣਾ, ਤੂੰ ਬੋਲਣਾ ਨਹੀਂ ਹੈ। ਦੂਜਾ ਕਾਰਨ ਇਹ ਹੋ ਸਕਦਾ ਵੀ ਉਹਨੇ ਕੁਛ ਕੀਤਾ ਹੀ ਨਹੀਂ ਤਾਂ ਬੋਲੇਗੀ। ਉਹ ਤਾਂ ਚੋਰੀ ਕਰਨ ਆਇਆ, ਉਹਨੂੰ ਕਹੀਏ ਤੂੰ ਬੇਅਦਬੀ ਕਰਨਾ ਹੈ, ਉਹ ਕਿੱਦਾਂ ਬੋਲੂਗਾ ਜਦੋਂ ਉਹ ਕਰਨੀ ਨਹੀਂ ਹੈ? ਧੱਕੇ ਨਾਲ ਤਾਂ ਬਣਾ ਲੂੰਗੇ। ਤੇ ਉਹ ਚੁੱਪ ਕਰ ਗਿਆ। ਸੋ ਅੱਜ ਆਪਾਂ 21ਵੀਂ ਸਦੀ 'ਚ ਜੀ ਰਹੇ ਹਾਂ। ਇਹ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ, ਦੋਵਾਂ ਦਾ ਪਤਾ ਲੱਗ ਜਾਣਾ ਕਿੱਥੋਂ ਆਏ ਆ, ਕਿੱਦਾਂ ਆਏ ਆ। ਇਹ ਨਹੀਂ ਪਤਾ ਲੱਗਣਾ ਕਿੰਨੇ ਭੇਜੇ ਆ। ਔਰ ਮੈਂ ਅੱਜ ਪੁਲਿਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਆ ਵੀ ਆਉਣਾ ਇਹ ਆ ਵੀ ਇਹ ਯੂਪੀ ਦੇ ਸੀਗੇ ਦੋਨੋਂ। ਕਿਉਂ? ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਲਖੀਮਪੁਰ ਵਾਲੀ ਘਟਨਾ ਘਟੀ ਆ, ਜਿੱਥੇ ਸਿੱਖਾਂ ਦੇ ਉੱਤੇ ਗੱਡੀ ਚੜਾ ਕੇ ਤੇਜਿੰਦਰ ਸਿੰਘ ਤੇ ਹੋਰਾਂ ਨੂੰ ਕੁਚਲਿਆ ਗਿਆ ਆ, ਉੱਥੇ ਬਹੁਤ ਸਾਰੇ ਯੂਪੀ ਦੇ ਲੋਕਾਂ ਦੀ ਭਾਵਨਾ ਸਿੱਖਾਂ ਨਾਲ ਜੁੜ ਗਈ ਸੀ। ਇਹਨਾਂ ਉੱਤੇ ਜ਼ੁਲਮ ਹੋਇਆ। ਹੁਣ ਜਦੋਂ ਤੁਹਾਨੂੰ ਇਹ ਮੈਸੇਜ ਦਿੱਤਾ ਜਾਣਾ ਵੀ ਯੂਪੀ ਦੇ ਬੰਦਿਆਂ ਨੂੰ ਤਾਂ ਧੱਕੇ ਨਾਲ ਉੱਥੇ ਫੜ ਕੇ ਵੱਢੀ ਜਾਂਦੇ ਆ, ਤੇ ਹਿਸਾਬ ਲਾ ਲਓ ਵੀ ਉਹ ਘਟਨਾ ਕਿੱਧਰ ਨੂੰ ਜਾਊਗੀ, ਲਖੀਮਪੁਰ ਵਾਲੀ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਉਹ ਇਹ ਆ ਵੀ ਕਿਸਾਨੀ ਅੰਦੋਲਨ ਨੇ ਸਿੱਖਾਂ ਦੀ ਸ਼ਾਖ ਨੂੰ ਉਸ ਜਗ੍ਹਾ 'ਤੇ ਪਹੁੰਚਾ ਦਿੱਤਾ ਸੀ
ਜਿੱਥੇ ਅੱਜ ਤੱਕ ਨਹੀਂ ਪਹੁੰਚੀ। 84 ਤੋਂ ਪਹਿਲਾਂ ਭਾਵੇਂ ਹੋਵੇ, 84 ਤੋਂ ਬਾਅਦ ਸਾਡੀ ਸ਼ਾਖ ਬਹੁਤ ਥੱਲੇ ਡਿੱਗ ਚੁੱਕੀ ਸੀ। ਉਹ ਕਹਿੰਦੇ ਵੀ ਬੜੇ ਸ਼ਾਂਤੀ ਵਾਲੇ ਲੋਕ ਆ, ਇਹ ਇੱਥੇ 1 ਸਾਲ ਰਹੇ ਆ, ਕੋਈ ਘਟਨਾ ਨਹੀਂ ਘਟੀ। ਉਸ ਸ਼ਾਖ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਬੀਜੇਪੀ ਤੇ ਸਰਕਾਰਾਂ ਕਰ ਰਹੀਆਂ ਆ ਵੀ ਨਹੀਂ ਜੀ ਇਹ ਤਾਂ ਹੈ ਹੀ ਇਹੋ ਜਿਹੇ ਆ, ਇਹ ਤਾਂ ਕੌਮ ਹੀ ਇਹੋ ਜਿਹੀ ਆ। ਸੋ ਸਾਨੂੰ ਸਮਝਣਾ ਪੈਣਾ, ਜੇ ਉਹ ਚੜ੍ਹ ਕੇ ਆਉਂਦੇ ਆ ਅੰਦਰ ਦਰਬਾਰ ਸਾਹਿਬ ਦੇ ਆਇਆ, ਉਹ ਘਟਨਾ ਜਿਹੜੀ ਆ ਉਹਨੂੰ ਅਲੱਗ ਕਰਕੇ ਦੇਖੋ ਨਿਜ਼ਾਮਪੁਰ ਵਾਲੀ ਘਟਨਾ ਨਾਲੋਂ, ਤੇ ਫਿਰ ਤੁਹਾਨੂੰ ਗੱਲ ਦੀ ਜ਼ਿਆਦਾ ਸਮਝ ਆਊਗੀ। ਉੱਥੇ ਤਾਂ ਉਹ ਰਿਜ਼ਲਟ ਨਿਕਲਣਾ ਹੀ ਸੀ, ਪਰ ਉੱਥੇ ਵੀ ਪਤਾ ਲੱਗਣਾ ਚਾਹੀਦਾ ਸੀ ਵੀ ਉਹਨੂੰ ਕਿਹਨੇ ਭੇਜਿਆ, ਕਿੱਦਾਂ ਭੇਜਿਆ। ਮੈਂ ਨਹੀਂ ਮੰਨਦਾ ਕਿ ਟਾਸਕ ਫੋਰਸ ਵਾਲੇ ਉੱਥੋਂ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਨਹੀਂ ਜਾਂਦੀ, ਉਹਨੂੰ ਹਫ਼ਤਾ ਵੀ ਨਹੀਂ ਰੱਖਦੇ, 2 ਹਫ਼ਤਾ ਵੀ ਨਹੀਂ ਰੱਖਦੇ, ਜਿੰਨਾ ਮਰਜ਼ੀ ਟਾਰਚਰ ਕਰੀ ਜਾਂਦੇ, ਕਿਸੇ ਨੇ ਨਹੀਂ ਸੀ ਜਾਣਾ। 84 ਤੋਂ ਬਾਅਦ ਉੱਥੇ ਅੰਦਰ ਨਹੀਂ ਕੋਈ ਜਾਂਦਾ ਐਡੀ ਛੇਤੀ। ਸੋ ਉਹ ਤੋਂ ਬਕਵਾ ਸਕਦੇ ਸੀ ਵੀ ਉਹ ਕੀ ਆ, ਪਰ ਜਿਹੜਾ ਉਹਨੂੰ ਫੜਾਫੜ ਮਾਰਤਾ ਗਿਆ, ਕਿਤੇ ਨਾ ਕਿਤੇ ਇਹ ਜ਼ਰੂਰ ਲੱਗਦਾ ਵੀ ਪਲੈਨਿੰਗ ਦੇ ਤਹਿਤ ਹੀ ਇੱਦਾਂ ਉਹਨੂੰ ਮਾਰਿਆ ਗਿਆ। ਵਿੱਚ ਇੱਕ ਦਾ ਬੰਦਾ ਉਹਨਾਂ ਨੇ ਆਪਣਾ ਨਾਲ ਭੇਜਿਆ ਹੋਇਆ ਸੀ ਵੀ ਇਹ ਬਚਣਾ ਨਹੀਂ ਚਾਹੀਦਾ, ਇਹਦੀ ਗਲ ਵੱਢ ਦੇਣੀ, ਤੂੰ ਸਾਰਾ ਵੱਢ ਦੇਣੀ, ਬਸ ਰੌਲੇ ਗੋਲੇ 'ਚ ਪਤਾ ਨਾ ਲੱਗੇ ਕੌਣ ਕੰਮ ਕਰ ਗਿਆ। ਹਾਂਜੀ ਹਾਂਜੀ ਬਿਲਕੁਲ ਜੀ। ਗੁਰਵਿੰਦਰ ਸਿੰਘ ਜੀ, ਮੈਂ ਥੋੜ੍ਹਾ ਜਿਹਾ ਪਿੱਛੇ ਨੂੰ ਲੈ ਕੇ ਜਾਊਂਗਾ ਬੇਅਦਬੀਆਂ ਦੇ ਮਸਲੇ 'ਤੇ ਟਿੱਪਣੀ ਕਰਨ ਤੋਂ ਪਹਿਲਾਂ। ਜਦੋਂ 1978 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ ਆ, ਨਿਰੰਕਾਰੀਆਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਆ, ਜਦ ਕਿ ਪਤਾ ਆ ਵੀ ਸਾਡਾ ਜਿਹੜਾ ਦਰਬਾਰ ਸਾਹਿਬ ਹੈ ਜਾਂ ਅੰਮ੍ਰਿਤਸਰ ਸ਼ਹਿਰ ਆ, ਇਹ ਸਾਡਾ ਇੱਕ ਕਿਸਮ ਦਾ ਮੱਕਾ ਆ ਸਾਡਾ। ਉੱਥੇ ਜੇ ਕੋਈ ਵੀ ਧਾਰਮਿਕ ਘਟਨਾਵਾਂ ਘਟਦੀ ਆ ਜਾਂ ਧਾਰਮਿਕ ਚੈਲੰਜ ਹੁੰਦਾ ਆ, ਉਸ ਚੈਲੰਜ ਨੂੰ ਹਮੇਸ਼ਾ ਸਿੱਖ ਐਕਸੈਪਟ ਕਰਨਗੇ ਤੇ ਉਹਦਾ ਮੁਕਾਬਲਾ ਕਰਨਗੇ। ਸੋ ਏਜੰਸੀਆਂ ਜਿਹੜੀਆਂ ਆ ਉਹ ਆਪਣੀ ਕੰਮ ਇਸ ਤਰੀਕੇ ਨਾਲ ਕਰਦੀਆਂ ਆ। ਏਜੰਸੀਆਂ ਕਹਿ ਲਓ ਜਾਂ ਉਸ ਟਾਈਮ ਦੀ ਕਾਂਗਰਸ ਗੌਰਮੈਂਟ ਕਹਿ ਲਓ, ਜਿਹੜੀ ਵੀ ਉਸ ਟਾਈਮ ਤੋਂ ਇਸ ਤਰੀਕੇ ਨਾਲ ਕੰਮ ਕਰਦੀ ਆ ਵੀ ਇੱਥੇ ਕੋਈ ਨਾ ਕੋਈ ਵਾਦ ਵਿਵਾਦ ਪੈਦਾ ਹੋਵੇ। ਦੋਨੇ ਜਿਹੜਾ ਆਪਣਾ ਨਿਰੰਕਾਰੀ ਗੁਰਬਚਨ ਸਿੰਘ ਆਪਣਾ ਸਮਾਗਮ ਕਰ ਰਿਹਾ ਸੀ, ਉਹਨੂੰ ਵੀ ਰੋਕਿਆ ਨਹੀਂ ਗਿਆ। ਇੱਧਰੋਂ ਸਿੰਘ ਚਲੇ ਗਏ, ਉਹ ਵੀ ਉੱਥੇ ਪਹੁੰਚ ਗਏ। ਚਲੋ ਜੋ ਵੀ ਆਪਾਂ ਨੂੰ ਪਤਾ ਆ ਉੱਥੇ ਕੀ ਗੱਲਬਾਤ ਹੋਈ ਆ, ਸਾਰੇ ਦਰਸ਼ਕਾਂ ਨੂੰ ਪਤਾ ਆ। ਪਰ ਉਸ ਤੋਂ ਬਾਅਦ 1984 ਵਾਪਰਦੀ ਆ, ਅਕਾਲ ਤਖਤ ਤੇ ਅਟੈਕ ਕਰਦੀ ਆ ਭਾਰਤੀ ਸਰਕਾਰ। ਹਰ ਇੱਕ ਦੇ ਹਿਰਦੇ ਵਲੂੰਧਰੇ ਜਾਂਦੇ ਆ, ਚਾਹੇ ਕੋਈ ਵੀ ਸਿੱਖ ਕਿਤੇ ਵੀ ਬੈਠਾ ਆ, ਜਿਹੜੀ ਮਰਜ਼ੀ ਸੋਚ ਰੱਖਦਾ ਉਹਨੂੰ ਬਹੁਤ ਦੁੱਖ ਤੇ ਦਰਦ ਹੁੰਦਾ ਦਿਲ ਦੇ ਵਿੱਚ। ਲੋਕੀ ਰੋਂਦੇ ਆ, ਧਾਹਾਂ ਮਾਰ ਰੋਂਦੇ ਆ। ਉਹ ਜਦੋਂ ਲੋਕਾਂ ਦੀ ਸਿੰਪਥੀ ਜਿਹੜੀ ਆ ਉਦੋਂ ਸਾਰੀ ਜਿਹੜੀ ਸਿੱਖਾਂ ਦੇ ਨਾਲ ਸੀ, ਚਾਹੇ ਉਹ ਇੰਗਲੈਂਡ ਆ, ਚਾਹੇ ਉਹ ਅਮਰੀਕਾ ਆ, ਕੈਨੇਡਾ, ਵੱਖ-ਵੱਖ ਦੇਸ਼ਾਂ ਦੀ। ਉਸ ਤੋਂ ਬਾਅਦ ਅਗਲੀ ਘਟਨਾ ਘਟਦੀ ਆ ਜਿਹੜੀ ਉਹ ਹੈ ਕਨਿਸ਼ਕ ਕਾਂਡ ਦੀ। ਸਰਕਾਰ ਕਨਿਸ਼ਕ ਕਾਂਡ ਜਿਹੜਾ ਆ ਆਪਣੇ ਏਜੰਸੀ ਆਪਣੇ ਬੰਦਿਆਂ ਥਰੂ ਉਹਨੂੰ ਸਟਵਾਉਂਦੇ ਆ। 250-300 ਬੰਦਾ ਮਰਦਾ ਆ। ਪੂਰੇ ਦੁਨੀਆ ਦੇ ਵਿੱਚ ਉਹ ਫਿਰ ਖਬਰ ਚੱਲਦੀ ਆ ਵੀ ਸਿੱਖਾਂ ਨੇ ਜਿਹੜਾ ਜਹਾਜ਼ ਸਿੱਟ ਦਿੱਤਾ। ਵੀ ਜਿਹੜੀ ਸ਼ਾਂਤਮਈ ਸਾਡਾ ਜਿਹੜਾ ਲੋਕਾਂ ਦਾ ਸਾਡੇ ਨਾਲ ਜਿਹੜਾ ਤਿਉ ਸੀ, ਪ੍ਰੇਮ ਸੀ ਜਾਂ ਸਾਡੇ ਪ੍ਰਤੀ ਸਿੰਪਥੀ ਸੀ, ਉਹ ਸਿੰਪਥੀ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਏਡੀ ਵੱਡੀ ਚਾਲ ਚੱਲ ਕੇ ਇੱਕ ਜਹਾਜ਼ ਜਿਹਦੇ ਵਿੱਚ 250 ਬੰਦਾ, ਉਹਨਾਂ ਨੇ ਇਹ ਕੇਅਰ ਨਹੀਂ ਕੀਤੀ ਇਹਦੇ ਵਿੱਚ ਹਿੰਦੂ ਕਿੰਨੇ ਆ, ਸਿੱਖ ਕਿੰਨੇ ਆ, ਗੋਰੇ ਕਿੰਨੇ ਆ, ਉਹਨਾਂ ਨੇ ਉਹ ਬੰਦੇ ਮਰਵਾਏ। ਇਹ ਕਲੀਅਰ ਹੋ ਚੁੱਕਾ ਵੀ ਇਹਦੇ ਵਿੱਚ ਸਰਕਾਰ ਦਾ ਹੱਥ ਸੀਗਾ ਪੂਰਾ। ਉਸ ਤੋਂ ਬਾਅਦ ਇਹ ਘਟਨਾ ਘਟਣ ਤੋਂ ਬਾਅਦ ਸਾਡੇ ਨਾਲ ਸਿੰਪਥੀ ਲੋਕਾਂ ਦੀ ਜਾਂਦੀ ਲੱਗਦੀ ਆ ਬਾਹਰਲੇ ਦੇਸ਼ਾਂ 'ਚ ਵੀ। ਉਸ ਤੋਂ ਬਾਅਦ ਜਿਹੜਾ ਸਤਵੰਤ ਸਿੰਘ ਬੇਅੰਤ ਸਿੰਘ ਆ, ਉਹਨਾਂ ਨੂੰ ਜਦੋਂ ਦੇਖਦੇ ਅਕਾਲ ਤਖਤ ਦੇਖਦੇ ਆ, ਉਹ ਵੀ ਜਾ ਕੇ ਆਪਣੀ ਜਿਹੜੀ ਆ ਰਿਐਕਸ਼ਨ ਦਿੰਦੇ ਆ। ਉਹਦਾ ਨਤੀਜਾ ਜਿਹੜਾ ਆ ਆਪਾਂ ਨੂੰ ਪਤਾ ਆ ਵੀ ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹ ਦਿੱਤਾ ਜਾਂਦਾ। ਉਸ ਤੋਂ ਬਾਅਦ ਕਿੱਡੇ ਸਿੱਖ ਜਿਹੜੇ ਆ ਉਹ ਭਾਈ ਸੁਖਜਿੰਦਰ ਸਿੰਘ ਜਿੰਦਾ ਦੇ ਸੁੱਖਾ ਆ, ਉਹ ਜਨਰਲ ਵੈਦਿਆ ਨੂੰ, ਮਤਲਬ ਇਹ ਗੱਲਾਂ ਜਿਹੜੀਆਂ ਆ ਮੈਂ ਕਰ ਰਿਹਾ, ਇਹ ਤੁਸੀਂ ਦੇਖੋ ਵੀ ਭਾਰਤ ਸਰਕਾਰ ਦੀ ਬੀਜੇਪੀ ਦਾ ਮੈਂਬਰ ਜਿਹੜਾ ਸੱਤਿਆਪਾਲ ਮੇਘਾਲਿਆ ਦਾ ਗਵਰਨਰ ਆ, ਉਹ ਸ਼ਰੇਆਮ ਆਪਣੀ ਸਪੀਚ ਦੇ ਵਿੱਚ ਇਹ ਗੱਲਾਂ ਕਰਦਾ ਆ ਵੀ ਸਿੱਖ ਜਿਹੜੇ ਆ ਉਹ ਕਿਸੇ ਨੂੰ ਬਖਸ਼ਦੇ ਨਹੀਂ ਆ। ਇਹਨਾਂ ਨੂੰ ਜੇ ਇਹ ਆਪਣਾ ਲੈਣ ਆਏ ਆ ਅੰਦੋਲਨ, ਇਹਨਾਂ ਨੂੰ ਛੇਤੀ ਮੋੜੋ, ਇਹਨਾਂ ਦੀਆਂ ਮੰਗਾਂ ਮੰਗ ਕੇ ਇਹਨਾਂ ਨੂੰ ਖਾਲੀ ਵੀ ਨਾ ਭੇਜੋ, ਇਹ ਭੁੱਲਦੇ ਨਹੀਂ ਆ ਕਦੀ ਵੀ। ਵੀ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਜਾ ਕੇ ਲੰਡਨ ਦੇ ਵਿੱਚ ਬਦਲਾ ਲਿਆ। ਹੁਣ ਇਸੇ ਤਰਜ਼ ਤੇ ਜਦੋਂ ਅਸੀਂ ਦੇਖਦੇ ਇਹਨੂੰ ਸਾਰੀ ਘਟਨਾਵਾਂ ਨੂੰ, ਜਦੋਂ ਜਿੱਤ ਕੇ ਗਏ ਆ, ਹੁਣ ਏਜੰਸੀਆਂ ਲਾ ਲਓ ਜਾਂ
ਭਾਜਪਾ ਜਾਂ RSS ਦਾ ਸੈਕੰਡ ਬੰਦੇ ਲਾ ਲਓ, ਜਿਹੜੇ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਛਵੀ ਆ ਉਹ ਖਰਾਬ ਕੀਤੀ ਜਾਵੇ। ਹੁਣ ਆਲੇ ਦੁਆਲੇ ਸਾਰੇ ਪਾਸੇ ਸਰੂਪ ਆ ਗੁਰੂ ਗ੍ਰੰਥ ਸਾਹਿਬ ਦੀ, ਉਹਨੇ ਬੇਅਦਬੀ ਕਰਨੀ ਹੁੰਦੀ ਮੁੰਡੇ ਨੇ, ਉਹ ਬਾਹਰ ਵੀ ਸਰੂਪ ਦੀ ਕਰ ਸਕਦਾ ਸੀ। ਹਰ ਇੱਕ ਨੂੰ ਪਤਾ ਕਿ ਬੱਚੇ ਨੂੰ ਪਤਾ ਕਿ ਦਰਬਾਰ ਸਾਹਿਬ ਦੇ ਵਿੱਚ ਲਾਈਵ ਕੈਮਰੇ ਲੱਗੇ ਹੁੰਦੇ ਆ ਤੇ ਲਾਈਵ ਕੀਰਤਨ ਆਲਵੇਜ਼ ਚੱਲਦਾ ਹੁੰਦਾ ਉੱਥੋਂ, ਔਰ ਸ਼ਾਮ ਨੂੰ ਪ੍ਰਾਈਮ ਟਾਈਮ ਤੇ ਜਾਂਦਾ, ਉਹ ਜਾ ਕੇ ਛਾਲ ਮਾਰ ਕੇ ਇਹ ਘਟਨਾਵਾਂ ਨੂੰ ਪਤਾ ਕਰਦਾ, ਉੱਤੋਂ ਚੱਕ ਕੇ ਲੈ ਕੇ ਜਾਂਦੇ ਆ, ਉਹ ਮਾਰਿਆ ਜਾਂਦਾ। ਪਰ ਇਹ ਦੇਖੋ ਵੀ ਸਾਡੀ ਇਮੇਜ ਜਿਹੜੀ ਆ, ਉਹ ਅਸੀਂ ਕਿਸਾਨ ਅੰਦੋਲਨ ਜਿੱਤ ਕੇ ਆਏ ਆ, ਉਹਦੇ ਵਿੱਚ ਸਿੱਖਾਂ ਦੀ ਇਮੇਜ ਇੰਨੀ ਲੋਕਾਂ ਦੇ ਵਿੱਚ ਵਧੀਆ ਹੋ ਗਈ ਆ, ਉਹਨੂੰ ਖਰਾਬ ਕਰਨ ਲਈ ਪਹਿਲਾ ਜਿਹੜਾ ਘਟਨਾਕ੍ਰਮ ਆ ਉਹ ਬਿਲਕੁਲ ਜੀ ਉਸ ਜਗ੍ਹਾ ਤੇ ਹੋਣਾ ਸੀਗਾ ਉਹਨਾਂ ਦੇ ਹਿਸਾਬ ਨਾਲ, ਵੀ ਜਿੱਥੇ ਐਨੂੰ ਮਤਲਬ ਹਰ ਬੰਦਾ ਜਿਹੜਾ ਆ ਉਹ ਦਰਬਾਰ ਸਾਹਿਬ ਨੂੰ ਪਵਿੱਤਰ, ਉੱਥੇ ਜੇ ਕੋਈ ਬੰਦਾ ਮਰਦਾ ਵੀ ਆ ਤੇ ਹਰ ਬੰਦਾ ਉਹਨੂੰ ਜਸਟੀਫਾਈ ਕਰੂਗਾ, ਇਹ 'ਚ ਕੋਈ ਦੋ ਰਾਮਾ ਨਹੀਂ ਆ। ਜਿਹੜਾ ਵੀ ਬੰਦਾ ਕੋਈ ਇੱਕੀ ਦੁੱਕੀ ਨੂੰ ਛੱਡ ਕੇ ਜਾਂ ਕੋਈ ਜ਼ਿਆਦਾ ਸੂਝਵਾਨ ਜਿਹੜੇ ਕਹਿੰਦੇ ਵੀ ਫਾਂਸੀ ਨਹੀਂ ਦੇਣੀ ਚਾਹੀਦੀ, ਜਿਹੜੇ ਸਾਡੇ ਭਰਾ ਕਹਿੰਦੇ ਆ ਵੀ ਕਿਸੇ ਦਾ ਕਤਲ ਕਰਨਾ ਨਹੀਂ ਚਾਹੀਦਾ, ਸਾਡੇ ਕੋਈ ਅਖਤਿਆਰ ਨਹੀਂ ਆ ਕਿਸੇ ਨੂੰ ਜਾਨੋਂ ਮਾਰਨ ਦਾ, ਕਿਉਂਕਿ ਨਾ ਤਾਂ ਅਸੀਂ ਕਿਸੇ ਨੂੰ ਜਾਨ ਦਿੱਤੀ ਆ ਤੇ ਨਾ ਸਾਨੂੰ ਲੈਣ ਦਾ ਆ। ਕਾਨੂੰਨਨ ਪ੍ਰਕਿਰਿਆ ਜਿਹੜੀ ਆ ਉਹ ਹੋਣੀ ਚਾਹੀਦੀ ਸੀ। ਇਹ ਹਰ ਇੱਕ ਦੇ ਆਪਣੇ ਆਪਣੇ ਇਹਦੇ ਵਿੱਚ ਮੈਂ ਫੇਸਬੁੱਕ ਤੇ ਦੇਖ ਰਿਹਾ ਆ, ਹਰ ਇੱਕ ਦੇ ਆਪਣੀ ਰਾਏ ਆ ਇਹਦੇ ਉੱਪਰ। ਕੁਛ ਕਹਿੰਦੇ ਵਧੀਆ ਕੀਤਾ ਜੀ, ਝਟਕਾਤਾ, ਕੁਛ ਭਰਾ ਕਹਿੰਦੇ ਆ ਨਹੀਂ ਉਹਨੂੰ ਫੜ ਲੈਣਾ ਚਾਹੀਦਾ ਸੀ, ਉਹਨੂੰ ਪਿਆਰ ਨਾਲ ਪੁੱਛਣਾ ਚਾਹੀਦਾ ਸੀਗਾ। ਈਵਨ ਮੈਂ ਕਹਿੰਦਾ ਟੌਰਚਰ ਵੀ ਉਹ ਕਹਿੰਦੇ ਨਹੀਂ ਕਰਨਾ ਚਾਹੀਦਾ ਸੀ, ਪਿਆਰ ਨਾਲ ਪੁੱਛ ਕੇ ਉਹਦੀ ਵੀਡੀਓਗ੍ਰਾਫੀ ਕਰਨੀ ਚਾਹੀਦੀ, ਉਹ ਤੋਂ ਤੁਹਾਡੇ ਕੋਲ ਡਾਟਾ ਮਿਲਦਾ, ਪਰ ਉਹ ਝਟਕਾ ਦਿੱਤਾ। ਉਸ ਤੋਂ ਬਾਅਦ ਜਿਹੜੇ ਬਿਆਨ ਆਉਂਦੇ ਆ, ਮੈਨੂੰ ਉਹਨਾਂ ਤੇ ਹੈਰਾਨੀ ਆਉਂਦੀ ਆ, ਕਿਉਂਕਿ ਅਕਾਲ ਤਖਤ ਦਾ ਜਥੇਦਾਰ ਝੱਟ ਆ ਕੇ ਲਾਈਵ ਹੋ ਕੇ ਬਿਆਨ ਦਿੰਦਾ ਆ ਵੀ ਆਹ ਦੇਖੋ ਜੀ ਜਿਹੜਾ ਵੀ ਅਕਾਲ ਤਖਤ ਇੱਧਰ ਨੂੰ ਆਊਗਾ ਏਦਾਂ ਹੀ ਝਟਕਾਵਾਂਗੇ। ਇਹ ਸਾਡੇ ਜਿਹਨੂੰ ਅਸੀਂ ਕਹਿੰਦੇ ਆ ਪੌਪ ਕਹਿ ਦਓ ਜਾਂ ਜਥੇਦਾਰ ਕਹਿ ਦਓ, ਇਹ ਉਹਦਾ ਬਿਆਨ ਆ, ਸਰਦਾਰ ਹਰਪ੍ਰੀਤ ਸਿੰਘ ਦਾ, ਅਕਾਲ ਤਖਤ ਦੇ ਜਥੇਦਾਰ ਜਿਹੜਾ ਸੁਪਰੀਮ ਹੈ। ਉਹੀ ਜਥੇਦਾਰ ਜਦੋਂ 328 ਸਰੂਪ ਗਾਇਬ ਹੁੰਦੇ ਆ ਜਾਂ ਉਹਨਾਂ ਦੀ ਕਿਤੇ ਸਾਨੂੰ ਲੱਭਦੀ ਨਹੀਂ ਆ, ਉਦੋਂ ਉਸ ਜਥੇਦਾਰ ਦਾ ਕੋਈ ਵੀ ਬਿਆਨ ਨਹੀਂ ਆਉਂਦਾ। ਪਹਿਲਾਂ ਗੁਰਬਚਨ ਸਿੰਘ ਜਥੇਦਾਰ ਸੀ, ਜਦੋਂ ਬਰਗਾੜੀ ਕਾਂਡ ਹੁੰਦਾ ਉਦੋਂ ਵੀ ਕੋਈ ਬਿਆਨ ਨਹੀਂ ਆਉਂਦਾ। ਉਹਦੇ ਨਾਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਇੰਨੀ ਛੇਤੀ ਲਾਈਵ ਹੋ ਕੇ ਬਿਆਨ ਦੇਣਾ ਵੀ ਦੇਖੋ ਇਹਦਾ ਪਿੱਛੇ ਮਕਸਦ ਇਹ ਵੀ ਹੋ ਸਕਦਾ ਬਰਗਾੜੀ ਵਾਲੀਆਂ ਜਿਹੜੀਆਂ ਘਟਨਾਵਾਂ ਆ ਬੇਅਦਬੀਆਂ, ਉਹਦੇ ਪਿੱਛੇ ਅਕਾਲੀਆਂ ਦਾ ਕੋਈ ਹੱਥ ਨਹੀਂ। ਹੁਣ ਅਕਾਲੀਆਂ ਦੇ ਸਰਪ੍ਰਸਤੀ ਅੰਦਰ ਇਹ ਬੇਅਦਬੀ ਹੋਈ ਆ ਤੇ ਅਸੀਂ ਨਾਲ ਹੀ ਬੰਦਾ ਮਾਰ ਦਿੱਤਾ ਆ। ਸੋ ਇਹਦੀਆਂ ਭਾਜੀ ਅਲੱਗ-ਅਲੱਗ ਤਰੀਕੇ ਨਾਲ ਸਾਨੂੰ ਸੋਚਣਾ ਪਊਗਾ। ਜਿਹੜੇ ਭਰਾ ਸਾਡੇ ਸੋਚਦੇ ਆ ਵੀ ਝਟਕਾ ਦੋ, ਮਾਰ ਦੋ, ਕੁਛ ਵੀ ਆ, ਹੁਣ ਅਸੀਂ ਇੱਥੇ ਦੀ ਗੱਲ ਕਰ ਲਈਏ, ਇੱਥੇ 110 ਸਾਲ ਦੀ ਉਹਨੂੰ ਸਜ਼ਾ ਹੋਈ ਆ ਡਰਾਈਵਰ ਨੂੰ, ਉਹਦੇ ਵਾਸਤੇ ਸਾਡੇ ਪੰਜਾਬੀ ਭਰਾ ਕਹਿ ਰਹੇ ਉਹਨੇ 4 ਬੰਦੇ ਮਰੇ ਆ ਉਹਦੇ ਕੋਲੋਂ, ਉਹਦੇ ਲਈ ਕਹਿ ਰਹੇ ਵੀ ਸਾਡੇ ਪੰਜਾਬੀ ਭਰਾ ਵੀ ਨਾਲ ਸਟ੍ਰਾਈਕ ਸ਼ਾਮਲ ਆ। ਬਹੁਤ ਸਾਰੀਆਂ ਪੋਸਟਾਂ ਦੇਖਦਾ ਮੈਂ ਵੀ ਉਹਦੇ ਨਾਲ ਗਲਤ ਹੋਇਆ, ਬੰਦੇ ਨਾਲ 110 ਸਾਲ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ ਉਹਨੂੰ, ਡਰਾਈਵਰ ਨੂੰ। ਮਤਲਬ ਆਪਾਂ ਉਹ 110 ਸਾਲ ਦੀ ਸਜ਼ਾ ਵੀ ਜਿਹੜੀ ਉਹ ਕਹਿੰਦੇ ਗਲਤ ਹੋਇਆ, ਪਰ ਕਿਤੇ ਆਪਾਂ ਘਟਨਾਵਾਂ ਅਲੱਗ-ਅਲੱਗ ਆ, ਪਰ ਮੈਂ ਕਹਿੰਦਾ ਦੇਖਣ, ਇਨਸਾਨੀਅਤ ਪ੍ਰਤੀ ਦੇਖਣ ਦਾ ਨਜ਼ਰੀਆ। ਗੁਰੂ ਸਾਹਿਬ ਨੇ ਹਮੇਸ਼ਾ ਸਾਨੂੰ ਕਿਹਾ ਵੀ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਖਿਮਾ ਹੋਣੀ ਚਾਹੀਦੀ ਆ। ਕਈ ਲੋਕ ਮੈਨੂੰ ਵੀ ਕਹਿਣਗੇ ਵੀ ਇਹ ਇਦਾਂ ਕਿਉਂ ਬੋਲਦਾ ਆ। ਤੁਹਾਨੂੰ ਉਸ ਬੰਦੇ ਨੂੰ ਫੜ ਕੇ ਉਹਦੇ ਤੋਂ ਇਨਕੁਆਇਰੀ ਕਰਕੇ, ਆਪਣੀ ਇਨਕੁਆਇਰੀ ਤਾਂ ਕਰਨੀ ਚਾਹੀਦੀ ਸੀ, ਆਪਣੀ ਕੋਈ ਵੀਡੀਓਗ੍ਰਾਫੀ ਤਾਂ ਕਰਨੀ ਚਾਹੀਦੀ ਸੀ। ਹੁਣ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਗੱਲ ਕਰ ਲਈਏ, ਨਿਸ਼ਾਨ ਇਹ ਸਾਰਾ ਐਂਡ ਦੇ ਵਿੱਚ ਆ ਕੇ ਜਦੋਂ ਉਹਨੂੰ ਤਫਤੀਸ਼ ਕਰਦੇ ਆ, ਇਹ ਕਿਤੇ ਨਾ ਕਿਤੇ ਜਿਹੜੀਆਂ ਏਜੰਸੀਜ਼ ਆ ਉਹਨਾਂ ਦਾ ਹੱਥ ਨਿਕਲਦਾ। ਇੱਕਦਮ ਹੀ ਕਿਸਾਨ ਲੀਡਰ ਹੱਲੇ ਮੱਥਾ ਟੇਕ ਕੇ ਸਰੋਪੇ ਲੈ ਕੇ ਗਏ ਆ। ਸ਼੍ਰੋਮਣੀ ਕਮੇਟੀ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਦਿਮਾਗ ਨੂੰ, ਕਿਸਾਨੀ ਦਿਮਾਗ ਨੂੰ, ਪੰਜਾਬ ਦੇ ਦਿਮਾਗ ਨੂੰ ਅਸੀਂ ਜਿਹੜੇ ਸਰੋਪੇ ਦਿੱਤੇ ਆ। ਸੋ ਸਾਡੀ ਇੱਕ ਲਾਅਫੁਲ ਸੁਸਾਇਟੀ ਆ, ਕਾਨੂੰਨਨ ਸਾਨੂੰ ਵੀ ਕੁਛ ਜਿਹੜੀਆਂ ਗੱਲਾਂ ਦੇਖਣੀਆਂ ਚਾਹੀਦੀਆਂ ਆ, ਕਿਉਂਕਿ ਇਹ ਅੰਧਾ ਕਾਨੂੰਨ ਜਿਹੜਾ ਆ ਇਹ ਸਾਡੇ ਨਾਲ ਵੀ ਵਾਪਰਿਆ, ਸਿੱਖਾਂ ਨਾਲ। ਸਾਡੇ ਮੁੰਡੇ, ਸਾਡੇ ਟੀਨੇਜਰ, ਸਾਡੇ ਯੰਗਸਟਰ, ਸਾਡੇ ਨਾਲ ਕਈ ਪੜ੍ਹਦੇ ਵਿਦਿਆਰਥੀ ਜਿਹੜੇ ਪੁਲਿਸ ਨੇ ਚੱਕ ਕੇ ਗੋਲੀ ਦਾ ਸ਼ਿਕਾਰ ਕੀਤੇ, ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋਈ। ਖਾਲੜਾ ਸਾਹਿਬ ਨੇ ਉਹ ਸਾਰੀ ਘਟਨਾਵਾਂ ਕੈਨੇਡਾ ਜਾ ਕੇ ਐਕਸਪਲੇਨ ਕੀਤੀ। ਉਸ ਤੋਂ ਬਾਅਦ ਖਾਲੜਾ ਸਾਹਿਬ ਦਾ ਵੀ ਉਹੀ ਹਸ਼ਰ ਕੀਤਾ ਜੋ ਬਾਕੀ ਲੋਕਾਂ ਦਾ ਕੀਤਾ ਸੀ ਇੰਨੀਆਂ ਲਾਸ਼ਾਂ ਦਾ। ਸੋ ਇਹ ਸਾਰੇ ਪੁਆਇੰਟ ਆਫ ਵਿਊ ਦੇਖਣੇ ਚਾਹੀਦੇ ਵੀ ਸਾਡਾ
ਇਹ ਹੋ ਸਕਦਾ ਮੇਰੀ ਇਹ ਸੁਜੈਸ਼ਨ ਹੋਵੇ, ਹੋ ਸਕਦਾ ਇਹ ਮੇਰੀ ਜਿਹੜੀ ਗੱਲ ਆ ਕਿਸੇ ਨੂੰ ਚੰਗੀ ਲੱਗੇ, ਕਿਸੇ ਨੂੰ ਮਾੜੀ ਲੱਗੇ, ਪਰ ਕਿਸੇ ਨੂੰ ਮਾਰਨਾ ਜਿਹੜਾ ਆ ਮੇਰੇ ਹਿਸਾਬ ਨਾਲ ਵੀ ਉਹ ਸਾਡਾ ਅਖਤਿਆਰ ਨਹੀਂ ਆ। ਉਹ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਇਹਨਾਂ ਗੱਲਾਂ ਤੋਂ, ਕਿਉਂਕਿ ਜਿਹੜੇ ਬੰਦਿਆਂ ਉੱਥੇ ਫੜ ਕੇ ਲੈ ਗਏ, ਕੁੱਟਿਆ ਮਾਰਿਆ, ਮੈਨੂੰ ਪਤਾ ਜਦੋਂ ਅਸੀਂ ਪਿੰਡਾਂ 'ਚ ਹੁੰਦੇ ਸੀ ਕੋਈ ਚੋਰ ਫੜ ਲਿਆ ਜਾਂਦਾ ਸੀ ਨਾ ਭਾਜੀ, ਉਹਨੂੰ ਫੜ ਕੇ ਬੰਨ੍ਹ ਲਿਆ ਜਾਂਦਾ ਸੀ, ਬੰਨ੍ਹ ਕੇ ਜਿਹਨੇ ਕਦੀ ਕੁੱਤੇ ਦੇ ਡੰਡਾ ਵੀ ਨਹੀਂ ਮਾਰਿਆ ਉਹ ਵੀ ਆ ਕੇ ਵੀ ਇਹਨੇ ਪਿੰਡ 'ਚ ਚੋਰੀ ਕਰਨਾ ਹੈ ਸਾਡੇ 'ਚ, ਉਹ ਵੀ ਆ ਕੇ ਡਾਂਗਾ ਮਾਰਦਾ ਸੀ। ਮੈਨੂੰ ਪਤਾ ਵੀ ਇੱਕ ਵਾਰ ਚੋਰ ਸਾਡੇ ਪਿੰਡ ਫੜਿਆ ਤੇ ਉਹਨੂੰ ਕੁੱਟਿਆ ਮਾਰਿਆ ਸਾਰੀ ਰਾਤ। ਮੈਂ ਛੋਟਾ ਜਿਹਾ ਹੁੰਦਾ ਸੀ ਪਰ ਉਹਨੇ ਕੁਛ ਨਹੀਂ ਬੋਲਿਆ। ਠੰਡਾਂ ਦੇ ਦਿਨ ਸੀ, ਉਹਨੂੰ ਬੋਰੀਆਂ ਦਿੱਤੀਆਂ ਸੌਣ ਨੂੰ ਤੇ ਉਹਦੇ ਕੋਲ ਕਿਤੇ ਡੱਬੀ ਸੀ, ਕਿਤੇ ਡੱਬੀ ਉਹਦੀ ਜੇਬ 'ਚ ਰਹਿ ਗਈ। ਉਹਨੇ ਰਾਤ ਨੂੰ ਉਹ ਬੋਰੀਆਂ ਨਾਲ ਮਤਲਬ ਕਿ ਅੱਗ ਲਾ ਕੇ ਤਾਂ ਦਰਵਾਜ਼ਾ ਜਿਹੜਾ ਜਾਲ ਕੇ ਵਿੱਚੋਂ ਨਿਕਲ ਕੇ ਭੱਜ ਗਿਆ ਸੀ ਜੰਝ ਘਰ 'ਚੋਂ ਸਾਡੇ 'ਚੋਂ। ਇਹ ਮੇਰੇ ਦੇਖਣ ਦੀਆਂ ਗੱਲਾਂ ਆ। ਪਰ ਉਹਨੂੰ ਜਿੰਨਾ ਕੁੱਟਿਆ ਗਿਆ, ਇੱਦਾਂ 3 ਘਟਨਾਵਾਂ ਮੈਂ ਦੇਖੀਆਂ, ਚੋਰਾਂ ਨੂੰ ਕੁੱਟਿਆ ਗਿਆ, ਉਹ ਮੰਨੇ ਹੀ ਨਹੀਂ ਵੀ ਅਸੀਂ ਚੋਰੀ ਕੀਤੀ ਆ। ਮਤਲਬ ਇੰਨਾ ਕੁੱਟਿਆ ਗਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿਹੜਾ ਬੰਦਾ ਪਿੰਡ ਦਾ ਉਹਨੇ ਵੀ ਚਪੇੜ ਮਾਰੀ ਉਹਨੇ ਕੁੱਟਿਆ ਹੋਣਾ। ਸੋ ਇਹ ਗੱਲ ਇੱਦਾਂ ਆ ਵੀ ਇਹਨਾਂ ਨੂੰ, ਸਾਨੂੰ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ। ਮੈਂ ਤਾਂ ਇਹ ਕਹੂੰਗਾ ਇੱਦਾਂ ਦੇ ਮਾਮਲਿਆਂ ਦੇ ਵਿੱਚ ਸਾਨੂੰ ਆਪਣੀ ਗਰਮਜੋਸ਼ੀ ਦੇ ਨਾਲ ਆਪਣੀ ਵਿਵੇਕ ਬੁੱਧ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਆ। ਜੋ ਹੋ ਗਿਆ ਉਹ ਹੁਣ ਵਾਪਸ ਨਹੀਂ ਹੋ ਸਕਦਾ। ਫਿਊਚਰ ਦੇ ਵਿੱਚ ਤਾਂ ਇਹ ਕਹੂੰਗਾ ਵੀ ਸਾਡੇ ਸਿੱਖਾਂ ਨੂੰ ਵਿਵੇਕ ਬੁੱਧ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਆ। ਸਾਡੀ ਰੈਪੂਟੇਸ਼ਨ ਦੁਨੀਆ ਦੇ ਵਿੱਚ ਇਸ ਟਾਈਮ ਨੰਬਰ 1 ਤੇ ਬਣੀ ਹੋਈ ਆ ਫਾਰਮਰਸ ਲਾਅ ਦੇ ਕਾਰਨ। ਸੋ ਸਾਰੇ ਬੰਦਿਆਂ ਨੂੰ, ਕੋਈ ਵੀ ਬੰਦਾ ਪਿੰਡ 'ਚ ਕਿਤੇ ਵੀ ਇੱਦਾਂ ਦੀ ਘਟਨਾ ਵਾਪਰਦੀ, ਆਪਣੇ ਜੋਸ਼ ਦੇ ਨਾਲ ਆਪਾਂ ਜਿੱਦਾਂ ਕਹਿੰਦੇ ਹੋਸ਼ ਜ਼ਰੂਰ ਰੱਖਣੇ ਚਾਹੀਦੇ ਆ। ਹਾਂਜੀ ਭਾਜੀ, ਤੁਹਾਡੀ ਕੋਈ ਗੱਲਬਾਤ? ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਉਹ ਮੈਂ ਪਹਿਲਾਂ ਵੀ ਕਿਹਾ ਇਹ ਅਲੱਗ ਵਿਸ਼ੇ ਆ, ਦੋ ਅਲੱਗ-ਅਲੱਗ ਵਿਸ਼ੇ ਆ ਵੀ ਉਹਦਾ ਰਿਐਕਸ਼ਨ ਹੋਇਆ ਕੀ ਆ ਤਾਂ ਉਹਦਾ ਰਿਐਕਸ਼ਨ ਹੋਣਾ ਕੀ ਚਾਹੀਦਾ ਸੀ। ਆਪਾਂ ਜਿੰਨਾ ਮਰਜ਼ੀ ਕਹੀ ਜਾਈਏ, ਹਮੇਸ਼ਾ 50-50 ਰਹਿਣੇ ਆ ਇਹਦੇ ਤੇ ਲੋਕ। ਜਿਵੇਂ ਮੈਂ ਸਹਿਮਤ ਹਾਂ। ਅਮਰੀਕਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਬੰਦੇ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਹਮੇਸ਼ਾ 50-50 ਹੈ। ਅੱਧੇ ਕਹੋਗੇ ਹੋਣੀ ਚਾਹੀਦੀ, ਅੱਧੇ ਕਹਿੰਦੇ ਨਹੀਂ ਹੋਣੀ ਚਾਹੀਦੀ। ਇੱਦਾਂ ਹੀ ਇਹ ਮਸਲਾ ਹੈ। ਮੈਂ ਇਹ ਕਹਿ ਰਿਹਾ ਵੀ ਜਿਹੜਾ ਰਿਐਕਸ਼ਨ ਹੋਇਆ ਉਹ ਹੋਣਾ ਹੀ ਸੀ। ਨਹੀਂ, ਉਹ ਤਾਂ ਬਿਲਕੁਲ ਮੈਂ ਸਹਿਮਤ ਹਾਂ। ਕਿਉਂਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਘੇਰਾ ਬਣਿਆ ਹੋਇਆ ਨਾ, ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਆਪਾਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਦੇਖ ਚੁੱਕੇ ਆ, ਕਿੰਨੀਆਂ ਉੱਥੇ ਕਿਰਪਾਨਾਂ ਚੱਲੀਆਂ, ਕਿੰਨੀਆਂ ਡਾਂਗਾ ਚੱਲੀਆਂ। ਉਹੀ ਆ ਬੰਦੇ ਦਾ। ਉਹ ਤਾਂ ਆਪਣਿਆਂ ਨੂੰ ਜਿਹੜਾ ਮਾੜਾ ਮੋਟਾ ਜਿਹਨਾਂ ਨੂੰ ਸੋਚ ਨਹੀਂ ਰਲਦੀ ਉੱਤੇ ਕਿਰਪਾਨਾਂ ਕੱਢ ਲੈਂਦੇ ਆ 1 ਸਕਿੰਟ ਦੇ ਵਿੱਚ, ਤੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਬੇਅਦਬੀ ਕਰਨਾ ਹੈ ਉਹਨੂੰ ਬਖਸ਼ੂਗੇ। ਇਹ ਰਿਐਕਸ਼ਨ ਦਾ ਸਰਕਾਰਾਂ ਨੂੰ ਪਤਾ ਸੀ ਵੀ ਇਹੀ ਨਿਕਲਣਾ ਹੈ, ਪਰ ਉਹਦਾ ਰਿਐਕਸ਼ਨ ਦਾ ਅੱਗੋਂ ਰਿਐਕਸ਼ਨ ਕੀ ਹੋ ਰਿਹਾ ਆ, ਉਹ ਨਿਜ਼ਾਮਪੁਰ ਵਾਲੀ ਘਟਨਾ ਆ। ਉਹ ਕਿਉਂ ਵਾਪਰੀ ਆ, ਕਿਉਂ ਬੰਦਾ ਵੱਢਤਾ? ਕਿਉਂਕਿ ਉਸ ਦਿਨ ਸਵੇਰੇ ਦਰਬਾਰ ਸਾਹਿਬ ਵਿੱਚ ਘਟਨਾ ਵਾਪਰੀ ਸੀ। ਬਿਲਕੁਲ, ਜੇ ਦਰਬਾਰ ਸਾਹਿਬ 'ਚ ਉਸ ਦਿਨ ਘਟਨਾ ਨਾ ਵਾਪਰੀ ਹੁੰਦੀ ਤਾਂ ਉਹਨੂੰ ਕੁੱਟ ਮਾਰ ਕੇ ਤੇ ਪੁਲਿਸ ਨੂੰ ਦੇ ਦੇਣਾ ਸੀਗਾ ਤੇ ਉਹਨੂੰ ਪੁੱਛ ਲੈਣਾ ਸੀ ਵੀ ਕੀ ਤੂੰ ਕਰਨਾ, ਇਹ ਚੋਰੀ ਕਰਨਾ ਹੈ, ਅਸੀਂ ਕੀ ਆਇਆ ਸੀ। ਉਹ ਰਿਐਕਸ਼ਨ ਦਾ ਜਿਹੜਾ ਰਿਐਕਸ਼ਨ ਆ ਉਹ ਵੀ ਸਾਨੂੰ ਦਿਮਾਗ 'ਚ ਰੱਖਣਾ ਪੈਣਾ ਵੀ ਪਹਿਲਾਂ ਤਾਂ ਜਦੋਂ ਸਿੰਘੂ ਬਾਰਡਰ 'ਤੇ ਘਟਨਾ ਘਟੀ, ਸਾਰਿਆਂ ਦੇ ਇਹ ਬਿਆਨ ਸੀਗੇ ਵੀ ਭਾਈ ਹੁਣ ਵੱਢਤਾ, ਅੱਜ ਤੋਂ ਬਾਅਦ ਦੇਖਿਓ ਬੇਅਦਬੀ ਨਹੀਂ ਹੁੰਦੀ। ਇਹੀ ਸੀ ਨਾ ਸਾਰਿਆਂ ਦੇ ਬਿਆਨ, ਜਿਹੜੇ ਕਹਿੰਦੇ ਕਾਂ ਮਾਰ ਕੇ ਟੰਗਤਾ ਜੀ, ਕਾਂ ਮਾਰ ਕੇ ਟੰਗਤਾ, ਅੱਜ ਤੋਂ ਬਾਅਦ ਬੇਅਦਬੀ ਨਹੀਂ ਹੋਊਗੀ। ਉਹ ਅੱਗੇ ਤਾਂ ਛੋਟੇ ਮੋਟੇ ਗੁਰਦੁਆਰੇ ਜਾਂਦੇ ਸੀ, ਹੁਣ ਤਾਂ ਦਰਬਾਰ ਸਾਹਿਬ ਪਹੁੰਚ ਗਿਆ। ਹੁਣ ਤਾਂ ਦਰਬਾਰ ਸਾਹਿਬ ਜਿੱਥੇ ਪਤਾ ਆ ਵੀ ਮੈਨੂੰ ਮਾਰ ਕੇ ਟੰਗਣਾ ਆ, ਉੱਥੇ ਪਹੁੰਚ ਗਿਆ ਅਗਲਾ। ਤਾਂ ਕੀ ਹੋਇਆ? ਰਿਐਕਸ਼ਨ ਦਾ ਰਿਐਕਸ਼ਨ, ਐਕਸ਼ਨ ਦਾ ਰਿਐਕਸ਼ਨ। ਫਿਰ ਦਰਬਾਰ ਸਾਹਿਬ ਦੇ ਵਿੱਚ ਮਾਰ ਕੇ ਤੇ ਬਿਆਨ ਆ ਜਾਂਦੇ ਆ ਵੀ ਅਸੀਂ ਹੁਣ ਇਦਾਂ ਹੀ ਕਰਾਂਗੇ। ਦੇਖ ਲਿਓ ਸਵੇਰ ਦੀ, ਕੱਲ੍ਹ ਦੀ ਪੋਸਟਾਂ ਦੇਖ ਲਿਓ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਪੱਤਰਕਾਰ ਕਹਾਉਂਦੇ ਆ ਉਹਨਾਂ ਦੀਆਂ। ਉਹ ਕਹਿੰਦੇ ਇਦਾਂ ਹੀ ਰਿਐਕਸ਼ਨ ਕਰਨਾ ਪੈਣਾ ਤਾਂ ਹੀ ਇਹ ਬੇਅਦਬੀਆਂ ਰੁਕਣੀਆਂ। ਉਹਦੇ ਤੋਂ 4 ਘੰਟੇ 3-4 ਘੰਟੇ ਬਾਅਦ ਇੱਕ ਹੋਰ ਬੇਅਦਬੀ ਹੋ ਜਾਂਦੀ ਹੈ। ਬੇਅਦਬੀ ਹੁੰਦੀ ਆ, ਨਹੀਂ ਹੁੰਦੀ, ਪਰ ਉੱਥੇ ਫਿਰ ਮਾਰਤਾ ਜਾਂਦਾ। ਤੇ ਜਿਨ੍ਹਾਂ ਨੂੰ ਇਹ ਲੱਗਦਾ ਨਾ ਵੀ ਇਹ 2-3 ਕਤਲ ਕਰਨ ਤੋਂ ਬਾਅਦ ਬੇਅਦਬੀਆਂ ਰੁਕ ਜਾਣੀਆਂ, ਤੇ ਤੁਸੀਂ ਬਹੁਤ ਵੱਡੇ ਮੂਰਖ ਆ। ਕਿਉਂਕਿ ਬੇਅਦਬੀਆਂ ਕੋਈ ਆਪ ਹੁਦਰੀਆਂ ਨਹੀਂ ਹੋ ਰਹੀਆਂ, ਇਹ ਸਰਕਾਰੀ ਪਲੈਨਿੰਗ ਦੇ ਤਹਿਤ ਹੋ ਰਹੀਆਂ ਆ। ਇਹੋ ਜਿਹਾ ਬੰਦਾ, ਮੈਂ ਕੱਲ੍ਹ ਵੀ ਕਿਹਾ ਸੀ, ਫਿਰ ਕਹਿੰਦਾ ਆ, ਇੰਡੀਆ ਦੇ ਵਿੱਚ, ਭਾਰਤ ਵਿੱਚ ਇਹੋ ਜਿਹੇ ਬੰਦੇ ਲੱਭਣੇ ਕੋਈ ਔਖੇ ਨਹੀਂ, ਜਿਨ੍ਹਾਂ ਨੂੰ ਚਕਾ ਕੇ ਥੋੜ੍ਹੇ ਪੈਸੇ ਦੇ ਕੇ ਤੁਸੀਂ ਉਹਨੂੰ ਥੋੜ੍ਹੀ ਦੱਸਣਾ ਵੀ ਤੈਨੂੰ ਵੱਢਣਾ ਆ। ਉਹ ਜਿਹੜਾ ਦਰਬਾਰ ਸਾਹਿਬ 'ਚ ਗਿਆ ਉਹਨੂੰ ਤਾਂ ਇਹ ਕਿਹਾ ਦੇਖਦੇ ਆ ਤੈਨੂੰ ਇੰਨਾ ਦੇਵਾਂਗੇ, 1 ਲੱਖ 2 ਲੱਖ ਦੇਵਾਂਗੇ, ਤੇਰੇ ਪਰਿਵਾਰ ਨੂੰ ਸੰਭਾਲਾਂਗੇ, ਤੂੰ ਸਿਰਫ ਇੰਨਾ ਕੰਮ ਕਰਨਾ, ਜੰਗਲਾਂ ਟੱਪ ਕੇ ਕਿਰਪਾਨ ਚੱਕਣੀ ਆ ਜਿਹੜੀ ਸੋਨੇ ਦੀ ਪਈ ਆ। ਉਹਨੂੰ ਇਹ ਥੋੜ੍ਹਾ ਦੱਸਿਆ ਵੀ ਤੈਨੂੰ ਅੱਗੋਂ ਕੀ ਕਰਨਾ ਹੈ। ਤੇ ਨਾਲ ਆਪਣੇ ਬੰਦੇ ਨੂੰ ਕਿਹਾ ਬਚਣਾ ਨਹੀਂ ਚਾਹੀਦਾ। ਭਾਈ ਸਮਝੋ, ਇਹ ਜਿਹੜਾ ਰਿਐਕਸ਼ਨ ਹੈ ਨਹੀਂ ਰੁਕ ਸਕਦਾ।
ਰਿਐਕਸ਼ਨ ਇੱਦਾਂ ਹੀ ਰਹਿਣਾ ਹੁਣ ਸਿੱਖਾਂ ਦਾ, ਕਿਉਂਕਿ ਸਾਨੂੰ ਪਿਛਲੇ 6 ਸਾਲਾਂ 'ਚ ਕੁਝ ਨਹੀਂ ਮਿਲਿਆ। ਬਰਗਾੜੀ ਕਾਂਡ ਤੋਂ ਬਾਅਦ ਇੰਨਾ ਚਿਰ ਇੰਨੀਆਂ ਉੱਥੇ ਸਿੱਟ ਬਿਠਾਈਆਂ, ਇੰਨਾ ਕੁਝ ਚੱਲਦਾ ਰਿਹਾ, ਉਹੀ ਬਾਰ-ਬਾਰ ਦੇਖਦੇ ਆ ਜੀ, ਦੇਖਦੇ ਪਤਾ ਵੀ ਲੱਗ ਗਿਆ ਆ ਵੀ ਉਹ ਕਿਹਦਾ ਹੱਥ ਸੀਗਾ, ਕਿੱਦਾਂ ਸੀਗਾ। ਕਿਉਂਕਿ ਵਿੱਚ ਜਦੋਂ ਤੁਸੀਂ ਕੋਈ ਵੀ ਏਜੰਸੀਆਂ ਉਹਦੀ ਕਰੂਗੀਆਂ ਕਿਸੇ ਵੀ ਬੇਅਦਬੀ ਦੀਆਂ, ਤੇ ਤਾਰਾਂ ਜਾ ਕੇ ਤਾਂ ਇਹਨਾਂ ਨਾਲ ਜੁੜਨੀਆਂ ਸਿਆਸੀ ਲੀਡਰਾਂ ਨਾਲ ਹੀ। ਬਿਲਕੁਲ ਬਿਲਕੁਲ ਸਿਆਸੀ ਲੀਡਰਾਂ ਨਾਲ ਜੁੜਨੀਆਂ। ਜਦੋਂ ਤਾਰਾਂ ਸਿਆਸੀ ਲੀਡਰਾਂ ਨਾਲ ਜੁੜਦੀਆਂ ਆ, ਤੇ ਫਿਰ ਅੱਜ ਜਿਹੜੇ ਪਾਣੀ ਪੀ ਕੋਸਦੇ ਸੀਗੇ ਟਾਸਕ ਫੋਰਸ ਨੂੰ, ਸ਼੍ਰੋਮਣੀ ਕਮੇਟੀ ਨੂੰ, ਵੀ ਇਹਨਾਂ ਨੇ ਕੁਝ ਨਹੀਂ ਕੀਤਾ, ਇਹਨਾਂ ਦਾ ਵੱਡਾ ਹੱਥ ਸੀਗਾ ਬਰਗਾੜੀ ਵਾਲੇ ਕੇਸ 'ਚ, ਉਹ ਸ਼੍ਰੋਮਣੀ ਕਮੇਟੀ ਜਿੰਦਾਬਾਦ ਦੇ ਅਗਲੇ ਨੇ ਨਾਅਰੇ ਲਵਾਤੇ ਉੱਥੇ ਇੱਕ ਬੰਦਾ ਝਟਕਾ ਕੇ। ਉਹੀ ਉਸੇ ਕਾਂਡ ਦੇ ਵਿੱਚ ਹੀ, ਉਸੇ ਕਾਂਡ 'ਚ ਉਹੀ ਕਾਂਡ ਜੋ ਬਰਗਾੜੀ 'ਚ ਹੋਇਆ ਸੀ। ਉਹ ਜਿਹੜੇ ਉਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਨੇ ਕੁਝ ਕੀਤਾ ਕਿਉਂ ਨਹੀਂ, ਇਹਨਾਂ ਨੂੰ ਸਭ ਪਤਾ ਸੀਗਾ, ਇਹਨਾਂ ਨੇ ਰਾਮ ਰਹੀਮ ਨੂੰ ਮਾਫ ਕਰਤਾ, ਲੈਟਰ ਲਿਖਤਾ, ਇਹ ਕਰਤਾ, ਉਹ ਕਰਤਾ। ਉਹੀ ਕਹਿੰਦੇ ਸ਼੍ਰੋਮਣੀ ਕਮੇਟੀ ਨੇ ਬਹੁਤ ਵਧੀਆ ਕੰਮ ਕੀਤਾ। ਭਾਈ ਸਾਜ਼ਿਸ਼ਾਂ ਸਮਝੋ ਰਾਜਨੀਤੀ ਦੀਆਂ, ਕਿਵੇਂ ਤੁਹਾਡੇ ਦਿਮਾਗ ਨਾਲ ਖੇਡਿਆ ਜਾਂਦਾ, ਕਿਵੇਂ ਇੱਕਦਮ ਪਲਟਾ ਦਿੱਤਾ ਜਾਂਦਾ ਸਾਰਾ ਕੁਛ ਹੀ। ਹੁਣ ਕੱਲ ਦੇ ਅਕਾਲੀ ਤੇ ਸਾਰੇ ਦੁੱਧ ਧੁੱਤੇ ਹੋ ਗਏ ਵੀ ਕੋਈ ਪ੍ਰੋਬਲਮ ਨਹੀਂ, ਦੇਖੋ ਉਹਨਾਂ ਦੇ ਕੰਟਰੋਲ 'ਚ ਹੀ ਆ ਸਾਰਾ ਕੁਛ। ਸੋ ਇਹ ਜਿਹੜਾ ਮੁੱਦਾ ਹੈ, ਤੇ ਆਪਾਂ ਜਿੰਨੀ ਮਰਜ਼ੀ ਗੱਲ ਕਰੀ ਜਾਈਏ, ਰਾਏ ਹਮੇਸ਼ਾ ਦੋ ਰਹਿਣੀਆਂ। ਮੈਂ ਫਿਰ ਕਹਿੰਦਾ ਆ, ਜੋ ਐਕਸ਼ਨ ਦਾ ਰਿਐਕਸ਼ਨ ਹੋਇਆ ਉਹ ਹੋਣਾ ਸੁਭਾਵਿਕ ਸੀਗਾ। ਉਹ ਸਹੀ ਹੋਇਆ ਗਲਤ ਹੋਇਆ ਉਹ ਆਪਾਂ ਬਾਅਦ 'ਚ ਗੱਲ ਕਰ ਸਕਦੇ ਹਾਂ, ਪਰ ਹੋਣਾ ਇਹੀ ਸੀਗਾ। ਔਰ ਜਿੱਥੇ ਜੇ ਖਾਸ ਕਰਕੇ ਦਰਬਾਰ ਸਾਹਿਬ 'ਚ ਕੋਈ ਜਾਂਦਾ ਜਾਂ ਕਿਸੇ ਇਤਿਹਾਸਕ ਗੁਰਦੁਆਰੇ ਜਾਂਦਾ, ਤੇ ਇਹੀ ਰਿਐਕਸ਼ਨ ਹੋਣਾ, ਕਿਉਂਕਿ ਭਾਵਨਾ ਜਿਹੜੀਆਂ ਉਹ ਸਾਡੀਆਂ ਬਹੁਤ ਛੇਤੀ ਭੜਕਦੀਆਂ ਆ ਇਸ ਮਸਲੇ ਦੇ ਉੱਤੇ। ਬਿਲਕੁਲ ਵੀਰ ਬਰਿੰਦਰ ਸਿੰਘ ਜੀ, ਕੋਸ਼ਿਸ਼ ਉਹਨਾਂ ਨੇ ਪਹਿਲਾਂ ਵੀ ਏਜੰਸੀਆਂ ਨੇ ਕੀਤੀ ਸੀ। ਜਦੋਂ ਲੱਗਿਆ ਸੀ ਨਾ ਆਪਣਾ ਮੋਰਚਾ, ਉਦੋਂ ਕੇਸ ਤੱਕ ਅਨੰਦਪੁਰ ਸਾਹਿਬ ਬਿਲਕੁਲ ਉੱਥੇ ਕੋਸ਼ਿਸ਼ ਕੀਤੀ, ਤੇ ਉਦੋਂ ਸਾਡੇ ਸਰਦਾਰ ਦੀਪ ਸਿੰਘ ਸਿੱਧੂ ਹੋਣਾ ਦਾ ਵੀ ਬਿਆਨ ਆਇਆ ਵੀ ਕਿਸਾਨ ਮੋਰਚੇ ਤੇ ਕੀ ਕਰਨ ਜਾਣਾ, ਆਪਾਂ ਉੱਥੇ ਚੱਲੀ ਜਿੱਥੇ ਬੇਅਦਬੀ ਹੋਈ ਆ, ਵੀ ਮੋਰਚਾ ਕਿਸਾਨਾਂ ਤੋਂ। ਤੇ ਉਸ ਟਾਈਮ ਵੀ ਜਦੋਂ ਬਰਗਾੜੀ ਹੋਇਆ, ਉਦੋਂ ਵੀ ਕਿਸਾਨਾਂ ਨੇ ਸਾਰੀਆਂ ਟ੍ਰੇਨਾਂ, ਸਾਰਾ ਕੁਝ ਠੱਪ ਕੀਤਾ ਹੋਇਆ ਸੀ। ਬਹੁਤ ਹਾਈ ਲੈਵਲ ਤੇ ਕਿਸਾਨੀ ਅੰਦੋਲਨ ਚੱਲਦਾ ਸੀ, ਕਿਉਂਕਿ ਆਪਾਂ ਜੁੜੇ ਨਹੀਂ ਸੀ ਉਦੋਂ ਕਿਸਾਨੀ ਅੰਦੋਲਨ ਨਾਲ। ਆਪਾਂ ਨੂੰ ਇੰਨਾ ਪਤਾ ਸੀ ਵੀ ਰੌਲਾ ਪੈ ਰਿਹਾ, ਮਾੜੀ ਮੋਟੀ ਸੋਸ਼ਲ ਮੀਡੀਆ ਤੇ ਖਬਰ ਆ ਰਹੀ ਸੀ, ਤੇ ਉਸੋਂ ਵੀ ਇਹੀ ਕੰਮ ਹੋਇਆ। ਹੁਣ ਵੀ ਕਿਸਾਨ ਅੰਦੋਲਨ ਤੋਂ ਬਾਅਦ ਬਿਲਕੁਲ ਭੁਪਿੰਦਰ ਸਿੰਘ ਜੌਲ ਨੇ ਲਿਖਿਆ, ਕਹਿੰਦਾ ਏਜੰਸੀਆਂ ਬਹੁਤ ਲੰਮੀ ਪਲੈਨਿੰਗ ਨਾਲ ਕੰਮ ਕਰਦੀਆਂ ਨੇ, ਕਾਫੀ ਟਾਈਮ ਪਹਿਲਾਂ ਮਿਸਟਰ ਸਿੱਧੂ। ਸੋ ਬਿਲਕੁਲ ਉਹਨਾਂ ਨੇ ਦੀਪ ਸਿੱਧੂ ਦੀ ਗੱਲ ਕੀਤੀ ਵੀ ਇਹ ਲੰਮੇ ਟਾਈਮ ਨਾਲ, ਲੰਮੇ ਤਰੀਕੇ ਨਾਲ, ਕਿੱਥੇ ਸਭ ਤੋਂ ਵੱਧ ਜਿਹੜਾ ਆ ਉਹ ਨੁਕਸਾਨ ਹੋ ਸਕਦਾ ਸਿੱਖਾਂ ਦਾ, ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੀਆਂ ਵੀ ਜਿੱਥੇ ਇੱਥੇ ਜਿੱਦਾਂ ਕੰਮ ਆਹ ਕੀਤਾ ਜਾਵੇ। ਤਾਂ ਅਗਲਾ ਆਪਾਂ ਵਿਸ਼ੇ ਤੇ ਆਈਏ, ਇਸ ਤੋਂ ਬਾਅਦ ਆਪਾਂ ਕਾਲਾਂ ਵੀ ਲਵਾਂਗੇ। ਮੈਂ ਉਹ ਤੁਹਾਡੀ ਗੱਲ ਕਲੀਅਰ ਕਰ ਦਵਾਂ, ਉਹ ਮਿਸਟਰ ਸਿੱਧੂ ਨਹੀਂ, ਆਪਣੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ GVS ਸਿੱਧੂ ਦੀ ਗੱਲ ਕਰ ਰਹੇ ਹਾਂ GVS ਸਿੱਧੂ, ਸੌਰੀ, ਹਾਂਜੀ ਬਿਲਕੁਲ ਤੁਹਾਡੇ ਮੂੰਹ ਦੀ ਸਿੱਧੂ ਨਹੀਂ, ਬਿਲਕੁਲ GVS ਸਿੱਧੂ ਨੇ ਦਾ ਉਹ, ਮੈਂ ਇਹ ਵੀ ਮੇਰੇ ਪੁਆਇੰਟ ਦਿਮਾਗ ਦੇ ਵਿੱਚ ਸੀਗਾ ਮਿਸਟਰ GVS ਸਿੱਧੂ ਦਾ, ਉਹ ਤਾਂ ਕਲੀਅਰ ਕਰ ਗਿਆ ਵੀ ਇੰਦਰਾ ਗਾਂਧੀ ਨੇ ਜਿਹੜਾ ਅਟੈਕ ਕੀਤਾ ਆ, ਅਟੈਕ ਤੋਂ ਲੈ ਕੇ 84 ਦੇ ਦੰਗੇ ਤੱਕ ਪ੍ਰੀ ਪਲਾਨ ਹੋਏ ਸੀ। ਜੇ ਅਸੀਂ ਅਟੈਕ ਕਰਦੇ ਆ, ਉਸ ਤੋਂ ਬਾਅਦ ਐਕਸ਼ਨ ਦਾ ਰਿਐਕਸ਼ਨ, ਜੇ ਇੰਦਰਾ ਗਾਂਧੀ ਮਰਦੀ ਆ, ਜੇ ਇੰਦਰਾ ਗਾਂਧੀ ਮਰਦੀ ਆ, ਅਗਲੀ ਸਾਡੀ ਰਿਐਕਸ਼ਨ ਇਹ ਆ ਵੀ ਸਿੱਖਾਂ ਨੂੰ ਇੰਨੇ ਮਾਰੋ ਕਿ ਇਹ ਸਾਰੀ ਉਮਰ ਚੇਤੇ ਰੱਖਣ, ਵੀ 84 ਸਾਰੀ ਜ਼ਿੰਦਗੀ ਨਾ ਭੁੱਲਣ। ਔਰ ਬਿਲਕੁਲ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਰਹੇ। ਜਦੋਂ ਵੀ ਕਿਤੇ ਸਾਡਾ ਗੱਲ ਹੁੰਦਾ, ਸਾਨੂੰ 84 ਹਮੇਸ਼ਾ ਚੇਤੇ ਆਉਂਦੀ ਆ। ਹਾਲੇ ਤੱਕ ਲੋਕਾਂ ਨੂੰ ਉਹਨਾਂ ਦੇ ਵਿੱਚ ਇਨਸਾਫ ਨਹੀਂ ਮਿਲਿਆ। ਜੇ ਕਿਤੇ ਉਹੋ ਹੀ ਇਨਸਾਫ ਮਿਲਿਆ ਹੁੰਦਾ 84 ਦੀਆਂ ਘਟਨਾਵਾਂ ਦੇ ਵਿੱਚ ਹੀ, ਤਾਂ ਸ਼ਾਇਦ ਹੋਰ ਗਾਂਹ ਜਿਹੜੇ ਕੰਮ ਆ ਉਹ ਨਾ ਹੁੰਦੇ। ਹਾਂਜੀ ਭਾਜੀ, ਆਪਾਂ ਅਗਲੇ ਮਸਲੇ ਵੱਲ ਵੱਧਦੇ ਚੱਲੀਏ ਵੀ ਜਿਹੜੀ ਹਰਨਾਜ਼ ਸੰਧੂ, ਜਿਹੜੀ ਕੁੜੀ ਪੰਜਾਬ ਦੀ ਆ, ਚੰਡੀਗੜ੍ਹ ਦੀ, ਉਹ ਮਿਸ ਯੂਨੀਵਰਸ ਬਣੀ ਆ, ਉਹਦੇ ਵਿੱਚ ਵੱਖ-ਵੱਖ ਤਰੀਕੇ ਦੇ ਰਿਐਕਸ਼ਨ ਆਏ। ਕਈਆਂ ਨੇ ਕਿਹਾ ਵੀ ਹਾਏ ਹਾਏ ਇਹ ਕੁੜੀ ਬਣ ਗਈ ਆ ਮਿਸ ਯੂਨੀਵਰਸ, ਤਾਂ ਹੁਣ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਆ, ਉਹਨਾਂ ਨੇ ਸਾਰੇ ਕੰਮ ਕਾਰ ਛੱਡ ਕੇ ਤਾਂ ਬਿਕਨੀਆਂ ਪਾਲਣੀਆਂ ਆ। ਕਈਆਂ ਦੀਆਂ ਤਾਂ ਏਦਾਂ ਆ ਵੀ ਜਿੱਦਾਂ ਮੇਰੀ ਘਰੇ ਕੁੜੀ 17-18 ਸਾਲਾਂ ਦੀ ਆ, ਵੀ ਅੱਜ ਹਰਨਾਜ਼ ਸੰਧੂ ਬਣ, ਕੱਲ ਤੋਂ ਹੁਣ ਸੂਟ ਨਹੀਂ ਪਾਊਗੀ, ਉਹ ਬਿਕਨੀ ਪਾ ਕੇ ਬਾਹਰ ਘੁੰਮੂਗੀ। ਏਦਾਂ ਦੇ ਕਈਆਂ ਦੇ ਰਿਐਕਸ਼ਨ ਆਏ ਆ। ਕਈਆਂ ਨੇ ਕਿਹਾ ਇਹ ਸੱਭਿਆਚਾਰ ਨਹੀਂ ਆ, ਇਹ ਕਲਚਰ ਨਹੀਂ ਆ। ਕਈਆਂ ਨੇ ਹਰ ਮਤਲਬ ਉਹ ਇੱਕ ਪੰਥਕ ਮਸਲਾ ਬਣਾ ਦਿੱਤਾ। ਮੁੜ ਕੇ ਜਦੋਂ ਮੇਰਾ ਖਿਆਲ ਉਹਦੀ ਦੀਪ ਸਿੱਧੂ ਨਾਲ ਫੋਟੋ ਆਈ ਆ, ਉਸ ਤੋਂ ਬਾਅਦ ਫਿਰ ਥੋੜਾ ਜਿਹਾ ਜਿਹੜਾ ਸ਼ਾਂਤੀ ਹੋਈ ਆ, ਵੀ ਜਿਹੜੇ ਉਹਦੇ ਖਿਮੇ ਦੇ ਬੰਦੇ ਸੀ ਉਹੀ ਰੌਲਾ ਪਾਉਂਦੇ ਸੀ ਜ਼ਿਆਦਾ, ਤੇ ਉਹ ਫਿਰ ਥੋੜਾ ਜਿਹਾ ਉਸ ਮਾਮਲੇ 'ਚ ਸ਼ਾਂਤ ਹੋਏ ਆ। ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਸਵਿਮਿੰਗ ਕਰਨ ਭੇਜਣਾ ਆ, ਕੁੜੀਆਂ ਨੂੰ, ਜਾਂ ਹਾਕੀ 'ਚ ਭੇਜਣਾ ਆ, ਜਾਂ ਟੈਨਿਸ ਦੇ ਵਿੱਚ ਭੇਜਣਾ ਆ, ਜਾਂ ਉਹ ਹਰ
ਚੀਜ਼ ਦਾ ਪਹਿਰਾਵਾ ਆ। ਜਿਹੜਾ ਸਵਿਮ ਸੂਟ ਹੈ ਉਹ ਪਹਿਰਾਵਾ ਇੱਕ ਸਵਿਮਿੰਗ ਕਰਨ ਦੇ ਵਿੱਚ ਉਹਦੇ 'ਚ ਆਸਾਨੀ ਹੁੰਦੀ ਆ, ਇਸ ਕਾਰਨ ਉਹਨਾਂ ਨੇ ਸਵਿਮ ਸੂਟ ਦਾ ਪਹਿਰਾਵਾ ਰੱਖਿਆ ਆ। ਇਹਦੇ ਬਾਰੇ ਵੀ ਥੋੜ੍ਹੀ ਜਿਹੀ ਆਪਣੇ ਸੰਖੇਪ ਵਿੱਚ ਦਰਸ਼ਕਾਂ ਨੂੰ ਦੱਸੋ ਵੀ ਇਹ ਕਿੰਨਾ ਕੁ ਧਰਮ ਨਾਲ, ਕੀ ਇਹਦਾ ਧਰਮ ਨਾਲ, ਇਹਦੇ ਨਾਲ ਧਰਮ ਖਤਮ ਹੋ ਗਿਆ ਜਾਂ ਕਿੱਦਾਂ ਹੋ ਜਾਂਦਾ ਜਾਂ ਕੀ ਗੱਲਬਾਤ ਆ, ਇਹਦੇ ਬਾਰੇ ਵੀ ਥੋੜ੍ਹੀ ਲੋਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਬਿਲਕੁਲ। ਆਪਾਂ ਵੈਸੇ ਤਾਂ ਜਿਹੜਾ ਪਹਿਲਾਂ ਆਪਾਂ ਟੌਪਿਕ 'ਤੇ ਗੱਲ ਕਰ ਰਹੇ ਸੀ ਉੱਤੇ ਥੋੜ੍ਹੀ ਜਿਹੀ ਹੋਰ ਮੈਂ ਗੱਲ ਕਰਨੀ ਚਾਹੁੰਦਾ ਸੀ, ਪਰ ਚਲੋ ਆਪਾਂ ਪਹਿਲਾਂ ਆਹ ਕਰਕੇ ਤੇ ਫਿਰ ਉੱਤੇ ਕਰਦੇ ਹਾਂ। ਉੱਤੇ ਇਹ ਗੱਲ ਕਰਨੀ ਆ ਵੀ ਜਿਹੜੇ ਬੰਦੇ ਪਾਣੀ ਪੀ ਪੀ ਕੇ ਕਿਸਾਨ ਲੀਡਰਾਂ ਨੂੰ ਕੋਸਦੇ ਰਹੇ ਆ ਪਹਿਲੇ ਦਿਨ ਤੋਂ, ਇਹ ਕਾਮਰੇਡ ਆ, ਲਾਲ ਲੀਰਾ ਆ, ਉਹ ਆ ਜਿਹੜਾ ਦਰਬਾਰ ਸਾਹਿਬ 'ਚ ਕਾਂਡ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਫਿਰ ਦੁਬਾਰਾ ਇਹਦੇ ਨਾਲ ਜੋੜ ਕੇ ਕੋਸ ਰਹੇ ਆ, ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਜਦ ਕਿ ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਹੀ ਹੈ ਨਹੀਂ, ਕੋਈ ਮਤਲਬ ਨਹੀਂ ਹੈਗਾ। ਦੇਖੋ ਜੀ, ਲਾਲ ਲੀਰਾ ਨੂੰ ਤਕਲੀਫ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ, ਉਹਨਾਂ ਦਾ ਕੋਈ ਬਿਆਨ ਹੀ ਨਹੀਂ ਆਇਆ, ਕਿਸੇ ਦਾ ਕੋਈ ਗੱਲ ਨਹੀਂ ਹੋਈ। ਜੇ ਆਇਆ ਤਾਂ ਇਹੀ ਆਇਆ ਵੀ ਮਾੜੀ ਆਈ। ਮੈਂ ਜਿੰਨਿਆਂ ਦਾ ਵੀ ਦੇਖਿਆ ਬਿਆਨ ਵੀ ਇਹ ਬਹੁਤ ਮਾੜੀ ਘਟਨਾ ਆ, ਬਹੁਤ ਮਾੜੀ ਘਟਨਾ। ਪਰ ਇਹ ਹਰੇਕ ਚੀਜ਼ ਨੂੰ ਆਪਣੇ ਹੱਕ 'ਚ ਕਰਦੇ, ਉੱਤੇ ਆਪਾਂ ਬਾਅਦ 'ਚ ਗੱਲ ਕਰਦੇ। ਪਹਿਲਾਂ ਚਲੋ ਆ ਤੁਹਾਡੇ ਵਾਲੀ ਗੱਲ 'ਤੇ ਕਰ ਲਈਏ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕੀਤੀ ਆ ਨਾ ਵੀ ਜਿਨ੍ਹਾਂ ਦੇ ਇਹ ਬਿਆਨ ਆਏ ਵੀ ਭਾਈ ਆ ਦੇਖ ਲਓ ਵੀ ਉਹਨੇ ਹੁਣ ਮਿਸ ਯੂਨੀਵਰਸ ਬਣੀ ਆ, ਉੱਥੇ ਇੱਕ ਇੱਦਾਂ ਦਾ ਹੁੰਦਾ ਆ ਕੰਟੈਸਟ ਜਿਹਦੇ ਵਿੱਚ ਉਹਨਾਂ ਨੂੰ ਬਿਕੀਨੀ ਪਾਉਣੀ ਹੀ ਪੈਂਦੀ ਆ, ਨਹੀਂ ਤਾਂ ਉਹ ਨਾਨ ਕੁਆਲੀਫਾਈ ਹੋ ਜਾਂਦੇ। ਇੱਕ ਨੇ ਨਹੀਂ ਪਾਈ, ਕੋਈ ਮੁਸਲਮਾਨ ਕੁੜੀ ਸੀਗੀ, ਉਹਦੇ 'ਚ ਉਹਨਾਂ ਨੂੰ 0 ਪੁਆਇੰਟ ਮਿਲਦਾ, ਉਸ ਦੇ ਵਿੱਚੋਂ ਤਾਂ ਜਿੱਤਣ ਦਾ ਕੋਈ ਚਾਂਸ ਨਹੀਂ ਰਹਿ ਜਾਂਦਾ। ਫਿਰ ਉਹਨਾਂ ਨੂੰ ਆਉਣਾ ਹੀ ਨਹੀਂ ਚਾਹੀਦਾ ਇਸ ਕੰਟੈਸਟ 'ਚ, ਕਿਉਂਕਿ ਇਹ ਨਹੀਂ ਵੀ ਤੁਹਾਨੂੰ ਖੜੇ ਪੈਰ ਦੱਸਦੇ ਆ, ਇਹ ਤੁਹਾਨੂੰ ਪਹਿਲਾਂ ਹੀ ਪਤਾ ਆ ਵੀ ਉਹਦੇ ਵਿੱਚ ਇੱਕ ਜਿਹੜਾ ਆ ਉਹ ਇੱਦਾਂ ਦਾ ਵੀ ਹੈਗਾ ਆ। ਸੋ ਉਹ ਬਹਿਰੀਨ ਵਾਲੀ ਨੂੰ ਆਉਣਾ ਹੀ ਨਹੀਂ ਚਾਹੀਦਾ ਉੱਥੇ, ਕਿਉਂਕਿ ਉਹਨੂੰ ਪਤਾ ਆ ਵੀ ਇਹ ਕੰਮ ਹੋਣਾ। ਪਰ ਉਹ ਮੈਸੇਜ ਇੱਕ ਦੇਣਾ ਚਾਹੁੰਦੀ ਸੀ, ਉਹਨੇ ਦਿੱਤਾ, ਬੜਾ ਵਧੀਆ ਆ, ਵੈਰੀ ਗੁੱਡ ਮੈਸੇਜ ਫॉर ਦੈਮ। ਹੁਣ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੀਆਂ ਬੇਟੀਆਂ, ਸਾਡੀਆਂ ਕੁੜੀਆਂ ਇਹ ਦੇਖ ਕੇ ਕੱਲ੍ਹ ਨੂੰ ਬਿਕੀਨੀ ਪਾ ਲਊਗੀਆਂ, ਇਹਦਾ ਮਤਲਬ ਵੀ ਤੁਹਾਡੇ ਬੱਚੇ ਤੁਹਾਡੀ ਨਹੀਂ ਸੁਣਦੇ, ਉਹ ਹਰਨਾਜ ਦੀ ਜ਼ਿਆਦਾ ਦੇਖ ਕੇ ਸੁਣਦੇ ਆ, ਜਾਂ ਟੀਵੀ ਨੂੰ ਜ਼ਿਆਦਾ ਫੋਲੋ ਕਰਦੇ ਆ, ਜਾਂ ਮੀਡੀਆ ਨੂੰ ਜ਼ਿਆਦਾ ਫੋਲੋ ਕਰਦੇ ਆ। ਤੇ ਵੀਰੋ, ਜੇ ਉਹ ਟੀਵੀ ਨੂੰ ਤੇ ਮੀਡੀਆ ਨੂੰ ਫੋਲੋ ਕਰਦੇ ਆ ਤੇ ਹਰਨਾਜ ਕੌਰ ਨੇ ਤਾਂ ਬਹੁਤ ਸਾਰੇ ਕੱਪੜੇ ਪਾਏ ਹੋਏ ਸੀ ਉੱਥੇ। ਤਾਂ ਤੁਹਾਨੂੰ ਕੋਈ ਮੂਵੀ ਦੇਖ ਲਓ, ਕੋਈ ਗਾਣਾ ਦੇਖ ਲਓ, ਉਹੀ ਬੰਦੇ ਅਗਲੇ ਦਿਨ ਇੱਦਾਂ ਦੇ ਗਾਣੇ ਉਹ ਪ੍ਰਮੋਟ ਕਰ ਰਹੇ ਹੁੰਦੇ ਆ। ਉਹ ਚਾਹੇ ਸਿੱਧੂ ਮੂਸੇਵਾਲੇ ਦੇ ਹੋਣ, ਚਾਹੇ ਦਲਜੀਤ ਦੇ ਹੋਣ, ਚਾਹੇ ਕਿਸੇ ਦਲਜੀਤ ਦੋਸਾਂਝ ਦੇ ਹੋਣ, ਚਾਹੇ ਐਮੀ ਵਿਰਕ ਦੇ ਹੋਣ, ਜਿਹਦੇ ਵਿੱਚ ਕੁੜੀਆਂ ਨੇ ਉਤੋਂ ਵੀ ਘੱਟ ਕੱਪੜੇ ਪਾਏ ਹੁੰਦੇ ਆ। ਉਹੀ ਬੰਦੇ ਵੀ ਤੁਹਾਡੇ ਬੱਚੇ ਤੁਹਾਡੇ ਘਰ ਟੀਵੀ ਦੇ ਉੱਤੇ ਜਦੋਂ ਤੁਸੀਂ ਗਾਣਾ ਦੇਖਦੇ ਆ, ਵਾਹ 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 ਵਾਹ, ਉਦੋਂ ਨਹੀਂ ਉਹਨਾਂ 'ਤੇ ਅਸਰ ਹੁੰਦਾ ਵੀ ਹਰਨਾਜ ਕੌਰ ਦਾ ਜ਼ਿਆਦਾ ਅਸਰ ਹੋ ਗਿਆ। ਕਿਉਂ? ਕਿਉਂਕਿ ਉਹ ਸਿੱਖਾਂ ਦੀ ਧੀ ਹੈ। ਭਾਈ ਮੈਂ ਫਿਰ ਕਹਿੰਦਾ, ਤੁਸੀਂ ਆਪਣਾ ਧਰਮ ਕਿਸੇ ਉੱਤੇ ਨਹੀਂ ਲੱਦ ਸਕਦੇ। ਸਾਨੂੰ ਮੁਸਲਮਾਨਾਂ ਨਾਲ ਕੀ ਪ੍ਰੋਬਲਮ ਸੀਗੀ? ਇੰਨੇ ਸਾਲ ਜਿਹੜਾ ਮੁਸਲਮਾਨਾਂ ਨਾਲ ਸਾਡਾ 200 ਸਾਲ ਤੱਕ ਲੜਾਈ ਚੱਲਦੀ ਰਹੀ, ਕਿਉਂ ਸੀ? ਕਿਉਂਕਿ ਜ਼ਬਰਦਸਤੀ ਤੁਹਾਨੂੰ ਇਸਲਾਮ ਧਾਰਨ ਕਰਨ ਨੂੰ ਕਹਿ ਰਹੇ ਸੀ। ਹੁਣ ਥੋੜ੍ਹਾ ਚਿਰ ਪਹਿਲਾਂ ਪਿਛਲੇ ਸਾਲ ਕਿਉਂ ਇੰਨਾ ਰੌਲਾ ਪਾਇਆ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਅਫਗਾਨਿਸਤਾਨ 'ਚੋਂ ਕੱਢਿਆ ਜਾਵੇ? ਕਿਉਂ ਪਾਇਆ? ਕਿਉਂਕਿ ਉੱਥੇ ਕੱਟੜਪੰਥੀ ਆ, ਉਹ ਆਪਣੇ ਤਰੀਕੇ ਨਾਲ ਤੁਹਾਨੂੰ ਚਲਾਉਣਾ ਚਾਹੁੰਦੇ ਆ। ਉਦੋਂ ਤਾਂ ਤੁਸੀਂ ਕਹਿੰਦੇ ਸਿੱਖਾਂ ਨੂੰ ਉੱਥੋਂ ਕੱਢ ਲਓ, ਤੇ ਇਹ ਕਹਿੰਦੇ ਇੱਥੇ ਕੱਟੜਪੰਥੀ ਬਣਾ ਦਿਓ, ਉੱਦਾਂ ਦਾ ਹੀ ਸਭ ਕੁਛ, ਵੀ ਨਾ ਕੁੜੀ ਬੁਰਕਾ ਪਾ ਕੇ ਘੁੰਮੇ, ਤੇ ਬੰਦੇ ਜਿਹੜੇ ਆ ਜਿਹੜਾ ਮਾੜਾ ਮੋਟਾ ਕਰਦਾ ਉਹਨੂੰ ਵੱਢ ਦਿਓ, ਕੋਈ ਗੱਲ ਨਹੀਂ। ਇਹੀ ਕੁਛ ਤਾਂ ਉਹ ਕਰਦੇ ਆ ਤਾਲਿਬਾਨ। ਉੱਥੇ ਤੁਹਾਨੂੰ ਕੀ ਦਿੱਕਤ ਕੀ ਆ? ਕਈਆਂ ਨੇ ਤਾਲਿਬਾਨਾਂ ਦੇ ਹੱਕ 'ਚ ਵੀ ਪੋਸਟਾਂ ਪਾਈਆਂ ਇਹਨਾਂ ਮਾਮਲਿਆਂ 'ਚ ਵੀ ਉਹ ਜੋ ਕਰਦੇ ਆ ਠੀਕ ਕਰਦੇ ਆ, ਤੇ ਫਿਰ ਦੂਜੇ ਪਾਸੇ ਕਹਿੰਦੇ ਉੱਥੋਂ ਕੱਢੋ ਸਿੱਖਾਂ ਨੂੰ, ਵੀ ਕਿਤੇ ਸਾਡੇ ਤੇ ਨਾ ਇਹ ਕਾਂਡ ਵਾਪਰ ਜਾਵੇ। ਭਾਈ, ਸ਼ੁਰੂ ਤੋਂ ਜਦੋਂ ਦਾ ਸਿੱਖ ਧਰਮ ਹੋਂਦ 'ਚ ਆਇਆ ਆ, ਕਿਸੇ ਇਤਿਹਾਸ 'ਚੋਂ, ਕਿਸੇ ਚੀਜ਼ 'ਚੋਂ ਤੁਹਾਨੂੰ ਕੋਈ ਕਿਤੇ ਵੀ ਇਹ ਲਿਖਿਆ ਮਿਲਦਾ ਵੀ ਸਿੱਖੀ ਦੇ ਵਿੱਚ ਜਿਹੜੀ ਔਰਤ ਆ ਉਹ ਬੰਦੇ ਦੇ ਬਰਾਬਰ ਨਹੀਂ ਆ, ਉਹਨੂੰ ਢੱਕ ਕੇ ਰੱਖੋ, ਤਾਂ ਮੈਨੂੰ ਦਿਖਾ ਦਿਓ। ਮੈਂ ਤਾਂ ਨਹੀਂ ਪੜ੍ਹਿਆ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਵੀ ਕੰਪੀਟੀਸ਼ਨ 'ਚ ਜਾਣਾ ਚਾਹੀਦਾ। ਉਹ ਭਾਈ, ਕੋਈ ਗੁਰੂ ਗ੍ਰੰਥ ਸਾਹਿਬ ਮੈਨੂਅਲ ਥੋੜ੍ਹੀ ਆ ਤੁਹਾਡਾ ਜ਼ਿੰਦਗੀ ਜੀਣ ਦਾ, ਵੀ ਕਿੱਦਾਂ ਤੁਸੀਂ, ਇਹ ਤਰੀਕਾ ਹੈ ਗੁਣਾਂ ਨੂੰ ਧਾਰਨ ਦਾ ਮੈਨੂਅਲ ਆ, ਨਾ ਕਿ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ, ਕੀ ਖਾਣਾ ਤੇ ਕੀ ਨਹੀਂ ਖਾਣਾ। ਕੋਟ ਪਾਉਣਾ, ਪੈਂਟ ਪਾਉਣੀ, ਸ਼ਰਟ ਪਾਉਣੀ, ਅਸੀਂ ਹਰ ਗੱਲ ਨੂੰ ਉੱਥੇ ਲੈ ਆਉਂਦੇ ਆ। ਗੁਰੂ ਗ੍ਰੰਥ ਸਾਹਿਬ ਤਾਂ ਸਾਡਾ ਇਹ ਮੈਨੂਅਲ ਹੈ, ਇਹ ਐਨਸਾਈਕਲੋਪੀਡੀਆ, ਇਹ ਸਾਡਾ ਗੁਰੂ ਆ। ਇਹਨੂੰ ਕਿੱਦਾਂ ਸਹੀ ਕਰਨਾ, ਚੰਗੇ ਇਨਸਾਨ ਕਿੱਦਾਂ ਬਣਨੇ, ਗੁਣ ਚੰਗੇ, ਉਹ ਇੱਥੇ ਲਾਕ ਲਾਉਂਦਾ। ਜਿਹੜੀ ਗੰਦੀ ਸੋਚ ਹੈ ਆਪਣੀ ਨਾ, ਗੰਦੀ ਸੋਚ ਵਾਲੇ ਤਾਂ ਸੂਟ ਵਾਲੇ ਨੂੰ ਵੀ ਗੰਦੀ ਅੱਖਾਂ ਨਾਲ ਦੇਖਣਾ। ਮੈਂ ਉਹੀ ਗੱਲ ਕਰਨ ਲੱਗਾ ਸੀ, ਅੱਖਾਂ ਨਾਲ ਦੇਖਣਾ। ਹਾਂਜੀ ਭਾਈ, ਦੇਖੋ ਜਗਮੋਹਨ ਸਿੰਘ ਜੀ, ਦੁਨੀਆ ਦੇ ਅੰਕੜੇ ਕੱਢ ਲਓ ਬਲਾਤਕਾਰ ਦੇ, ਰੇਪ ਕੇਸ ਦੇ, ਇੰਡੀਆ ਨੰਬਰ 1 ਆ, ਔਰ ਜਿਹੜੇ ਮੁਸਲਿਮ ਕੰਟਰੀ ਆ ਉਹ ਬਾਅਦ 'ਚ ਨੰਬਰ 2, 3, 4, 5, ਜਿਹੜੇ ਗਾਂ ਵਧੂ ਕੰਟਰੀ ਆ ਬਹੁਤ ਪਿੱਛੇ ਆ। ਇੱਥੇ ਤਾਂ ਕੋਈ ਕੱਪੜੇ ਦੀ ਕੋਈ
ਕਿਸੇ ਦਾ ਕੰਟਰੋਲ ਨਹੀਂ ਹੈਗਾ। ਤੁਸੀਂ ਜਿਮ ਜਾਂਦੇ ਆ, ਅਗਲੀਆਂ ਨੇ ਬਕੀਨੀ ਤੋਂ ਵੀ ਘੱਟ ਪਾਏ ਹੁੰਦੇ ਆ। ਇੰਡੀਆ ਦੇ ਵਿੱਚ ਖਾਸ ਕਰਕੇ ਮੁਸਲਮਾਨ ਕੰਟਰੀਆਂ 'ਚ, ਦੁਬਈ ਵਗੈਰਾ 'ਚ ਬੁਰਕੇ ਪਾਏ ਹੁੰਦੇ ਆ। ਉੱਥੇ ਕਿਉਂ ਰੇਪ ਹੁੰਦੇ ਆ? ਦੂਜੇ ਕੰਟਰੀ ਦੁਬਈ 'ਚ ਨਹੀਂ ਹੁੰਦੇ, ਉੱਥੇ ਘੱਟ ਹੁੰਦੇ ਕਿਉਂਕਿ ਉੱਥੇ ਸਖਤ ਆ ਬਹੁਤ ਉਹਨਾਂ ਦਾ। ਪਰ ਜਿਹੜੇ ਮੁਸਲਮਾਨ ਕੰਟਰੀਆਂ 'ਚ ਜਾਂ ਇੰਡੀਆ 'ਚ ਇੰਨੇ ਰੇਪ ਦੇ ਕੇਸ ਆ, ਉੱਥੇ ਤਾਂ ਕੱਪੜੇ ਢੱਕ ਕੇ ਹੋਏ ਹੁੰਦੇ ਆ। ਔਰ ਦੇਖਿਓ ਬਹੁਤਾਦ ਜਿਹੜੇ ਰੇਪ ਦੇ ਕੇਸ ਆ, ਬਹੁਤਾਦ ਉਹ ਉਹਨਾਂ ਤੇ ਨਹੀਂ ਹੁੰਦੇ ਜਿਹਨਾਂ ਨੇ ਥੋੜ੍ਹੇ ਕੱਪੜੇ ਪਾਏ ਹੁੰਦੇ ਆ, ਉਹ ਉਹਨਾਂ ਨਾਲ ਹੁੰਦੇ ਆ ਜਿਹਨਾਂ ਨੇ ਜ਼ਿਆਦਾ ਕੱਪੜੇ ਪਾਏ ਹੁੰਦੇ ਆ। ਕਿਉਂ? ਜਿਨ੍ਹਾਂ ਨੇ ਗੰਦਗੀ ਦੇਖਣੀ, ਉਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਨਾ, ਸੂਟ 'ਚੋਂ ਵੀ ਗੰਦਗੀ ਦਿਖਣੀ ਆ, ਔਰ ਜਿਨ੍ਹਾਂ ਨੂੰ ਨਹੀਂ ਦਿਖਣੀ ਉਹਨਾਂ ਨੂੰ ਬਕੀਨੀ 'ਚੋਂ ਵੀ ਨਹੀਂ ਦਿਖਣੀ। ਉਹਨਾਂ ਨੂੰ ਬਕੀਨੀ 'ਚ ਵੀ ਉੱਧਰ ਨੂੰ ਧਿਆਨ ਨਹੀਂ ਜਾਣਾ। ਜੇ ਤੁਹਾਡਾ ਜਾ ਰਿਹਾ, ਪ੍ਰੋਬਲਮ ਤੁਹਾਡੇ 'ਚ ਆ, ਨਾ ਕਿ ਬਕੀਨੀ ਪਾਉਣ ਵਾਲੇ 'ਚ ਆ। ਪ੍ਰੋਬਲਮ ਤੁਹਾਡੇ ਦਿਮਾਗ ਦੇ ਵਿੱਚ ਆ, ਤੁਹਾਨੂੰ ਗਲਤ ਸੋਚ ਦੇ ਵਿੱਚ ਆ। ਉਹੀ ਬੰਦੇ ਥੋੜ੍ਹੇ ਦਿਨ ਪਹਿਲਾਂ ਮੀਆਂ ਖਲੀਫਾ ਦੀਆਂ ਪੋਸਟਾਂ ਸ਼ੇਅਰ ਕਰ ਰਹੇ ਸੀ ਕਿਸਾਨੀ ਅੰਦੋਲਨ ਦੇ। ਮੀਆਂ ਖਲੀਫਾ ਵੀ ਤਾਂ ਪੋਰਨ ਮੂਵੀਆਂ 'ਚ ਕੰਮ ਕਰਦੀ ਆ, ਜਾਂ ਹੋਰਾਂ ਦੀਆਂ ਜਿਨ੍ਹਾਂ ਦੀਆਂ ਤੁਸੀਂ ਕਰ ਰਹੇ ਸੀ। ਤੇ ਜੇ ਸਾਡੀ ਇੱਕ ਸਿੱਖ ਕੁੜੀ ਪਹਿਲੀ ਵਾਰੀ ਮਿਸ ਯੂਨੀਵਰਸ ਬਣ ਗਈ ਆ, ਤਾਂ ਤੁਸੀਂ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ। ਹਰ ਬੰਦੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਅਧਿਕਾਰ ਆ। ਮੈਂ ਪ੍ਰਮੋਟ ਨਹੀਂ ਕਰ ਰਿਹਾ ਵੀ ਕੱਪੜੇ ਥੋੜ੍ਹੇ ਪਾਓ। ਇੱਕ ਮੈਨੂੰ ਕਹਿੰਦਾ ਤੁਸੀਂ ਫੇਸਬੁੱਕ ਤੇ ਤੁਸੀਂ ਚਾਹੋਗੇ ਵੀ ਤੁਹਾਡੀ ਬੇਟੀ ਮਿਸ ਯੂਨੀਵਰਸ, ਮੈਂ ਵਾਈ ਨਾਟ? ਮਿਸ ਯੂਨੀਵਰਸ ਬਣਨਾ ਕੋਈ ਵੇਸ਼ਵਾ ਥੋੜ੍ਹੀ ਆ ਬਣ ਰਹੇ। ਤੁਸੀਂ ਉਹਨੂੰ ਇੱਦਾਂ ਪ੍ਰਮੋਟ ਕਰ ਰਹੇ ਵੀ ਜਿਵੇਂ ਉਹ ਬਹੁਤ ਜ਼ਿਆਦਾ ਗਲਤ ਗੱਲ ਹੁੰਦੀ। ਦੇਖੋ ਜੀ, ਇਹ ਤਾਂ ਪਲੈਨਿੰਗ ਹੁੰਦੀ ਆ ਜੀ, ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ। ਉਹ ਭਰਾਵਾ ਬਖਸ਼ੋ, ਕਿੱਥੋਂ ਤੁਸੀਂ ਦਿਮਾਗ ਲੈ ਕੇ ਆਉਂਦੇ ਆ? ਇਹ ਕੋਆਪਰੇਟ ਦੀ ਪਲੈਨਿੰਗ ਹੁੰਦੀ ਆ, ਇਹ ਤਾਂ ਬਣਾਈ ਗਈ ਆ ਜੇ ਕਿਉਂਕਿ ਕਿਸਾਨੀ ਮਸਲਾ ਚੱਲਦਾ ਸੀਗਾ। ਵੀ ਉਹਦਾ ਕਿਸਾਨੀ ਮਸਲੇ ਨਾਲ ਕੀ ਸੰਬੰਧ ਆ? ਉਹਦਾ ਬਾਹਰਲੀਆਂ ਕੰਟਰੀਆਂ ਦਾ ਬਸ ਆ ਜਿਹੜਾ ਨਾ ਸਾਡਾ ਬਾਕਸ ਬਹੁਤ ਛੋਟਾ ਆ। ਪ੍ਰੋਬਲਮ ਇਹ ਆ, ਉਹ ਬਾਕਸ ਚੋਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ। ਉਦੋਂ ਅਮੋਲ ਕਬੀਰ ਨੇ ਵੀ ਗੱਲ ਕੀਤੀ ਸੀ ਵੀ ਜਿਹੜਾ ਬਾਕਸ 'ਚ ਰਹਿ ਕੇ ਅਸੀਂ ਕੰਫਰਟੇਬਲ ਫੀਲ ਕਰਦੇ, ਉਹ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਆਉਣਾ ਚਾਹੁੰਦੇ। ਭਾਈ ਸਾਡਾ ਧਰਮ ਪਹਿਲਾ ਧਰਮ ਸੀ ਜਿਹਨੇ ਕਿਹਾ ਔਰਤ ਨੂੰ ਭਾਈ ਬਾਹਰ ਨਿਕਲ ਕਰੋ, ਤੈਨੂੰ ਫੁੱਲ ਆਜ਼ਾਦੀ ਆ, ਤੂੰ ਬਾਹਰ ਨਿਕਲ ਕੇ ਤੂੰ ਲੜਾਈ 'ਚ ਜਾਣਾ, ਲੜਾਈ 'ਚ ਜਾ, ਕੰਮ ਕਰਨਾ ਕੰਮ ਕਰ, ਜੋ ਕਰਨਾ ਕਰ। ਅਸੀਂ ਵਾਪਸ ਉਹਨੂੰ ਇਸਲਾਮ ਵਾਲੇ ਪਾਸੇ ਨੂੰ ਕਿਉਂ ਤੋਰਨਾ ਚਾਹੁੰਦੇ ਆ? ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਅਕਬਰ ਨੇ ਕਿਹਾ ਵੀ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਆ ਘੁੰਡ ਪ੍ਰਥਾ ਆ, ਇਹ ਗੁਰੂ ਅਮਰਦਾਸ ਪਾਤਸ਼ਾਹ ਨੇ ਘੁੰਡ ਪ੍ਰਥਾ ਜਿਹੜੀ ਆ ਉਹ ਚੁਕਾਈ ਆ। ਨਹੀਂ ਤਾਂ ਪਹਿਲਾਂ ਮੈਂ ਆਪਣੀ ਕਿਹੜੇ ਜ਼ਮਾਨੇ 'ਚ ਗੁਰੂ ਸਾਹਿਬ ਨੇ ਗੱਲ ਕੀਤੀ ਆ, ਤੀਜੇ ਪਾਤਸ਼ਾਹ ਨੇ, ਵੀ ਘੁੰਡ ਨਹੀਂ ਹੋਣਾ ਚਾਹੀਦਾ। ਤੇ ਮੈਂ ਆਪਣੇ ਮਤਲਬ ਛੋਟੇ ਹੁੰਦੇ ਨੇ ਵੀ ਦੇਖਿਆ ਵੀ ਸਾਡੀਆਂ ਕਈ ਤਾਈਆਂ ਚਾਚੀਆਂ ਉਹ ਹੱਲੇ ਵੀ ਲੰਮਾ ਘੁੰਡ ਪਈ, ਭਾਈਆ ਆ ਗਿਆ ਲੰਮਾ ਘੁੰਡ ਜਿਹੜਾ ਸੱਟ ਕੇ ਵੀ ਪਤਿਆਰਾ ਆ ਗਿਆ, ਸਹੁਰਾ ਆ ਗਿਆ, ਤੇ ਗੱਲ ਕਰਦੀਆਂ ਸੀ। ਮੇਰੇ ਸਾਹਮਣੇ ਸਾਡੇ ਰਿਸ਼ਤੇਦਾਰੀਆਂ 'ਚ ਕਈ ਜਗ੍ਹਾ ਇਹ ਐਲੀਮੀਨੇਟ ਹੋਇਆ ਆ, ਇਹ ਸਾਡੀ ਅੱਖਾਂ ਦੇ ਵਿੱਚ। ਕਿਉਂਕਿ ਆਪਣੀ ਪੀੜ੍ਹੀ ਜਿਹੜੀ ਆ, ਵੀਰ ਵਰਿੰਦਰ ਸਿੰਘ ਜੀ, ਸਭ ਤੋਂ ਵੱਧ ਚੇਂਜਸ ਜੇ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ, ਸਾਇੰਸ ਦੇ ਵਿੱਚ ਆਏ ਆ, ਸਭ ਤੋਂ ਵੱਧ ਚੇਂਜਸ ਆਪਣੀ ਪੀੜ੍ਹੀ ਨੇ ਦੇਖੇ ਆ। ਜਿਹੜੇ 74 ਤੋਂ 70, 68 ਤੋਂ ਬਾਅਦ ਦੇ ਬੋਰਨ ਆ ਜਿਹੜੇ, ਉਹਨਾਂ ਨੇ ਸਭ ਤੋਂ ਵੱਧ ਚੇਂਜਸ ਫੈਮਿਲੀ ਹੈ। ਔਰ ਦੂਜੀ ਗੱਲ ਆ, ਜਿਹੜਾ ਕੋਈ ਵੀ ਕੰਪੀਟੀਸ਼ਨ ਆ, ਉਹ ਇੱਕ ਕੰਪੀਟੀਸ਼ਨ ਦੇ ਤੌਰ ਤੇ ਲਾਓ। ਉਹਦੇ ਵਿੱਚ ਤੁਹਾਨੂੰ ਕੱਲਾ ਬਿਊਟੀ ਨਹੀਂ, ਬਿਊਟੀ ਦੇ ਨਾਲ ਤੁਹਾਡਾ ਵਰਲਡ ਨੌਲੇਜ ਕੀ ਆ, ਜੀਕੇ ਜਿਹਨੂੰ ਕਹਿੰਦੇ ਜਰਨਲ ਨੌਲੇਜ, ਉਹ ਕੀ ਆ। ਤੀਜਾ, ਉਹਦੇ ਵਿੱਚ ਇਹ ਗਿਣਿਆ ਜਾਂਦਾ ਵੀ ਇਹਨੇ ਸਮਾਜ ਪ੍ਰਤੀ ਕਿਹੜੀਆਂ ਸੇਵਾਵਾਂ ਕੀਤੀਆਂ। ਆਪਾਂ ਨੂੰ ਪਤਾ ਕਿ ਜਿਹੜੀ ਸੁਸ਼ਮਿਤਾ ਸੈਨ ਐਕਟਰਸ ਆ, ਉਹਨੇ ਵਿਆਹ ਨਹੀਂ ਕੀਤਾ, ਉਹਨੇ ਅਡਾਪਟ ਕੀਤੇ ਆ ਬੱਚੇ, ਠੀਕ ਹੈ ਨਾ। ਸੋ ਬਹੁਤ, ਉਹ ਵੀ ਮਿਸ ਯੂਨੀਵਰਸ ਰਹੀ ਆ ਸੁਸ਼ਮਿਤਾ ਸੈਨ। ਮਤਲਬ ਬਹੁਤ ਸਾਰੇ ਇੱਦਾਂ ਦੇ ਸਮਾਜ ਪ੍ਰਤੀ ਉਹਦੇ ਕੰਮ ਦੇਖੇ ਜਾਂਦੇ ਆ ਵੀ ਸਮਾਜ ਪ੍ਰਤੀ, ਇਹ ਸਮਾਜ ਦੀ ਭਲਾਈ ਲਈ ਕੁੜੀਆਂ ਕਿਹੜਾ ਕੰਮ ਕਰ ਰਹੀਆਂ, ਕੋਈ ਚੈਰਿਟੀ ਕਰ ਰਹੀਆਂ, ਕਿਸੇ ਚੈਰਿਟੀ ਨਾਲ ਇਹ ਬਿਲੋਂਗ ਕਰਦੀਆਂ, ਇਹਨਾਂ ਨੂੰ ਸੋਚ ਹੈ ਕਲਾਈਮੇਟ ਬਾਰੇ, ਇਹਨਾਂ ਦੀ ਕੀ ਸੋਚ ਆ। ਸੋ ਉਹਨਾਂ ਚੀਜ਼ਾਂ ਦੇ ਬਾਅਦ ਇਹ ਜਿਹੜਾ ਆ ਸਿਸਟਮ ਆ ਉਹਦੇ ਵਿੱਚ ਆਉਂਦਾ ਆ। ਹੁਣ ਆਪਾਂ ਵੀਰ ਪ੍ਰੀਤ ਮਹਿੰਦਰ ਸਿੰਘ, ਮੈਂ ਉਹੀ ਗੱਲ ਕਰਨ ਲੱਗਾ, ਵੀਰ ਪ੍ਰੀਤ ਮਹਿੰਦਰ ਹੋਣਾ ਦੇ ਜਵਾਬ ਦੇਣ ਲੱਗਾ ਮੈਂ। ਹਾਂਜੀ, ਉਹ ਕਹਿੰਦੇ ਵੀ ਇਹਨੂੰ ਜਸਟੀਫਾਈ ਕਰੋ ਵੀ ਇਹ ਜਿਹੜੇ ਇਵੈਂਟ ਹੁੰਦੇ ਆ, ਇਹਨਾਂ ਦਾ ਪਰਪਸ ਕੀ ਆ। ਦੋ ਤਰ੍ਹਾਂ ਦੇ ਇਵੈਂਟ ਹੁੰਦੇ ਆ, ਮਿਸਟਰ ਯੂਨੀਵਰਸ ਤੇ ਮਿਸ ਯੂਨੀਵਰਸ। ਕਦੀ ਸਵਾਲ ਕੀਤਾ ਮਿਸਟਰ ਯੂਨੀਵਰਸ ਦਾ ਜਿਹੜਾ ਕੰਪੀਟੀਸ਼ਨ ਹੈ ਉਹਦਾ ਪਰਪਸ ਕੀ ਆ? ਕਿਉਂ ਨਹੀਂ ਕੀਤਾ? ਇਹ ਸਵਾਲ ਸਾਡੇ ਦਿਮਾਗ 'ਚ ਕਿਉਂ ਨਹੀਂ ਆਇਆ ਵੀ ਮਿਸਟਰ ਯੂਨੀਵਰਸ ਦਾ ਜਿਹੜਾ ਕੰਪੀਟੀਸ਼ਨ ਆ ਉਹਦਾ ਪਰਪਸ ਕੀ ਆ? ਜਿੱਥੇ ਬਾਡੀ ਦਿਖਾਉਣੀ ਹੁੰਦੀ ਆ ਬੰਦੇ ਨੇ ਇੱਕ ਛੋਟੀ ਜਿਹੀ ਚੱਡੀ ਪਾ ਕੇ, ਤੇ ਮਿਸ ਯੂਨੀਵਰਸ ਵਾਲੇ 'ਚ ਸਾਨੂੰ ਪ੍ਰੋਬਲਮ ਆ ਵੀ ਇਹਦਾ ਪਰਪਸ ਕੀ ਆ। ਦੇਖੋ, ਬੰਦੇ ਨੂੰ ਜਦੋਂ
ਆਈਕਨ ਹੁੰਦਾ ਨਾ ਬੰਦਾ, ਪਹਿਲਾਂ ਤੋਂ ਲੈ ਕੇ ਅੱਜ ਤੱਕ ਉਹਨੂੰ ਐਜ਼ ਏ ਤਾਕਤ ਦੇਖਿਆ ਜਾਂਦਾ ਬੰਦੇ ਨੂੰ, ਵੀ ਤਾਕਤ ਕਿੰਨੀ ਆ, ਸ਼ਕਤੀ ਕਿੰਨੀ ਆ, ਮਸਲ ਕਿੰਨੇ ਆ, ਪਾਵਰ ਕਿੰਨੀ ਆ। ਔਰਤ ਨੂੰ ਆਈਕਨ ਦੇਖਿਆ ਜਾਂਦਾ ਬਿਊਟੀ ਕਿੰਨੀ ਆ, ਸੋਹਣੀ ਕਿੰਨੀ ਆ, ਸਮਾਰਟ ਕਿੰਨੀ ਆ। ਇਹ ਦੋ ਚੀਜ਼ਾਂ ਦੇਖੀਆਂ ਜਾਂਦੀਆਂ। ਜੇ ਮਿਸਟਰ ਯੂਨੀਵਰਸ ਦੇ ਕੰਪੀਟੀਸ਼ਨ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ, ਤਾਂ ਮਿਸ ਯੂਨੀਵਰਸ ਦੇ 'ਚ ਕਿਉਂ ਆ? ਕਿਉਂਕਿ ਸਾਡੀ ਸੋਚ ਸੌੜੀ ਆ। ਅਸੀਂ ਆਪਣੇ ਨਜ਼ਰੀਏ ਨਾਲ ਔਰਤ ਨੂੰ ਵੀ ਦੇਖਣਾ ਚਾਹੁੰਦੇ ਹਾਂ। ਇੱਕ ਹੋਰ ਗੱਲ ਦੱਸਦਾ ਮੈਂ ਭਾਜੀ, ਇਹਦੇ ਵਿੱਚ ਬਿਊਟੀਫੁਲ ਕੁੜੀਆਂ ਤਾਂ ਹਰਨਾਜ ਨੂੰ ਵੀ ਬਹੁਤ ਹੋਣੀਆਂ ਆ। ਬਿਲਕੁਲ ਬਿਲਕੁਲ। ਇਹਦੇ ਵਿੱਚ ਇਕੱਲੀ ਬਿਊਟੀ ਨਹੀਂ ਦੇਖੀ ਜਾਂਦੀ, ਚ ਬਿਊਟੀ, ਇੰਟੈਲੈਕਚੁਅਲ ਜੀ, ਜਨਰਲ ਨੌਲੇਜ, ਸਮਾਜ ਪ੍ਰਤੀ ਜ਼ਿੰਮੇਵਾਰੀਆਂ, ਜਿਹਦੇ ਚ ਉਹ ਹੁੰਦੀਆਂ ਵੀ ਇਹ ਜਿਹੜਾ ਆਪਾਂ ਕਹਿੰਦੇ ਗੁਣ ਵੀ ਨਾਲ ਦੇਖੇ ਜਾਂਦੇ ਆ। ਕੱਲੀ ਇੱਕ ਬਿਕਨੀ ਸੂਟ ਦੇਖ ਕੇ ਨਹੀਂ, ਬਿਕਨੀ ਸੂਟ ਨੂੰ ਤਾਂ ਅੱਧੀਆਂ ਬਿਕਨੀਆਂ ਤੇ ਵੀ ਲੋਕ ਉੱਥੇ ਆ ਜਾਣਗੇ, ਸੋਹਣੀਆਂ ਕੁੜੀਆਂ, ਪਰ ਉੱਥੇ ਨਾਲ ਦੇਖਿਆ ਜਾਂਦਾ ਵੀ ਇਹ ਯੂਨੀਵਰਸ ਦੇ ਵਿੱਚ ਸਮਾਜ ਪ੍ਰਤੀ ਕੀ ਕਰਦੇ ਆ, ਕੀ ਨਹੀਂ ਕਰਦੇ। ਅਸੀਂ ਇਹਦੀ ਕੋਈ ਇਹ ਨਹੀਂ ਕਹਿ ਰਹੇ ਵੀ ਅਸੀਂ ਮਿਸ ਯੂਨੀਵਰਸ ਕੰਪੀਟੀਸ਼ਨ ਕਰਾਉਣਾ ਆ ਜਾਂ ਇਦਾਂ ਆ, ਅਸੀਂ ਸਿਰਫ ਉਹਨੂੰ ਵਿਆਖਿਆ ਕਰ ਰਹੇ ਉਹਦੀ ਵੀ ਕਿਹੜੇ ਤਰੀਕੇ ਨਾਲ ਉਹ ਇਦਾਂ ਹੀ ਮਿਸਟਰ ਯੂਨੀਵਰਸ ਦੇਖਿਆ ਤਾਂ ਸਟਰੋਂਗੈਸਟ ਮੈਨ ਇਨ ਦ ਵਰਲਡ, ਜਿਹਦੇ ਮਸਲਸ ਬਣਾਏ ਹੋਣ, ਕਿੰਨੀ ਮਿਹਨਤ ਕੀਤੀ ਉਹਨੇ, ਕੀ ਕੀਤਾ ਉਹ ਮਿਸਟਰ ਇਹਦੇ। ਇਹ ਹੁੰਦਾ ਵੀ ਦੁਨੀਆ ਦੇ ਵਿੱਚ ਕੰਪੀਟੀਸ਼ਨ ਹੈ, ਬਹੁਤ ਤਰੀਕੇ ਦੇ ਕੰਪੀਟੀਸ਼ਨ, ਆਪਾਂ ਬਲਦਾਂ ਦੀ ਦੌੜ ਕਰਾਉਂਦੇ ਆ, ਆਪਾਂ ਕਬੱਡੀ ਦੇ ਕੱਪ ਕਰਾਉਂਦੇ ਆ, ਆਪਣੇ ਭਲਵਾਨੀ ਹੁੰਦੀ ਆ, ਭਲਵਾਨੀ ਕਰਾਉਂਦੇ ਆ। ਸੋ ਇਦਾਂ ਹੀ ਹਰ ਦੁਨੀਆ ਦੇ ਵਿੱਚ ਕੁਛ ਇਦਾਂ ਦੇ ਆ ਜਿਹੜੇ ਵਰਲਡ ਲੈਵਲ ਤੇ ਹੁੰਦੇ ਆ। ਹੁਣ ਵਰਲਡ ਲੈਵਲ ਤੇ ਕਬੱਡੀ ਤਾਂ ਹੁੰਦੀ ਨਹੀਂ, ਠੀਕ ਹੈ, ਵਰਲਡ ਲੈਵਲ ਤੇ ਭਲਵਾਨੀ ਹੁੰਦੀ ਆ, ਠੀਕ ਆ। ਕਈ ਗੇਮਾਂ ਜਿੱਦਾਂ ਕ੍ਰਿਕਟ ਹੈ ਉਹ ਵਰਲਡ ਲੈਵਲ ਤੇ ਨਹੀਂ ਹੋ ਸਕਦੀ, ਓਲੰਪਿਕਸ ਨਹੀਂ ਆ ਸਕਦੀ। ਸੋ ਕਈ ਗੇਮਾਂ ਜਿਹੜੀਆਂ ਆ, ਉਹ ਜਿਹੜੀਆਂ ਗੇਮਾਂ ਆ ਜਾਂ ਇੱਦਾਂ ਦੀਆਂ ਈਵੈਂਟਸ ਆ, ਉਹ ਕੀਤੀਆਂ ਜਾਂਦੀਆਂ। ਹੁਣ ਮੇਰਾ ਸਵਾਲ ਇਹ ਵੀ, ਜਦੋਂ ਆਪਾਂ ਸਾਖੀ ਵੀ ਸੁਣੀ ਸਾਰਿਆਂ ਨੇ, ਗੁਰੂ ਨਾਨਕ ਪਾਤਸ਼ਾਹ ਜਦੋਂ ਸ਼੍ਰੀਲੰਕਾ ਗਏ ਆ, ਉੱਥੇ ਉਹਨੇ ਕਿਹਾ ਵੀ ਇਹ ਆਇਆ ਸੰਤ ਜਾਂ ਸਾਧ ਜੋ ਵੀ ਆਇਆ, ਉਹਨੇ ਸਿਰ ਗੁਰੂ ਆਇਆ, ਕਹਿੰਦੇ ਆ ਵੀ ਤੂੰ ਸੋਹਣੀਆਂ ਕੁੜੀਆਂ ਭੇਜੋ ਮੂਹਰੇ। ਤੇ ਗੁਰੂ ਸਾਹਿਬ ਦੀ ਸੋਚ ਜਿਹੜੀ ਆ, ਗੁਰੂ ਸਾਹਿਬ ਕਹਿੰਦਾ ਵੀ ਆਓ ਮੇਰੀਓ ਪੁੱਤਰੀਓ, ਵੀ ਪੁੱਤਰੀਓ ਤੈਨੂੰ, ਜਦ ਕਿ ਗੁਰੂ ਸਾਹਿਬ ਦੀ ਉਮਰ ਉਸ ਟਾਈਮ 31-32 ਸਾਲ, ਜਿਹੜੇ ਇਹਨੂੰ ਟੀਨੇਜਰ ਜਾਂ ਯੰਗ ਏਜ ਆ ਜਿੱਦਾਂ ਪੂਰੀ, ਹਨਾ, ਉਹਨਾਂ ਤੋਂ ਸੋਹਣੀਆਂ ਸੋਹਣੀਆਂ ਕੁੜੀਆਂ 5-7 ਭੇਜੀਆਂ ਜਾਂਦੀਆਂ, ਰਾਜੇ ਨੂੰ ਰਾਜਾ ਪਰਖਣ ਨੂੰ ਭੇਜਦਾ ਆ। ਤੇ ਗੁਰੂ ਸਾਹਿਬ ਦੀ ਸੋਚ ਜਿਹੜੀ ਆ, ਉਹੀ ਸਾਨੂੰ ਵੀ ਤਾਂ ਉਹੀ ਸੋਚ ਅਪਣਾਉਣੀ ਚਾਹੀਦੀ ਹੈ ਨਾ। ਉਹਨੇ ਕਿਹਾ ਹਾਂ ਪੁੱਤਰੀਓ ਤੈਨੂੰ ਕੀ ਚਾਹੀਦਾ ਆ, ਮੈਂ ਤੁਹਾਡੀ ਕਿੱਦਾਂ ਹੈਲਪ ਕਰ ਸਕਦਾ ਆ, ਕਿੱਦਾਂ ਆ। ਸੋ ਉਹ ਗੱਲ ਸਾਰੀ ਇੱਥੇ ਸੋਚ ਦੀ ਆ। ਹੁਣ ਕਮਰਸ਼ੀਅਲ ਸਿਸਟਮ ਹੋ ਗਿਆ। ਕਮਰਸ਼ੀਅਲ ਸਿਸਟਮ ਹੋਣ ਕਰਕੇ, ਜਿੱਦਾਂ ਹੁਣ ਕਾਰਪੋਰੇਟ ਗੱਲ ਦੀ ਗੱਲ ਕਰਦੇ ਵੀ ਬਿਊਟੀ ਆ ਜਾਂ ਕੋਈ ਪ੍ਰੋਡਕਟ ਆ, ਜਾਂ ਕ੍ਰਿਕਟਰ ਜੇ ਕੋਕ ਪੀਂਦਾ ਆ, ਕਿਹਨੂੰ ਨਹੀਂ ਪਤਾ ਕੋਕ ਜ਼ਹਿਰੀਲਾ ਆ, ਕਿਹਨੂੰ ਨਹੀਂ ਪਤਾ ਕੋਕ ਜਾਂ ਪੈਪਸੀ ਜਿਹੜੇ ਆ ਉਹ ਸਿਹਤ ਲਈ ਗੁੱਡ ਨਹੀਂ ਆ। ਵੱਡੇ ਵੱਡੇ ਸਟਾਰ, ਵੱਡੇ ਵੱਡੇ ਕ੍ਰਿਕਟਰ ਸਭ ਕਰਦੇ ਆ। ਪਹਿਰਾਵਾ ਜਿਹੜਾ ਆ ਉਹ ਤੁਹਾਡਾ ਆਪਣੀ ਚੁਆਇਸ ਆ, ਤੁਸੀਂ ਕਿਸੇ ਤੇ ਥੋਪ ਨਹੀਂ ਸਕਦੇ। ਜਿਵੇਂ ਤੁਸੀਂ ਧਰਮ ਨਹੀਂ ਕਿਸੇ ਤੇ ਥੋਪ ਸਕਦੇ, ਤੁਸੀਂ ਆਜ਼ਾਦ ਹੋ। ਸਿੱਖ ਧਰਮ ਇੱਕ ਆਜ਼ਾਦ ਧਰਮ ਹੈ, ਕੋਈ ਵੀ ਬਣਾ ਸਕਦਾ। ਤੇ ਕਈ ਛੱਡਦੇ ਵੀ ਆ, ਕਈ ਲਾਈਵ ਹੋ ਕੇ ਬਾਲ ਕੱਟ ਜਾਂਦੇ ਆ, ਕਹਿੰਦੇ ਅਸੀਂ ਰੱਖਣਾ, ਚੱਕੋ। ਉਹ ਪੁਜਾਰੀ ਨੂੰ ਕਹਿ ਜਾਂਦੇ ਆ, ਜਦ ਕਿ ਗੁਰਬਾਣੀ ਕਹਿੰਦੀ ਠਾਕੁਰ ਕਾ ਸੇਵਕ ਸਦਾ ਪੁਜਾਰੀ, ਪਰ ਉਹ ਕਹਿੰਦੇ ਆ ਚੱਕ ਪੁਜਾਰੀ, ਆਪਣੀ ਸਿੱਖੀ ਬਾਲ ਕੱਟ ਕੇ ਚੱਲ ਮੇਰੇ ਭਾਈ, ਸਤਿ ਸ੍ਰੀ ਅਕਾਲ। ਹਰ ਆਕਣੀਆਂ, ਹੁਣ ਮੱਖਣੀ ਲਾ ਲਈ ਆਪਾਂ, KS ਮੱਖਣ, ਪਹਿਲਾਂ ਉਹਨੇ ਜਦੋਂ ਉਹਦੇ ਕੇਸ 'ਚ ਗਏ, ਉਹਨੇ ਦਾੜੀ ਕੇਸ ਰੱਖ ਲਏ, ਬਾਅਦ 'ਚ ਉਹਨੇ ਬਹਾਨਾ ਬਣਾ ਕੇ ਉਹ ਆਪਣੇ ਗੁਰਦਾਸ ਮਾਨ ਦਾ ਕਟਾ ਕੇ ਸਾਰੇ ਚੱਕ ਕੇ ਮਾਰ ਕੇ ਚੱਲ ਮੇਰੇ ਭਾਈ ਸਤਿ ਸ੍ਰੀ ਅਕਾਲ। ਸੋ ਇੱਦਾਂ ਅਸੀਂ ਥੋੜ੍ਹੀ ਚਿਰ ਇਸ 'ਤੇ ਰੌਲਾ ਪਾਉਂਦੇ ਹਾਂ। ਪਰ ਜਿਹੜਾ ਇਹ ਇੱਕ ਹੋਰ ਵੀਰ ਦਾ ਬਹੁਤ ਵਧੀਆ ਹੈ, ਜਤਿੰਦਰ ਸਿੰਘ ਦਾ, ਕਹਿੰਦਾ ਸਿੱਖ ਸੱਭਿਆਚਾਰ ਵਿੱਚ ਪਹਿਰਾਵਾ ਕਿਹੋ ਜਿਹਾ ਹੋਵੇ। ਉਹੀ ਗੱਲ ਕਰਨ ਲੱਗਾ ਸੀ ਹੁਣ। ਦੇਖੋ, ਜਦੋਂ ਆਪਾਂ ਗੱਲ ਕਰਦੇ ਸੱਭਿਆਚਾਰ ਦੀ, ਸੱਭਿਆਚਾਰ ਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ। ਫਿਰ ਕਹਿੰਦਾ ਮੈਂ, ਸੱਭਿਆਚਾਰ ਤੇ ਧਰਮ ਦੋ ਅਲੱਗ-ਅਲੱਗ ਵਿਸ਼ੇ ਆ। ਹਾਂ, ਧਰਮ ਦੇ ਵਿੱਚੋਂ ਸੇਧ ਜ਼ਰੂਰ ਲਈ ਜਾ ਸਕਦੀ ਆ ਵੀ ਇਹ ਸਾਡਾ ਸੱਭਿਆਚਾਰ ਕਿਹੋ ਜਿਹਾ ਹੋਵੇ। ਦੂਜੀ ਗੱਲ ਹੈ, ਜਿਹੜਾ ਸੱਭਿਆਚਾਰ ਹੁੰਦਾ ਆ ਉਹ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਆ। ਸੱਭਿਆਚਾਰ ਇੱਕੋ ਨਹੀਂ ਹੁੰਦਾ। ਜੋ ਅੱਜ ਤੋਂ 400 ਸਾਲ ਪਹਿਲਾਂ ਪੁਰਾਣਾ ਸੱਭਿਆਚਾਰ ਸੀ, ਉਹੀ 300 ਸਾਲ ਹੋਵੇ, ਉਹੀ 200 ਸਾਲ, ਉਹੀ 100 ਸਾਲ ਪਹਿਲਾਂ ਹੋਵੇ, ਉਹੀ ਅੱਜ ਹੋਵੇ, ਇੱਦਾਂ ਨਹੀਂ ਹੁੰਦਾ ਕਦੇ ਵੀ। ਉਹ ਫਿਰ ਸੱਭਿਆਚਾਰ ਨਹੀਂ ਹੋਇਆ। ਜਿਹੜੀਆਂ ਕੌਮਾਂ ਉਸੇ ਸੱਭਿਆਚਾਰ 'ਚ ਵਿਚਰਦੀਆਂ ਰਹਿੰਦੀਆਂ, ਜਿਹੜਾ ਅੱਜ ਤੋਂ 300 ਸਾਲ 400 ਸਾਲ ਪੁਰਾਣਾ ਸੀਗਾ, ਉਹ ਜਾਂ ਤਾਂ ਇੱਥੇ ਜਿਹੜੇ ਅਮਰੀਕਾ ਦੀ ਪਹਿਲਾਂ ਐਗਜ਼ਾਮਪਲ ਦਵਾਂ, ਅਮਰੀਕਾ ਵਿੱਚ ਉਹ ਚਲੇ ਜਾਂਦੇ ਆ ਪਹਾੜਾਂ 'ਚ, ਉੱਥੇ ਜਾ ਕੇ ਰਹਿੰਦੇ ਆ। ਜਾਂ ਜਿਹੜੇ ਇੰਡੀਅਨਸ ਆ, ਉਹਨਾਂ ਨੇ ਵੱਖਰਾ ਆਪਣਾ ਇੱਕ ਜਗ੍ਹਾ ਬਣਾਈ ਹੋਈ ਆ ਵੀ ਜਿਹੜਾ ਸਾਡਾ ਸੱਭਿਆਚਾਰ ਆ ਅਸੀਂ ਕਾਇਮ ਰੱਖਣਾ ਆ, ਅਸੀਂ ਉਨੀ ਕੁ ਜਗ੍ਹਾ 'ਚ ਸੀਮਿਤ ਰਹਿਣਾ, ਅਸੀਂ ਸੁਸਾਇਟੀ 'ਚ ਨਹੀਂ ਵਿਚਰਨਾ। ਜਿਹੜੀ ਸੁਸਾਇਟੀ ਆ ਉਹਦਾ ਆਪਣਾ ਇੱਕ ਆਪ ਦਾ ਇੱਕ ਸੱਭਿਆਚਾਰ ਹੁੰਦਾ ਆ। ਹੁਣ ਤੁਸੀਂ
15ਵੀਂ ਸਦੀ 16ਵੀਂ ਸਦੀ 17ਵੀਂ ਸਦੀ ਦਾ ਸੱਭਿਆਚਾਰ ਜੇ ਆ ਕੇ ਅਮਰੀਕਾ ਦੇ ਵਿੱਚ ਲਾਸ ਐਂਜਲਸ 'ਚ ਲਾਗੂ ਕਰਨਾ ਚਾਹੋ, ਨਹੀਂ ਹੋ ਸਕਦਾ। ਅੱਜ ਡਿਵਰਸੀਫਿਕੇਸ਼ਨ ਹੋ ਚੁੱਕੀ ਆ, ਦੁਨੀਆ ਹਰ ਪਾਸੇ ਫੈਲ ਚੁੱਕੀ ਆ, ਪੰਜਾਬੀ ਹਰ ਥਾਂ ਤੇ ਜਾ ਚੁੱਕੇ ਆ। ਜੇ ਗੁਰੂ ਨਾਨਕ ਪਾਤਸ਼ਾਹ ਮੱਕੇ ਜਾਂਦੇ ਆ ਤੇ ਨੀਲੇ ਕੱਪੜੇ ਪਾਉਂਦੇ ਆ, ਉਹ ਆਪਣਾ ਸੱਭਿਆਚਾਰ ਥੋੜ੍ਹੀ ਛੱਡ ਗਏ ਆ ਵੀ ਮੈਂ ਕਿਹੜੇ ਕੱਪੜੇ ਪਾਉਣੇ ਚਾਹੀਦੇ, ਨੀਲੇ ਪਾਏ ਆ। ਕਿਉਂ ਪਾਏ ਆ? ਕਿਉਂਕਿ ਉੱਥੇ ਦਾ ਸੱਭਿਆਚਾਰ ਇਹ ਆ ਭਾਈ। ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਸਾਰੇ ਆਪਣੇ ਕੱਪੜੇ ਲਾ ਦਿਓ, ਬਕੀਨੀਆਂ ਪਾ ਲਓ ਕੁੜੀਆਂ ਨੂੰ, ਪਰ ਹਰ ਬੰਦੇ ਨੂੰ ਆਪਣੇ ਤੌਰ ਤੇ ਜ਼ਿੰਦਗੀ ਜਿਉਣ ਦਾ ਅਧਿਕਾਰ ਆ। ਜੇ ਤੁਸੀਂ ਸ਼ੋਰਟ ਪਾ ਕੇ ਨਿੱਕਰ ਪਾ ਕੇ ਬਾਹਰ ਨਿਕਲਦੇ ਆ ਤੇ ਕਈਆਂ ਨੂੰ ਤਾਂ ਉੱਤੇ ਵੀ ਪ੍ਰੋਬਲਮ ਹੋਣੀ ਆ ਭਾਈ, ਇਹਨੇ ਸ਼ੋਰਟ ਕਿਉਂ ਪਾਈ ਆ, ਇਹਨੂੰ ਤਾਂ ਕੁੜਤਾ ਪਜਾਮਾ ਹੀ ਪਾਉਣਾ ਚਾਹੀਦਾ ਜਾਂ ਤੰਬਾ ਲਾਉਣਾ ਚਾਹੀਦਾ। ਸੱਭਿਆਚਾਰ 'ਚ ਤਾਂ ਉਹ ਸੀਗਾ। ਸੋ ਸੱਭਿਆਚਾਰ ਨੂੰ ਸਮੇਂ ਦੇ ਨਾਲ ਬਦਲਣਾ ਪੈਣਾ ਆ। ਜੇ ਤੁਸੀਂ ਨਹੀਂ ਬਦਲ ਰਹੇ ਤਾਂ ਫਿਰ ਤੁਸੀਂ ਪਾਸਟ ਵਿੱਚ ਜੀ ਰਹੇ ਆ, ਪ੍ਰੈਜ਼ੈਂਟ 'ਚ ਨਹੀਂ ਜੀ ਰਹੇ। ਸੱਭਿਆਚਾਰ 'ਤੇ ਬਹੁਤ ਸਾਰੀਆਂ ਗੱਲਾਂ ਦਾ ਪ੍ਰਭਾਵ ਹੁੰਦਾ ਆ। ਸਭ ਤੋਂ ਵੱਡਾ ਪ੍ਰਭਾਵ ਗਾਉਣ ਵਾਲਿਆਂ ਦਾ, ਮੀਡੀਆ ਦਾ, ਇਹਨਾਂ ਚੀਜ਼ਾਂ ਦਾ ਸੱਭਿਆਚਾਰ ਦੇ ਉੱਤੇ ਪੈਂਦਾ, ਜਿਹਦੇ ਨਾਲ ਸੱਭਿਆਚਾਰ ਬਦਲ ਜਾਂਦਾ। ਕਈਆਂ ਨੂੰ ਤਾਂ ਇਹੀ ਲੱਗਦਾ ਵੀ ਬਹਿ ਕੇ ਪੁਰਾਣੇ ਗਾਣੇ ਸੁਣਨੇ ਸਾਡਾ ਸੱਭਿਆਚਾਰ ਹੈ। ਹਰੇਕ ਬੰਦੇ ਦੀ ਆਪਣੀ ਆਪਣੀ ਡੈਫੀਨੇਸ਼ਨ ਹੈ ਸੱਭਿਆਚਾਰ ਦੀ। ਸੱਭਿਆਚਾਰ ਦੀ ਇੱਕ ਹੋਰ ਐਗਜ਼ਾਮਪਲ ਦੇਣਾ ਵੀ ਜਿਹੜਾ ਪੰਜਾਬ ਦੇ ਵਿੱਚ ਜਦੋਂ ਆਪਾਂ ਵਿਆਹ ਸ਼ਾਦੀ ਕਰਦੇ ਆ, ਸਾਡੇ ਟਾਈਮ ਤਾਂ ਨਹੀਂ ਸੀਗਾ, ਉਦੋਂ ਸਾਡੇ ਤੋਂ ਬਾਅਦ ਸ਼ੁਰੂ ਹੋਇਆ, ਮੇਰਾ ਖਿਆਲ 92 ਤੋਂ ਬਾਅਦ ਹੋਇਆ। 92 ਤੋਂ ਪਹਿਲਾਂ ਤੇ ਚੰਡੀਗੜ੍ਹ ਹੁੰਦੇ ਸੀ, ਉਹਨਾਂ ਨੂੰ ਆਰਕੈਸਟਰਾ ਵਾਲੇ ਕਹਿੰਦੇ ਹੁੰਦੇ ਸੀ ਭਾਜੀ। ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਸੀ, ਉਹ ਇੱਕ ਅੱਧੀ ਇੱਦਾਂ ਦੀ ਕੁੜੀ ਲੈ ਕੇ ਆਉਂਦੇ ਸੀ, ਪਿੱਛੇ ਗਾਣੇ ਚੱਲਣੇ, ਉਹ ਕੁੜੀ ਨੇ ਨੱਚਣਾ ਮੂਹਰੇ ਜਿੱਦਾਂ। ਤੇ ਜਿੰਨੇ ਵੀ ਅਸ਼ਲੀਲ ਸਟੈਪ ਹੁੰਦੇ ਆ, ਜਿਹਨੂੰ ਆਪਾਂ ਅਸ਼ਲੀਲ ਕਹਿ ਦਿੰਦੇ ਆ, ਵੀ ਜਿੰਨੇ ਵੀ ਆਪਾਂ ਕਹਿ ਦਿੰਦੇ ਵੀ ਸਾਡੀ ਧੀਆਂ ਭੈਣਾਂ ਬੈਠੀਆਂ ਉਹਦੇ ਵਿੱਚ ਨਹੀਂ ਕਰ ਸਕਦੇ, ਉਹ ਸਾਰੇ ਚੱਲਦੇ ਸੀ। ਲੋਕੀ ਵਿਆਹਾਂ 'ਚ ਉਹ ਚੰਡੀਗੜ੍ਹ ਵਰਗੇ ਦੇਖਦੇ ਸੀ। ਜਿਹੜਾ ਕੋਈ ਤਕੜਾ ਵਿਆਹ ਅਮੀਰ ਦਾ ਹੁੰਦਾ ਸੀ, ਉੱਥੇ ਇੱਦਾਂ ਦੇ ਕੰਮ ਹੁੰਦੇ ਸੀ। ਹੁਣ ਸੱਭਿਆਚਾਰ ਦੇ ਨਾਂ ਤੇ ਭੰਗੜਾ ਤੇ ਗਿੱਧਾ ਆ ਗਏ। ਹੁਣ ਮੈਂ ਸੱਭਿਆਚਾਰ ਦੀ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ। ਹੁਣ ਜਦੋਂ ਤੁਸੀਂ ਪੰਜਾਬ ਜਾਂਦੇ ਆ, ਕਿਹਦਾ ਵਿਆਹ ਆ ਤੇ ਪੈਲਸ ਦੇ ਵਿੱਚ ਕੁੜੀਆਂ ਤੇ ਮੁੰਡੇ ਨੱਚਦੇ ਹੁੰਦੇ ਆ, ਮੇਰਾ ਖਿਆਲ ਹੈ ਵੀ ਜਿਹੜਾ ਉਹ ਨਾਚ ਹੈਗਾ ਆ, ਉਹ ਗਿੱਧਾ ਥੋੜ੍ਹਾ ਕਰਦੀਆਂ ਉੱਪਰ ਸਟੇਜ ਤੇ। ਉਹ ਸਾਰਾ ਜਿਹੜਾ ਨਾਚ ਆ, ਉਹ ਸਾਰਾ ਵੈਸਟਰਨ ਆ। ਜੋ ਵੈਸਟ 'ਚ ਹੁੰਦਾ ਉਹ ਨਾਚ ਕਰਦੇ ਆ। ਉਹ ਵੀ ਕੀ ਆ ਵੀ ਸੱਭਿਆਚਾਰਕ, ਉਹਨਾਂ ਨੇ ਆਪਣਾ ਨਾਂ ਰੱਖਿਆ ਆ ਵੀ ਸੱਭਿਆਚਾਰਕ ਗਰੁੱਪ। ਠੀਕ ਹੈ ਨੀ ਵੀ ਸੱਭਿਆਚਾਰਕ ਉਹ ਚਰਖੇ ਰੱਖਦੇ ਆ, 4-5 ਚਰਖੇ ਰੱਖ ਲੈ, ਵਿੱਚ ਖੁੰਡੇ ਰੱਖ ਲੈ, ਤੇ ਉਹ ਕੰਮ ਸਾਰਾ ਆਹੀ ਚੱਲਦਾ। ਡੀਜੇ ਤੇ ਗਾਣੇ ਚੱਲਦੇ, ਨਾਚ ਮੋਹਰੇ ਆਹੀ ਹੁੰਦਾ। ਮੁੰਡੇ ਦਾ ਜਿਹੜਾ ਭੰਗੜਾ ਪਾਉਣਾ, ਬੰਦਾ ਤਾਂ ਭੰਗੜੇ ਪਾਈ ਜਾਂਦਾ ਮੋਹਰੇ, ਪਰ ਜਿਹੜੀਆਂ 2-3 ਕੁੜੀਆਂ ਜਾਂ ਧੀਆਂ ਭੈਣਾਂ ਜਿਹੜੀਆਂ ਵੀ ਲੈਂਦੀਆਂ ਹੁੰਦੀਆਂ, ਉਹ ਦੇਖੋ ਤੇ ਕੀ ਚੱਲਦਾ ਕੀ ਨਹੀਂ ਚੱਲਦਾ। ਉਹ ਵੀ ਲੋਕ ਉਹਨੂੰ ਵੀ ਸੱਭਿਆਚਾਰ ਕਹਿੰਦੇ ਆ। ਔਰ ਸਾਡੇ ਪੰਜਾਬ ਦੇ ਵਿੱਚ ਪੂਰਾ ਇਸ ਟਾਈਮ ਪ੍ਰਮੋਟ ਹੁੰਦਾ ਹੈ ਹਰ ਵਿਆਹ ਸ਼ਾਦੀ ਤੇ। ਉਹ ਕਹਿੰਦੇ ਵੀ ਉਹ ਨੱਚਣ ਵਾਲੇ ਜਿਹੜੇ ਆ ਵੀ ਸੱਭਿਆਚਾਰ ਗਰੁੱਪ ਜਿਹੜਾ ਉਹ ਜ਼ਰੂਰ ਸੱਦੋ, ਉਹਨਾਂ ਦੇ ਨਾਂ ਵੀ ਆਪਣੇ ਸੱਭਿਆਚਾਰ ਤੇ ਰੱਖੇ ਆਪਣੇ ਗਰੁੱਪਾਂ ਨੇ। ਸੋ ਜਦੋਂ ਅਸੀਂ ਡੈਫੀਨੇਸ਼ਨ ਦੇ ਜਾਵਾਂਗੇ ਨਾ, ਤੇ ਬਹੁਤ ਹੈ ਪਹਿਰਾਵਾ। ਅਸੀਂ ਸ਼ਾਰਟਸ ਵੀ ਪਾਉਂਦੇ ਆ, ਤੇ ਜਦੋਂ ਹੁਣ ਕਈ ਹੁਣ ਸਾਡੇ ਗੁਰਦੁਆਰਿਆਂ ਦਾ ਸੱਭਿਆਚਾਰ ਲੈ ਲਓ, ਕਈ ਅਕਾਲ ਤਖਤ ਤਾਂ ਨਹੀਂ, ਜਿਹੜੇ ਆਪਣਾ ਹੈਗਾ ਆ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਹੈ, ਉੱਥੇ ਤੁਸੀਂ ਪਜਾਮੀ ਪਾ ਕੇ ਸੇਵਾ ਹੀ ਨਹੀਂ ਕਰ ਸਕਦੇ ਗੁਰਦੁਆਰੇ 'ਚ। ਤੁਹਾਡੀ ਪਜਾਮੀ ਲਹਾਉਂਦੇ ਆ। ਉਹਨਾਂ ਦਾ ਸੱਭਿਆਚਾਰ ਇਹ ਆ ਵੀ ਤੁਹਾਡੀ ਪਜਾਮੀ ਲਾ ਕੇ ਕਛਹਿਰਾ ਤਾਹੇ ਤੁਸੀਂ ਜਿੰਨਾ ਮਰਜ਼ੀ ਛੋਟਾ ਪਾ ਲਓ, ਕਛਹਿਰਾ ਪਵਾ ਕੇ ਹੀ ਸੇਵਾ। ਮੈਨੂੰ ਚੇਤਾ ਕਿ ਰਣਜੀਤ ਸਿੰਘ ਗੌਰ ਜਿਹੜਾ ਆ, ਉਹ ਪਹਿਲੇ ਦਿਨ ਪਟਨੇ ਸਾਹਿਬ ਤਖਤ ਤੇ ਸੇਵਾ ਕਰਨ ਪਜਾਮੀ ਪਾ ਕੇ ਅਰਦਾਸ ਕਰਨ ਚਲਾ ਗਿਆ, ਤੇ ਉੱਥੋਂ ਉਹਨੂੰ ਚੰਗੀਆਂ ਝੜਕਾਂ ਮਾਰ ਕੇ ਕੱਢਿਆ ਵੀ ਜਾ, ਜੇ ਤੂੰ ਜਥੇਦਾਰ ਤਾਂ ਹੈਗਾ, ਪਰ ਤੂੰ ਆਪਣੀ ਪਜਾਮੀ ਲਾ ਕੇ ਆ, ਅੱਧ ਨੰਗਾ ਹੋ ਕੇ ਫੇਰ ਤੂੰ ਅਰਦਾਸ ਕਰ ਸਕਦਾ। ਹੁਣ ਇੱਥੇ ਆਪਾਂ ਨੂੰ ਅੱਧ ਨੰਗਾ ਨਹੀਂ ਦੀਦਾ ਵੀ ਐਡੀਆਂ ਪਿੰਨੀਆਂ ਕੱਢ ਕੇ, ਐਡੇ ਪੱਟ ਕੱਢ ਕੇ, ਜਿਹੜੇ ਆ ਕੱਢ ਕੇ ਲੋਕਾਂ ਦੇ, ਜਿੱਥੇ ਸਾਡੀਆਂ ਮਾਤਾਵਾਂ ਭੈਣਾਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ, ਉਹ ਕਹਿੰਦੇ ਇਹ ਸਾਡਾ ਸੱਭਿਆਚਾਰ ਆ। ਸੋ ਗੱਲ ਤੁਸੀਂ ਜਿੱਧਰ ਨੂੰ ਮਰਜ਼ੀ ਲੈ ਜਾਓ, ਇਹ ਸਾਨੂੰ ਸੋਚਣਾ ਪੈਣਾ। ਇਹ ਵਿਸ਼ੇ ਜਿਹੜੇ ਆ, ਇਹਨਾਂ ਦੇ ਉੱਪਰ ਇਹਨੂੰ ਧਰਮ ਨਾਲ ਬਿਲਕੁਲ ਤੁਸੀਂ ਰਲ ਗੱਡ ਨਹੀਂ ਕਰ ਸਕਦੇ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਵੀਰੇਂਦਰ ਸਿੰਘ ਜੀ ਸਹਿਮਤ ਆ। ਆਪਣੀਆਂ ਕਾਲਾਂ ਖੁੱਲੀਆਂ ਇਸ ਟਾਈਮ। ਜੇ ਕੋਈ ਸਾਨੂੰ ਕਾਲ ਕਰਨਾ ਚਾਹੁੰਦਾ, ਲੋਕਲ ਨੰਬਰ 805-668-4100, ਕੈਨੇਡਾ ਦਾ ਲੋਕਲ ਨੰਬਰ 778-300-1000, ਤੇ WhatsApp ਦਾ ਨੰਬਰ ਜਿਹੜਾ ਹੈਗਾ ਆ 805-432-6668। ਸੋ ਸਾਨੂੰ ਜ਼ਰੂਰ ਕਾਲ ਕਰਕੇ ਇਨਪੁਟ ਦਿਓ। ਬਾਕੀ ਹਰ ਬੰਦਾ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਵੇ, ਉਹਨੇ ਕੀ ਪਹਿਨਣਾ ਕੀ ਨਹੀਂ ਪਹਿਨਣਾ ਉਹਨੂੰ ਦੱਸੇ। ਉਹ ਤੁਹਾਡਾ ਆਪਣਾ ਨਿੱਜੀ ਮਾਮਲਾ, ਤੁਸੀਂ ਕਿਹੜਾ ਕੱਪੜਾ ਪਾਉਣਾ ਨਹੀਂ ਪਾਉਣਾ, ਕੀ ਕਰਨਾ, ਇਹ ਤੁਹਾਡੇ ਸਾਰੇ ਨਿੱਜੀ ਫੈਸਲੇ ਆ। ਹਾਂ ਬਿਲਕੁਲ ਜੀ, ਜੇ ਗੁਰਦੁਆਰੇ ਵੀ ਜਾਂਦੇ, ਹੁਣ ਮੈਂ ਤਾਂ ਇੱਥੇ ਵੀ ਦੇਖਿਆ ਗੁਰਦੁਆਰੇ ਸਾਡੀਆਂ ਭੈਣਾਂ ਕਈ ਜੀਨਾਂ ਪਾ ਕੇ ਵੀ ਆਉਂਦੀਆਂ, ਠੀਕ ਹੈ ਨਾ, ਤੇ ਜੇ ਕੋਈ ਗੋਰਾ ਹੋਵੇ ਉਹ ਸਕਰਟ ਪਾ ਕੇ ਵੀ ਆ ਜਾਂਦੀ ਆ। ਸੋ ਇਹਦੇ ਨਾਲ ਮੈਨੂੰ ਸਮਝ ਨਹੀਂ ਲੱਗਦੀ ਵੀ ਪਹਿਰਾਵੇ ਦੇ ਨਾਲ ਕਿੱਡਾ ਕੁ ਇਫੈਕਟ ਕਰਦਾ, ਕਿਉਂਕਿ
ਟ੍ਰੇਨ ਯੂਰ ਬ੍ਰੇਨ ਜਿਹੜੀ ਗੇਮ ਹੈ ਨਾ, ਟ੍ਰੇਨ ਯੂਰ ਬ੍ਰੇਨ, ਸਾਡੇ ਬ੍ਰੇਨ ਹੀ ਇੱਦਾਂ ਟ੍ਰੇਨ ਹੋਏ ਆ ਵੀ ਜੇ ਕਿਸੇ ਨੇ ਘੱਟ ਕੱਪੜੇ ਪਾ ਲਏ ਤਾਂ ਸਾਡਾ ਇਹ ਆ ਵੀ ਇਹ, ਜੇ ਕਿਸੇ ਭੈਣ ਨੇ ਕਿਤੇ ਖੜ ਕੇ ਤੁਹਾਡੇ ਨਾਲ 4 ਗੱਲਾਂ ਐਜ਼ ਏ ਭਰਾ ਕਰ ਲਈਆਂ, ਸਾਡਾ ਸਿੱਧਾ ਬ੍ਰੇਨ ਇਹ ਕਹਿੰਦਾ ਵੀ ਲੈ ਵੀ ਇਹਦਾ, ਜੇ ਤੁਹਾਡੇ ਨਾਲ ਕਿਤੇ ਅਗਲੀ ਫ੍ਰੀ ਹੋ ਕੇ, ਜਿੱਦਾਂ ਵੀ ਕਿ ਸਾਡੀਆਂ ਭੈਣਾਂ ਹੈਗੀਆਂ ਖੁੱਲ੍ਹ ਕੇ ਗੱਲਬਾਤ ਕਰ ਲੈਂਦੀਆਂ, ਅਸੀਂ ਉਹਦੇ ਵੀ ਇਹਦਾ ਚਾਲ ਚੱਲਣ ਠੀਕ ਨਹੀਂ, ਕਿਉਂਕਿ ਸਾਨੂੰ ਜੋ ਸਿਖਾਇਆ ਗਿਆ ਸਾਡਾ ਵੀ ਅਸੀਂ ਆਪਣੇ ਮਾਈਂਡ ਆਪ ਹੀ ਸੈੱਟ ਕੀਤੇ ਹੋਏ ਆ ਵੀ ਜੇ ਆਹ ਕੱਪੜੇ, ਸਾਡਾ ਮਾਈਂਡ ਆ ਜੇ ਕੋਈ ਭੈਣ ਗੱਲਬਾਤ ਕਰਦੀ ਆ ਕੇ ਤੁਹਾਡੇ ਨਾਲ 10 ਬੰਦਿਆਂ 'ਚ ਖੜ ਕੇ ਗੱਲ ਕਰਦੀ ਆ, ਤੁਸੀਂ 10 ਜਾਣੇ ਖੜੇ, ਇੱਕ ਭੈਣ ਆ ਕੇ ਗੱਲ ਕਰਨ ਲੱਗ ਪਵੇ XYZ ਕਿਤੇ ਵੀ ਤਾਂ ਨਾ ਵਿਚਾਰ ਕਰਨ ਲੱਗ ਪਿਆ, ਤੁਹਾਡਾ ਮਾਈਂਡ ਹੋਵੇ ਇਹ ਤਾਂ ਇੱਦਾਂ ਹੋਣਾ, ਇਹ ਸਾਡੇ ਆਪਣੇ ਮਾਈਂਡ ਸੈੱਟ ਹੋਏ ਆ, ਸਾਡੇ ਆਪਣੇ ਮਾਈਂਡ ਦੇ ਵਿੱਚ ਹੀ ਗੰਦਗੀ ਭਰੀ ਹੋਈ ਆ। ਅਸੀਂ ਪਹਿਲਾਂ ਇੱਥੋਂ ਸਾਫ਼ ਕਰਨਾ, ਆਪਣੀ ਨਿਰਮਲ ਸੋਚ ਕਰਨੀ ਆ, ਫਿਰ ਸਾਨੂੰ ਇਹਨਾਂ ਚੀਜ਼ਾਂ ਤੇ ਅਸੀਂ ਹੋਰ ਗੱਲਬਾਤ ਕਰ ਸਕਦੇ ਹਾਂ। ਹਾਂਜੀ ਭਾਜੀ। ਹਾਂਜੀ ਜੌਲ ਸਾਹਿਬ, ਤੁਸੀਂ ਆਉਣੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੋਨਾਂ ਵੀਰਾਂ ਨੂੰ, ਸ਼ੁਰੂ ਨੂੰ ਸਰੋਤਿਆਂ ਨੂੰ ਹਾਂਜੀ, ਵਾਹਿ ਖਾਲਸਾ, ਬਹੁਤ ਸੋਹਣਾ ਪ੍ਰੋਗਰਾਮ। ਤੇ ਮੈਂ ਕਮੈਂਟ 2 ਕਰੂੰਗਾ ਛੋਟੇ। ਜ਼ਰੂਰ ਭਾਜੀ। ਪਹਿਲੇ ਤਾਂ ਜੋ ਜਿਹੜੀ ਆਪਣੇ ਹੁਣ ਹਰਿਮੰਦਰ ਸਾਹਿਬ ਉਹ ਬੇਅਦਬੀ ਕਾਂਡ ਹੋਇਆ, ਜੋ ਵੀ ਹੋਇਆ, ਬਹੁਤ ਮਾੜੀ ਘਟਨਾ ਹੈ, ਘਟੀ ਆ। ਪਰ ਇਹਦੇ ਪਿੱਛੇ ਤਾਂ ਬਹੁਤ ਲੰਮੀਆਂ ਏਜੰਸੀ ਦੀਆਂ ਚਾਲਾਂ ਹੁੰਦੀਆਂ, ਹੌਲੀ ਹੌਲੀ ਇਹ ਨਿਕਲੂਗਾ ਬਾਹਰ ਕੀ ਹੋ ਰਿਹਾ ਆ, ਕਿਉਂਕਿ ਹੁਣ ਤਾਂ ਤੱਥੇ ਬਿਆਨ ਦੇ ਰਹੇ ਨਾ, ਛੇਤੀ ਜੋ ਸਾਡਾ ਸੁਭਾਅ ਬਣਿਆ ਹੀ ਆ, ਜਿੱਦਾਂ ਬਿਲਕੁਲ ਛੇਤੀ ਚੱਕ ਦਿਓ, ਬਸ ਸੋਚ ਨਹੀਂ ਹੈਗੀ ਲੰਮੀ। ਤੇ ਦੂਸਰੀ ਮੈਂ ਕਰੂੰਗਾ ਗੱਲ ਆਪਣੇ ਜਿਹੜੀ ਤੁਸੀਂ ਲੜਕੀ ਦਾ, ਬੀਬੀ ਦਾ ਸ਼ੁਰੂ ਕੀਤਾ, ਬਈ ਲੋਕੀ ਕਹਿ ਰਹੇ ਆ, ਹਾਂਜੀ, ਸਾਡੇ ਲੋਕਾਂ ਦੀ ਸੋਚ, ਉਹ ਬਾਣੀ 'ਚ ਪੰਕਤੀਆਂ ਆਉਂਦੀਆਂ ਨਾ ਵੀ ਜਿਹੜਾ ਡੱਡੂ ਆ ਉਹਨੂੰ ਪਤਾ ਹੀ ਨਹੀਂ ਬਾਹਰ ਕੀ ਹੋ ਰਿਹਾ, ਉਹ ਉੱਥੇ ਹੀ ਰਹਿੰਦਾ, ਉਹਨੂੰ ਪਤਾ ਨਹੀਂ ਬਈ ਬਾਹਰ ਕੀ ਹੋ ਰਿਹਾ। ਮੈਂ ਸ਼ੋਰਟ ਕਰਾਂ ਕਿਉਂਕਿ ਤੁਹਾਡੇ ਹੋਰ ਵੀ ਕਾਲਰ। ਹਾਂਜੀ। ਇੱਥੇ ਫਿਰ ਤੁਸੀਂ 78 ਦੀ ਵੀ ਗੱਲ ਕੀਤੀ ਨਾ, ਵੀ ਇਹ ਜੋ ਹੋਇਆ ਸੀਗਾ 78 ਤੋਂ ਮਗਰੋਂ ਨਾ 6 ਮਹੀਨਿਆਂ ਦੇ ਵਿੱਚ ਹੀ ਇਹ ਕਾਂਡ ਤੋਂ ਇੱਥੇ ਲੌਂਗੋਵਾਲ ਤੇ ਬਸੰਤ ਤੋਂ ਮਰ ਗਿਆ। ਹੁਣ ਉਹ ਇਹਨਾਂ ਦਾ ਹੁੰਦਾ ਸੀਗਾ ਪਾਰਲੀਮੈਂਟ 'ਚ, ਤੇ ਇੱਕ ਬੰਦੇ ਹੋਰ ਆਏ ਤੇ ਸਾਡੀ ਉਹਨਾਂ ਨਾਲ ਇੱਥੇ ਮੀਟਿੰਗ ਹੋਈ, ਭਈ ਬੇਅਦਬੀ ਕਾਂਡ ਤੁਸੀਂ ਉੱਥੇ ਕਰਾਇਆ ਤੇ ਜੀ ਉਹ ਸਾਨੂੰ ਨਾ ਭਰੀ ਸੰਗਤਾ ਹੈਗਾ ਵੀ ਜੇ ਤੁਸੀਂ ਜਿੱਦਾਂ ਦੇ ਤੁਸੀਂ ਆਪਦੇ ਆਪ ਨੂੰ ਸਿੱਖ ਸਮਝਦੇ ਆ, ਜੇ ਤੇ ਬਾਦਲ ਵੀ ਇਦਾਂ ਦੇ ਸਿੱਖਿਆ, ਉਹਨੇ ਕਿੱਦਾਂ ਕਰਾਤੀ। ਜਾਣੀ ਇਹ ਤਾਂ ਹੈ ਇਹਨਾਂ ਦੇ ਘੜੇ ਘੜਾਏ ਉੱਤਰ। ਬਿਲਕੁਲ ਇਹ ਲੋਕਾਂ ਦੇ ਜੋ, ਇਹ ਤਾਂ ਬਹੁਤ ਲੰਮੀਆਂ ਸਾਜ਼ਿਸ਼ਾਂ ਆ ਜੋ ਤੁਸੀਂ ਵੀ ਦੱਸ ਗਏ, ਵੈਸੇ ਬਹੁਤ ਸੋਹਣਾ, ਕਿਉਂਕਿ ਇਹ ਤਾਂ ਆਪਣੇ ਉਹ ਧੋਣੇ ਧੋ ਰਹੇ ਆ। ਹਾਂ ਬਿਲਕੁਲ ਜੀ, ਇਹ ਹੌਲੀ ਹੌਲੀ ਪਤਾ ਲੱਗ ਜੂਗਾ। ਹਾਂ ਜੋ ਬੀਬੀ ਦਾ ਇਹ ਕਰ ਰਹੇ, ਇਹ ਲੋਕਾਂ ਨੂੰ ਜਾਣੀ ਜਮਾ ਹੀ ਹੈ ਹੀ ਨਹੀਂ, ਸੋਚ ਹੀ ਹੈ ਨਹੀਂ, ਪਤਾ ਨਹੀਂ ਕਿੱਥੇ ਰਹਿ ਰਹੇ ਆ। ਮੈਂ ਸਾਡੇ ਪੰਜਾਬੀਆਂ ਦੀ ਦਿਨਾਂ ਉਦਾਹਰਨ, ਜਿੱਥੇ ਕੋਈ ਲਾ ਹੋਵੇ ਜਿੱਦਾਂ ਦਾ, ਜਾਂ ਤਾਂ ਤੁਸੀਂ ਉਹ ਚ ਐਂਟਰ ਨਾ ਕਰੋ, ਅਦਰਵਾਈਜ਼ ਯੂ ਹੈਵ ਟੂ ਫਾਲੋ ਦਾ ਲਾਜ਼। ਬਿਲਕੁਲ ਬਕੀਨੀਆਂ ਇਹ ਕਹਿੰਦੇ, ਇੱਥੇ ਲੜਕੀਆਂ ਸਾਡੀਆਂ ਰੈਸਟੋਰੈਂਟਾਂ 'ਚ ਕੰਮ ਕਰਦੀਆਂ ਬਹੁਤ, ਸਟੂਡੈਂਟ ਕੈਨੇਡਾ 'ਚ ਮੈਂ ਆਪ ਦੇਖਦਾ। ਤੇ ਉਹ ਜੋ ਜਿੱਦਾਂ ਦੀ ਡਰੈਸ ਕਹਿੰਦੇ ਉਹ ਪਾਉਣੀ ਪੈਂਦੀ ਉਹਨਾਂ ਨੂੰ। ਬਿਲਕੁਲ। ਪਲੱਸ ਇਹ ਜਿਹੜਾ ਰੁਤਬਾ ਸੀਗਾ ਕਿੱਥੋਂ ਇਹਨਾਂ ਨੂੰ ਉੱਚਾ ਲਿਆਂਦਾ। ਤੁਸੀਂ ਮੈਂ ਤਾਂ ਜਾਣੀ ਇਹ ਉੱਚੀ ਸੋਚਣ ਵੀ ਸਿੱਖ ਕੁੜੀ ਨੇ ਆ ਪਹਿਲੀ ਵਾਰੀ ਜਿੱਤਿਆ, ਪਹਿਲੀ ਵਾਰੀ ਜੀ, ਪਹਿਲੀ ਵਾਰੀ ਪ੍ਰਾਊਡ ਕਰਨਾ ਚਾਹੀਦਾ। ਦੂਜੀ ਮੈਂ ਉਦਾਹਰਨ ਦੇ ਕੇ ਬੰਦ ਕਰਦਾ ਫੋਨ, ਜਦੋਂ ਸਿਮਰਨਜੀਤ ਸਿੰਘ ਮਾਨ ਜਿੱਤਿਆ ਹੈ ਨਾ, ਹਾਂਜੀ, ਇਹ ਕਹਿੰਦਾ ਮੈਂ ਕਿਰਪਾਨ ਲੈ ਕੇ ਜਾਣਾ ਅੰਦਰ। ਉਹ ਤਾਂ ਸਾਨੂੰ ਤਾਂ ਪਤਾ ਹੀ ਹੈ, ਸਾਜ਼ਿਸ਼ ਸੀਗੀ, ਸਾਰੀ ਮਿਲੀ ਭੁਗਤ ਸੀ। ਪਰ ਇਹ ਉਦਾਹਰਨ ਦੇਣ, ਇਹ ਜਿਹੜੇ ਕਹਿ ਰਹੇ ਆ ਬੀਬੀ ਕੱਪੜੇ ਨਹੀਂ ਪਾ ਸਕਦੀ, ਉਹਨੂੰ ਜਾਣ ਦਿੱਤਾ ਅੰਦਰ, ਨਾਲੇ MP ਸੀ ਬੈਠਾ ਰਿਹਾ ਬਾਹਰ। ਸੋ ਹਰ ਇੱਕ ਸਭਾ ਸੁਸਾਇਟੀ ਦੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ, ਉਹਨਾਂ ਨੂੰ ਯੂ ਹੈਵ ਟੂ ਫਾਲੋ, ਅਦਰਵਾਈਜ਼ ਯੂ ਸਟੇ ਆਊਟ। ਬਿਲਕੁਲ। ਨਾਲੇ ਇਹ ਮੈਂ ਦੱਸਾਂ, ਇਹ ਤਾਂ ਜਮਾ ਹੀ ਨਾ ਮੇਰਾ ਖਿਆਲ ਖਾਂਗੜ ਝਗੜਾ ਨਾ, ਬੇਸਮਝੀ ਵਾਲੇ ਤੁਕਾਂ ਤੇ ਇਹਨਾਂ ਗੱਲਾਂ ਦੇ ਬਹਿਸ ਕਰਨੇ ਹੈ। ਆਪਾਂ ਲਿਵਿੰਗ ਨਾਓ। ਬਿਲਕੁਲ ਬਿਲਕੁਲ ਹੈ ਨਾ, ਬਿਲਕੁਲ। ਸੋਸਾਇਟੀ ਆਪਾਂ ਇੱਥੇ ਆਏ ਹਾਂ, ਆਪਣੇ ਬੱਚੇ ਇੱਥੇ ਗਰੂ ਅਪ ਹੋਏ ਇਸ ਕਲਚਰ 'ਚ, ਉਹਨਾਂ ਦੀਆਂ ਸੋਚਾਂ ਆਪਾਂ ਸਾਰਿਆਂ ਨੂੰ ਪਤਾ ਆ, ਸਾਡੇ ਵੀ ਬੱਚੇ ਹੈਗੇ ਆ, ਉਹਨਾਂ ਦੀ ਸੋਚਾਂ ਕਿੱਦਾਂ ਆ ਆਪ। ਬਿਲਕੁਲ, ਕਿਉਂਕਿ ਉਹ ਮਿਕਸ ਕਮਿਊਨਿਟੀ 'ਚ ਜਾ ਰਹੇ ਆ ਇੱਥੇ ਸਭ ਕੁਝ।
ਸੋ ਇਹ ਕਿਉਂਕਿ ਇਹ ਹੋਣਾ ਆ, ਇਹ ਸਿਸਟਮ ਜਿੱਦਾਂ ਅੱਜ ਕੱਲ ਯੁੱਗ ਬਹੁਤ ਬਦਲ ਰਿਹਾ ਹੈ। ਇਹ ਤਾਂ ਗੱਲਾਂ ਕਰ ਰਹੇ ਆ ਪੁਰਾਣੀਆਂ, ਜਦੋਂ ਕਿਤੇ ਜਾਣੀ ਵੈਰੀ ਲੌਂਗ 100 years 200 years ਦੀਆਂ ਬੈਕ। ਸੋ ਵਰਲਡ ਇਜ਼ ਚੇਂਜਿੰਗ, ਯੂ ਹੈਵ ਟੂ ਚੇਂਜ ਯੋਰਸੈਲਫ, ਹੈਵ ਟੂ ਚੇਂਜ ਹੋਣਾ ਪੈਣਾ ਬੰਦੇ ਨੂੰ। ਕੈਨੋਟ ਲਿਵ ਇਨ ਦ ਪਾਸਟ। ਨੋ ਚੋਇਸ। ਚਲੋ ਭਾਜੀ ਆ ਕਾਲ ਬਹੁਤ ਆਈ ਜਾਂਦੀ ਹੈ। ਸੋਹਣਾ ਪ੍ਰੋਗਰਾਮ ਹੈ ਤੁਹਾਡਾ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪ੍ਰੀਤਮਿੰਦਰ ਜੀ, ਤੁਸੀਂ ਆਉਣੇ ਰਹੋ। ਹਾਂਜੀ, ਦੋਨੇ ਵੀਰਾਂ ਨੂੰ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਲ ਸਾਹਿਬ ਵੀ ਹੈਗੇ ਨਾਲ ਕਾਲ ਤੇ ਕਿ ਕੱਟ ਕੇ ਕਾਲ? ਨਹੀਂ, ਉਹ ਕੱਟਦੀ ਉਹਨਾਂ ਦੀ, ਮੈਂ ਤੁਹਾਡੀ ਰਲੀ। ਮੈਂ ਅਸਲ 'ਚ ਇਹ ਨਹੀਂ ਸੀ, ਮੈਂ ਤਾਂ ਕਾਲ ਕੀਤੀ ਆ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਇਹ ਗਲਤ ਆ। ਨਹੀਂ, ਮੈਂ ਸਮਝ ਗਿਆ ਤੁਹਾਡੀ ਗੱਲ ਭਾਜੀ, ਸਮਝ ਗਿਆ ਤੁਹਾਡੀ ਗੱਲ ਭਾਜੀ। ਤੁਹਾਡਾ ਸਵਾਲ ਆ, ਉਹ ਸਵਾਲ ਲੋਕ ਪੁੱਛਦੇ ਆ, ਉਹ ਬਹੁਤ ਵਧੀਆ ਕੀਤਾ। ਕਿਉਂ ਕਰਦੇ ਆਪਾਂ ਇਹ ਵੀ ਇਹਦਾ ਫਾਇਦਾ ਕੀ ਹੈ, ਇਹ ਕਹਿਣਾ ਚਾਹੁੰਦਾ ਸੀ ਮੈਂ। ਬਿਲਕੁਲ ਠੀਕ ਹੈ ਨਾ, ਇਹਦੇ ਨਾਲ ਆਪਾਂ ਹਾਈਲਾਈਟ ਹੁੰਦੇ। ਮੈਂ ਉਹਨੂੰ ਉਦੋਂ ਵੀ ਗੱਲ ਕਰਨੀ ਚਾਹੁੰਦਾ ਸੀ ਤੇ ਮੈਂ ਫਿਰ ਕਰਦਾ ਆ। ਬਹੁਤ ਸਾਰੀਆਂ ਨਾ ਖੇਡਾਂ ਜਾਂ ਬਹੁਤ ਸਾਰੀਆਂ ਗੱਲਾਂ, ਐਕਚੁਅਲੀ ਹਰੇਕ ਹੀ ਖੇਡ ਹੀ, ਕੋਈ ਵੀ ਗੇਮ ਲੈ ਲਓ ਤੁਸੀਂ, ਜੇ ਆਪਾਂ ਕਹੀਏ ਇਹਦਾ ਫਾਇਦਾ ਕੀ ਆ, ਤਾਂ ਫਾਇਦਾ ਕਿਸੇ ਵੀ ਖੇਡ ਦਾ ਕੋਈ ਨਹੀਂ ਹੈਗਾ। ਤੁਸੀਂ ਜਿਮ ਜਾ ਕੇ ਆਪਣਾ ਸਰੀਰ ਵਧੀਆ ਰੱਖ ਸਕਦੇ ਹੋ। ਜੇ ਆਪਾਂ ਕਹੀਏ ਕੰਪੀਟੀਸ਼ਨ 'ਚ ਜਦੋਂ ਆਪਾਂ ਕੋਈ ਗੇਮ ਖੇਡਦੇ ਆ, ਉਹਦਾ ਸਿਰਫ ਫਾਇਦਾ। ਹਾਂਜੀ ਦੱਸੋ। ਮੇਰੀ ਗੱਲ ਸੁਣੋ, ਜਿਹੜੇ ਇਹ ਇਵੈਂਟ ਹੁੰਦੇ ਆ ਨਾ, ਮਿਸ ਯੂਨੀਵਰਸ, ਮਿਸ ਇੰਡੀਆ ਜਾਂ ਕੋਈ ਵੀ, ਇਹਦਾ ਇੱਕ ਬਹੁਤ ਵੱਡਾ ਇਹਦੇ ਨਾਲ ਮਤਲਬ ਕਿ ਉਸ ਤੋਂ ਬਾਅਦ ਬੂਮ ਆਉਂਦਾ ਲਾਈਫ ਦੇ ਵਿੱਚ। ਆਪਾਂ ਸਾਰੇ ਬੰਦੇ ਰਾਈਜ਼ ਕਰਨ ਲਈ ਤੁਰੇ ਫਿਰਦੇ ਆ, ਠੀਕ ਹੈ ਨਾ, ਤੇ ਉਹਨਾਂ ਦੀ ਮਤਲਬ ਕਿ ਉਹਨਾਂ ਨੂੰ ਐਡਵਰਟਾਈਜ਼ਮੈਂਟਸ ਮਿਲਦੀਆਂ ਆ, ਮੂਵੀਜ਼ ਮਿਲਦੀਆਂ ਆ, ਰਾਈਜ਼ ਕਰਦੇ ਆ ਉਹ। ਬਿਲਕੁਲ, ਉਹ ਠੀਕ ਹੈ ਨਾ, ਸੈਕਟਰ ਹੈ ਇਹ। ਕਰੋ ਭਾਜੀ, ਇੱਕ ਸੈਕਟਰ, ਉਹਦੇ ਕਰਕੇ ਆਪਾਂ ਜਾਂਦੇ ਆ ਇਹ ਬੱਚੇ ਵੀ। ਚਲੋ ਦੇਖੋ, ਜੇ ਤਾਂ ਉਹ ਤੁਹਾਡੀ ਗੱਲ ਵੀ, ਜੇ ਤਾਂ ਮਨ ਚ ਮੈਲ ਆ ਤਾਂ ਉਹਦਾ ਕੋਈ ਇਲਾਜ ਨਹੀਂ ਹੈਗਾ, ਠੀਕ ਹੈ ਨਾ। ਤੇ ਜੇ ਮਤਲਬ ਕਿ ਇੱਕ ਆਪਦੀ ਕਾਮਯਾਬੀ ਵਾਸਤੇ ਜਾਂਦੇ ਹੋ ਕਿਸੇ ਪਾਸੇ, ਦੈਨ ਇਟਸ ਯੂਅਰ ਰਾਈਟ। ਤੁਸੀਂ ਆਪਦੀ ਕਾਮਯਾਬੀ ਵਾਸਤੇ ਕੀ ਕੁਛ ਨਹੀਂ ਕਰਦੇਗੇ, ਠੀਕ ਹੈ ਨਾ। ਪਹਿਲੀ ਇਹਦੇ ਬਾਰੇ ਤਾਂ ਮੈਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਆ, ਠੀਕ ਹੈ ਨਾ। ਆਪਾਂ ਚਲੋ ਆਪਾਂ ਸਿੱਖ ਪਹਿਰਾਵਾ ਆ, ਇਹ ਉਹ ਤਾਂ ਫਿਰ ਆਪਣੀਆਂ ਹਰ ਇੱਕ ਦੀ ਆਪਦੀ ਪਰਸਨਲ ਸੋਚ ਹੈ। ਮੈਂ ਜਿਵੇਂ ਹਰਦੇਵ ਭਾਜੀ ਨੂੰ ਵੀ ਕਿਹਾ ਸੀਗਾ ਵੀ ਉਹ ਆਪਣੀ ਪਰਸਨਲ ਆ, ਠੀਕ ਹੈ ਨਾ। ਤੇ ਪਰ ਜੇ ਤੁਸੀਂ ਗਾਈਡ ਕੋਈ ਕਰਨਾ ਚਾਹੁੰਦਾ ਆ, ਉਹ ਅਗਲਾ ਕਿਵੇਂ ਕਰਨਾ ਚਾਹੁੰਦਾ ਆ, ਉਹਦੀ ਮਤਲਬ ਕਿ ਆਪਦੀ ਪਰਸਨਲ ਆ, ਹੈ ਨਾ ਜੀ। ਦੂਸਰਾ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀਗਾ, ਜਿਹੜੀ ਆਪਣੀਆਂ ਘਟਨਾ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ, ਹੈ ਨਾ। ਮੈਂ ਜਗਮੋਹਨ ਭਾਈ ਦੇ ਨਾਲ ਹੀ ਉੱਥੇ ਹੀ ਖੜਾ ਆ, ਜਿੱਥੇ ਕਹਿੰਦੇ ਵੀ ਜਿਹੜੇ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਦਾ ਪਿਓ ਨਹੀਂ, ਜਿਹੜੇ ਉਹਨੂੰ ਜਾਣਦੇ ਨਹੀਂ, ਉਹ ਉਹਦੀ ਬੇਅਦਬੀ ਨਹੀਂ ਕਰ ਸਕਦੇ। ਬੇਅਦਬੀ ਉਹ ਬੰਦੇ ਕਰਦੇ ਆ, ਮੇਰੇ ਵਰਗੇ ਸਿੱਖ ਹੋਣ, ਠੀਕ ਆ, ਗਾਤਰੇ ਪਾਏ ਹੋਣ, ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਰੱਖ ਕੇ ਜਾਂ ਉਹਦੇ ਬਰਾਬਰ ਕਿਸੇ ਦਾ ਹੋਰ ਦਾ ਪ੍ਰਕਾਸ਼ ਕਰਦੇ ਹੋਣ, ਤੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਨਾ ਕਰਦੇ ਹੋਣ, ਠੀਕ ਹੈ ਨਾ। ਪਿਓ ਦੀ ਬੇਇੱਜ਼ਤੀ ਉਹੀ ਕਰੂਗਾ ਜਿਹੜਾ ਉਹਨੂੰ ਪਿਓ ਮੰਨੂਗਾ ਜੀ, ਠੀਕ ਹੈ ਨਾ। ਇਹਨਾਂ ਬੰਦਿਆਂ ਨੂੰ ਬੜੇ ਆਰਾਮ ਦੇ ਨਾਲ ਪਾਸੇ ਕਰ ਦੇਣਾ ਚਾਹੀਦਾ। ਇਹਨਾਂ ਨੂੰ ਮਾਰ ਮਾਰ ਕੇ ਜਿਵੇਂ ਵੀਰ ਜੀ ਨੇ ਹੁਣੇ ਗੱਲ ਕੀਤੀ ਜਗਮੋਹਨ ਨੇ, ਵੀ ਉਦੋਂ ਨੇ ਕਹਿੰਦੇ ਸੀ ਤੋਂ ਬਾਅਦ ਘਟਨਾ ਨਹੀਂ ਹੋਊਗੀ, ਤੇ ਅਗਲਿਆਂ ਨੇ ਜਾਣ ਬੁੱਝ ਕੇ ਆ ਕੇ ਕਿੱਥੇ ਕੀਤੀ, ਜਿੱਥੇ ਸਾਰੀ ਦੁਨੀਆ ਵੇਖਦੀ ਹੈ। ਮੇਰੇ ਲਈ ਦਰਬਾਰ ਸਾਹਿਬ ਇੱਕ ਉਹੀ ਥਾਂ ਆ ਜਿਹੋ ਜਿਹਾ ਮੇਰਾ ਸਟੋਕਟਨ ਵਾਲਾ ਗੁਰੂ ਘਰ ਆ, ਕਿਉਂਕਿ ਮੇਰਾ ਗੁਰੂ ਸਟੋਕਟਨ ਵਾਲਾ ਗੁਰੂ ਘਰ ਚ ਵੀ ਉੱਥੇ ਵਿਰਾਜਦਾ ਆ। ਮੈਂ ਗੁਰੂ ਦੇ ਦਰਸ਼ਨਾਂ ਲਈ ਜਾਂਦਾ ਆ, ਦਰਬਾਰ ਸਾਹਿਬ ਦੇ ਦਰਸ਼ਨ ਨੂੰ ਮੈਂ ਕਦੇ ਨਹੀਂ ਗਿਆ ਭਾਜੀ, ਸਿੱਧੀ ਜੀ ਗੱਲ ਆ। ਮੈਂ ਜੇ ਕਦੇ ਜਾਵਣਾ, ਮੈਂ ਰਸ਼ ਦੇਖਾਂ, ਮੈਂ ਪਰਿਕਰਮਾ ਦੇ ਵਿੱਚੋਂ, ਚਲੋ ਬੱਚਿਆਂ ਦੇ ਮਨ ਚ ਹੁੰਦਾ ਵੀ ਜਾਣਾ ਆ, ਪਰਿਕਰਮਾ ਚੋਂ ਬੈਠ ਕੇ ਆ ਜਾਣਾ। ਮੈਂ ਉੱਥੇ ਧੱਕੇ ਨਹੀਂ ਖਾਂਦਾ ਜਾ ਕੇ, ਠੀਕ ਹੈ ਨਾ, ਵੀ ਜਾ ਕੇ ਲਾਈਨ ਚ ਲੱਗਾ ਇੱਕ ਦੂਜੇ ਦੇ ਵਿੱਚ ਵੱਜੀ ਜਾਵਾਂ। ਨੋ, ਮੈਂ ਬਾਹਰ ਜਾ ਕੇ ਬੈਠ ਕੇ ਆ ਜਾਂਦਾ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਗਿਆਨ ਦੀ ਜਿਹੜੀ ਕਦੇ ਵੀ ਬੇਅਦਬੀ ਨਹੀਂ ਹੋ ਸਕਦੀ। ਆਪਾਂ ਇਹਨੂੰ ਗਿਆਨ ਸਰੂਪ ਮੰਨੋ, ਠੀਕ ਹੈ ਨਾ। ਜਦੋਂ ਆਪਾਂ ਇਹਨੂੰ ਗਿਆਨ ਸਰੂਪ ਤੋਂ ਗਾਂ ਇਹਨੂੰ ਦੇਹ ਮੰਨਦੇ ਆ, ਫਿਰ ਜੇ ਆਪਾਂ ਤੀਜੇ ਪਾਤਸ਼ਾਹ ਦੇ ਛਾਤੀ ਦੇ ਵਿੱਚ ਆ ਕੇ ਪੈਰ ਮਾਰਿਆ ਸੀਗਾ, ਦੂਜੇ ਪਾਤਸ਼ਾਹ ਦੇ ਬੇਟੇ ਨੇ ਮਾਰਿਆ ਸੀ ਨਾ, ਇਤਿਹਾਸਿਕ ਆ, ਤੇ ਉਹਨਾਂ ਦੀ ਬੇਅਦਬੀ, ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਪੈਰ ਫੜ ਲਿਆ ਉਹਦਾ, ਕਹਿੰਦੇ ਤੇਰੇ ਪੈਰ ਤੇ ਸੱਟ ਤਾਂ ਨਹੀਂ ਵੱਜੀ, ਮੇਰਾ ਸਰੀਰ ਬਿਰਧ ਆ, ਹੱਡੀਆਂ ਸਖਤ ਆ, ਠੀਕ ਹੈ ਨਾ। ਇਹ ਗੱਲਾਂ ਆਪਾਂ ਮਤਲਬ ਕਿ ਇਹ ਜਾਣ ਬੁੱਝ ਕੇ ਆਪਣੀ ਇੱਕ ਸ਼ਾਖ ਨੂੰ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ, ਮਹਾਰਾਜ ਦੀ ਕਿਰਪਾ ਦੇ ਨਾਲ, ਅਗਲੇ ਕਹਿੰਦੇ ਸੀ ਇਹ ਇਸ ਤਰ੍ਹਾਂ ਦੇ ਨਾਈਸ ਬੰਦੇ ਆ, ਇਹੋ ਜਿਹੀ ਇੱਕ ਵਧੀਆ ਕੌਮ ਆ ਜਿਹੜੇ ਹਿਊਮੈਨਿਟੀ ਹੈ ਜਿਨ੍ਹਾਂ ਚ, ਉਹ ਹਿਊਮੈਨਿਟੀ ਨੂੰ ਖਤਮ ਕਰਨ ਦੇ ਵਾਸਤੇ ਸਾਰੇ ਕੰਮ ਇਹ ਕਰ ਰਹੇ ਆ, ਪਲਾਨਡ ਆ। ਬਿਲਕੁਲ 100%। ਇੱਕ ਹੋਰ ਗੱਲ ਹੈ ਪ੍ਰੀਤਮਿੰਦਰ ਭਾਜੀ, ਇੱਕ ਐਗਜ਼ਾਮਪਲ ਹੋਰ ਆਪਣੇ ਕੋਲ ਬਹੁਤ ਵਧੀਆ ਐਗਜ਼ਾਮਪਲ ਹੈ। ਪਹਿਲੇ ਪਾਤਸ਼ਾਹ ਨੇ ਉਹਦਾ ਆਪਾਂ ਨੂੰ ਜਵਾਬ ਦਿੱਤਾ, ਜਿੱਦਾਂ ਵੀਰ ਵਰਿੰਦਰ ਸਿੰਘ ਨੇ ਕਿਹਾ ਵੀ ਨੀਲੇ ਕੱਪੜੇ ਪਾ ਕੇ ਗੁਰੂ ਪਾਤਸ਼ਾਹ ਮੱਕੇ ਗਏ ਆ, ਹਨਾ। ਮੱਕੇ ਜਾ ਕੇ ਜਦੋਂ ਗੁਰੂ ਸਾਹਿਬ ਨੇ, ਆਪਾਂ ਹਰ ਇੱਕ ਨੇ ਸਾਖੀ ਸੁਣੀ, ਜਦੋਂ ਪੈਰ ਕਰ ਦਿੱਤੇ ਮੱਕੇ ਆਲੂ, ਤੇ ਮੁਸਲਮਾਨ ਕਹਿੰਦੇ ਵੀ ਇਹ ਕਿਹੜਾ ਕਾਫਰ ਆ ਗਿਆ, ਇਹ ਬੇਅਦਬੀ ਕਰਨ ਕੌਣ ਆ ਗਿਆ। ਤੁਸੀਂ ਹਿਸਾਬ ਲਾਓ ਵੀ ਇਹਦਾ ਮਤਲਬ ਉਦੋਂ ਮੁਸਲਮਾਨ ਜਿਹੜੇ ਆ, ਕਈਆਂ ਨੂੰ ਚੁੱਭਣੀ ਗੱਲ ਹੈ, ਉਹ ਸਾਡੇ ਸਿੱਖਾਂ ਨੂੰ ਵੀ ਚੰਗੇ ਹੋਣੇ ਆ
ਜਿਨ੍ਹਾਂ ਨੇ ਕਾਜੀ ਸਦਕੇ ਸੰਵਾਦ ਰਚਾਇਆ ਗੁਰੂ ਸਾਹਿਬ ਨਾਲ। ਤੇ ਮੁਸਲਮਾਨ ਤਾਂ ਬੰਦੇ ਦਾ ਹੱਥ ਪੈਰ ਵੱਢਣ ਲੱਗੇ 5 ਮਿੰਟ ਲਾਉਂਦੇ ਆ। 5 ਮਿੰਟ ਵੀ ਮੈਂ ਜ਼ਿਆਦਾ ਕਹਿ ਦਿੰਦਾ ਆ। ਕਿਸੇ ਦਾ ਕਤਲ ਕਰਨ ਨੂੰ ਉਹ ਸਕਿੰਟ ਲਾਉਂਦੇ ਆ ਵੀ ਇੰਨੇ ਸਾਡਾ ਮੱਕਾ ਹੋਵੇ ਤੇ ਮੱਕੇ ਵੱਲ ਨੂੰ ਆ ਕੇ ਪੈਰ ਕਰ ਦਿੱਤੇ ਵੀ ਇਹਦੇ ਪੈਰ ਹੀ ਵੱਢ ਦੋ। ਜੇ ਅੱਜ ਕੱਲ ਦੇ ਸਾਡੇ ਸਿੱਖ ਹੁੰਦੇ ਤਾਂ ਇਦਾਂ ਹੀ ਕਰਨਾ ਸੀ ਉਹਨਾਂ ਨੇ। ਜਿਹੜਾ ਅੱਜ ਕੱਲ ਕੰਮ ਹੋਇਆ, ਪ੍ਰੋਬਲਮ ਇਹ ਆ ਕਿ ਉਹਨਾਂ ਨੇ ਗੁਰੂ ਸਾਹਿਬ ਨਾਲ ਸੰਵਾਦ ਰਚਾਇਆ। ਗੁਰੂ ਸਾਹਿਬ ਨੇ ਫਿਰ ਉਹਦਾ ਮਨ ਫੇਰਿਆ, ਭਾਈ ਜੇ ਅੱਲਾ ਇੱਧਰ ਹੈ ਤੇ ਬਾਕੀ ਮੁਲਕ ਕੌਣ ਚਲਾ ਰਿਹਾ? ਹਰ ਜਗ੍ਹਾ ਹੀ ਰੱਬ ਆ, ਹਰ ਜਗ੍ਹਾ ਹੀ ਅੱਲਾ ਆ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ। ਜੇ ਜੋਗੀਆਂ ਕੋਲ ਗਏ ਤਾਂ ਜੋਗੀਆਂ ਵਾਲੇ ਕੱਪੜੇ ਪਾ ਕੇ ਉੱਥੇ ਬਹਿ ਕੇ ਉਹਨਾਂ ਨਾਲ ਸੰਵਾਦ ਰਚਾਇਆ। ਹਾਂਜੀ ਵੀਰ। ਬਿਲਕੁਲ। ਹਾਂਜੀ, ਆਪਾਂ ਸ਼ਬਦ ਦੀ ਵਿਚਾਰ ਵੀ ਕਰਨੀ ਹੈ, ਆਪਣਾ ਟਾਈਮ ਬਹੁਤ ਹੋ ਗਿਆ ਤੇ ਮੈਂ ਗੱਲ ਨੂੰ ਇੱਥੋਂ ਸਮੇਟਦਾ। ਜਿਹੜਾ ਇਹ ਮਸਲਾ ਨਾ ਹਰਨਾਜ ਕੌਰ ਵਾਲਾ, ਇਹਨੂੰ ਧਰਮ ਨਾਲ ਜੋੜ ਕੇ ਜਿਹੜਾ ਦੇਖ ਰਿਹਾ ਉਹ ਬੰਦਾ ਗਲਤ ਆ। ਇਹਦਾ ਤਾਂ ਇਹ ਧਾਰਮਿਕ ਮਸਲਾ ਹੈ ਹੀ ਨਹੀਂ ਆ, ਇਹ ਪਰਸਨਲ ਚੋਇਸ ਦਾ ਮਸਲਾ ਆ। ਉਹ ਇੱਕ ਬਿਲਕੁਲ ਅਲੱਗ ਵਿਸ਼ਾ ਆ ਵੀ ਮਿਸ ਯੂਨੀਵਰਸ, ਮਿਸ ਵਰਲਡ, ਮਿਸਟਰ ਯੂਨੀਵਰਸ, ਮਿਸਟਰ ਵਰਲਡ, ਉਹ ਕੰਪੀਟੀਸ਼ਨ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ। ਜਵਾਬ ਆਪਾਂ ਨੂੰ ਮਿਲ ਗਿਆ ਤੁਸੀਂ ਜਿਹੜਾ ਦਿੱਤਾ ਵੀ ਜਿਹੜੀਆਂ ਖੇਡਾਂ ਹੁੰਦੀਆਂ ਆ ਗੇਮ ਦੇ ਵਿੱਚ ਕਿਉਂ ਜਾਂਦਾ, ਤਾਂ ਕਿ ਉਹ ਐਡਵਾਂਸ ਹੋਣਾ ਚਾਹੁੰਦਾ। ਹੁਣ ਹਾਕੀ 'ਚ, ਕ੍ਰਿਕਟ 'ਚ ਕਿਉਂ ਜਾਂਦੇ ਆ? ਕੱਲ ਨੂੰ ਮੈਨੂੰ ਵਧੀਆ ਜੌਬ ਮਿਲ ਜੂਗੀ, ਮੈਂ ਵਧੀਆ ਥਾਂ ਤੇ ਸੈਟਲ ਹੋ ਜਾਊਗਾ, ਉਹ ਤਾਂ ਜਾਂਦੇ ਆ। ਇੱਦਾਂ ਹੀ ਮਿਸ ਯੂਨੀਵਰਸ ਆ। ਤੁਸੀਂ ਮਿਸ ਯੂਨੀਵਰਸ ਆਉਣ ਤੋਂ ਪਹਿਲਾਂ ਹਰਨਾਜ ਦਾ ਟੋਟਲ ਨੈਟਵਰਥ ਦੇਖ ਲਓ ਤੇ ਹੁਣ ਦਾ ਨੈਟਵਰਥ ਦੇਖ ਲਓ। ਉਹਦੀ ਲਾਈਫ ਸੈਟਲ ਹੋ ਗਈ ਆ। ਇੱਕ ਵਾਰੀ ਜਿਹੜੀ ਮਿਸ ਯੂਨੀਵਰਸ ਬਣ ਜਾਂਦੀ ਆ ਉਹਦੀ ਲਾਈਫ ਸੈਟਲ ਹੋ ਜਾਂਦੀ ਆ। ਉਹਨੂੰ 1 ਸਾਲ ਤੱਕ ਨਿਊਯਾਰਕ ਦੇ ਵਿੱਚ ਕਾਫੀ ਮਹਿੰਗਾ ਜਿਹੜਾ ਅਪਾਰਟਮੈਂਟ ਆ ਉਹ ਉਹਦੇ ਵਾਸਤੇ ਦਿੱਤਾ ਜਾਂਦਾ ਆ, ਫਰਨਿਸ਼ਡ। ਉਹ ਉੱਥੇ ਰਹਿ ਸਕਦੀ ਆ। ਨਾਲ ਕਿੰਨੀਆਂ ਐਡ ਮਿਲਦੀਆਂ, ਜਿਹੜੀਆਂ ਮੂਵੀਆਂ ਮਿਲਣੀਆਂ, ਬਾਕੀ ਕੁਛ, ਕਿਉਂਕਿ ਉਹਦੀ ਚੋਇਸ ਆ ਵੀ ਉਹ ਕਿਹੜੀ ਇੰਡਸਟਰੀ ਜਾਣੀ ਚਾਹੁੰਦੀ। ਤੁਸੀਂ ਆਪਣੀ ਚੋਇਸ ਨਹੀਂ ਉੱਤੇ ਲੱਦ ਸਕਦੇ। ਉਹ ਵੱਖਰਾ ਵਿਸ਼ਾ ਆ, ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਉਹ ਆਪਾਂ ਨੂੰ ਉਹਦੇ ਨਾਲ ਮਤਲਬ ਨਹੀਂ ਆ, ਪਰ ਉਹਦੀ ਚੋਇਸ ਆ। ਤੁਸੀਂ ਉਹਦੀ ਚੋਇਸ ਨੂੰ ਆਪਣੀ ਚੋਇਸ ਲਾਗੂ ਨਹੀਂ ਕਰ ਸਕਦੇ ਕਿਸੇ ਵੀ ਬੰਦੇ ਉੱਤੇ। ਇਹ ਤਾਂ ਉਹੀ ਗੱਲ ਹੋ ਗਈ, ਤੁਸੀਂ ਕਹੋ ਮੇਰੇ ਤਰੀਕੇ ਨਾਲ ਤੂੰ ਚੱਲ ਭਾਈ, ਮੈਂ ਇੱਦਾਂ ਚਾਹੁੰਦਾ ਆ, ਮੇਰਾ ਆਹ। ਸੋ ਹਰ ਗੱਲ ਨੂੰ ਆਪਾਂ ਜਦੋਂ ਧਰਮ ਨਾਲ, ਸੱਭਿਆਚਾਰ ਨਾਲ, ਇਹਨਾਂ ਗੱਲਾਂ ਨਾਲ ਜੋੜ ਕੇ ਦੇਖਦੇ ਆ। ਹਰ ਘਰ ਦਾ ਸੱਭਿਆਚਾਰ ਅਲੱਗ ਹੁੰਦਾ, ਹਰ ਬੰਦੇ ਦਾ ਸੱਭਿਆਚਾਰ ਅਲੱਗ ਹੁੰਦਾ ਆ। ਤੁਹਾਡੇ ਆ ਕੁਛ ਅਮੋਲਕ ਦਾ ਮੈਸੇਜ ਹੈ ਜੀ, ਉਹਦਾ ਲੈ ਲਓ ਕਾਲ। ਤੇ ਉਹ ਕਹਿੰਦੇ 5 ਮਿੰਟ ਉਹਨਾਂ ਲਾਉਣੇ, ਆਪਾਂ ਬਾਅਦ ਚ ਕਰ ਲਵਾਂਗੇ। ਉਸ ਤੋਂ ਬਾਅਦ ਕੋਈ ਸ਼ਬਦ ਆਪਾਂ ਬਾਅਦ ਚ ਕਰ ਲਾਂਗੇ। ਵੀਰ ਦਾ ਮੁਲਕ ਦਾ ਕਰੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਜੀ। ਥੈਂਕ ਯੂ। ਓਕੇ ਵੀਰ ਮਹਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ। ਹਾਂਜੀ, ਹੁਣ ਮੈਨੂੰ ਅਮੋਲਕ ਸਿੰਘ ਨੇ ਮੈਨੂੰ ਸੈਕਟਰੀ ਬਣਾਤਾ ਆ ਤੇ ਚਲੋ। ਹਾਂਜੀ, ਵਾਹਿ ਖਾਲਸਾ ਵੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਦੇ ਸਰੋਤਿਆਂ ਸਟੇਜ ਦੇ ਉੱਤੇ ਪਹਿਲਾਂ ਦੱਸੋ ਸੈਕਟਰੀ ਕੌਣ ਹੈ? ਵਰਿੰਦਰ ਗੋਲਡੀ ਜਾਂ ਮੈਂ? ਜਦੋਂ ਸਟੇਜ ਤੇ ਟਾਈਮ ਮੰਗਿਆ ਜਾਂਦਾ ਸੀ ਉਦੋਂ ਸੈਕਟਰੀ ਸਾਹਿਬ ਨੂੰ ਪੁੱਛਦੇ, ਸੈਕਟਰੀ ਸਾਹਿਬ ਹੈਗੇ 5 ਮਿੰਟ ਮੇਰੇ ਵਾਸਤੇ? ਨਹੀਂ, ਤੁਹਾਨੂੰ ਅੱਜ ਆਉਣਾ ਹੀ ਪੈਣਾ ਸੀ ਕਿਉਂਕਿ ਨਾ ਉਹ ਕੋਈ ਗਲਿਚ ਆ ਉਹਦੇ ਉੱਤੇ ਫੇਸਬੁੱਕ ਤੇ। ਉਹ ਜਿਹੜਾ ਮੈਸੇਜ ਪਿਛਲੇ ਹਫ਼ਤੇ ਵਾਲਾ ਉਹੀ ਆਈ ਜਾਂਦਾ ਉੱਪਰ ਵੀ ਅਮੋਲਕ ਸਿੰਘ ਗੈਸਟ। ਆਉਣਾ ਹੀ ਪੈਣਾ ਸੀ। ਅਸੀਂ ਵੀ ਹੁਣ ਭਗਤੀ ਕੀਤੀ ਹੈ, ਇੰਨੀ ਤਾਂ ਸ਼ਕਤੀ ਹੈਗੀ ਆ। ਹਾਂਜੀ, ਕਰੋ ਗੱਲ। ਮੈਂ ਬੇਅਦਬੀ ਦੇ ਉੱਤੇ ਜਾਣਾ, ਥੋੜੀ ਜਿਹੀ ਮੇਰੀ ਕਾਲ ਹੋ ਜਣੀ 5 ਮਿੰਟ ਦੀ। ਆਪਾਂ ਪਿੱਛੇ ਜਾਣਾ ਪੈਣਾ। ਆਪਾਂ ਨੂੰ ਚਾਹੇ ਇਹਨੂੰ 47 ਵਾਲੀ ਵੰਡ ਨੂੰ ਲੈ ਲਈਏ। ਹਾਂਜੀ, 47 ਇਹ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਆ, ਉਹਦੇ ਵਿੱਚ ਹਮੇਸ਼ਾ ਵੱਡੀ ਧਿਰ ਨੂੰ ਖੁਸ਼ ਕੀਤਾ ਜਾਂਦਾ। ਜਿਹੜੀ ਛੋਟੀ ਧਿਰ ਆ ਉਹਨੂੰ ਅੱਤਵਾਦੀ ਬਣਾ ਦਿਓ, ਕ੍ਰਿਮੀਨਲ ਬਣਾ ਦਿਓ, ਕੁਛ ਬਣਾ ਕੇ ਪੇਸ਼ ਕਰ ਦਿਓ, ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ ਵੱਡੀ ਧਿਰ ਦੀਆਂ। 47 ਦੇ ਵਿੱਚ ਵੀ ਕੁਛ ਇਹੋ ਜਿਹਾ ਵਾਪਰਿਆ, ਪਰ ਉੱਥੇ ਵੀ ਬਹੁਤ ਵਧੀਆ ਜਿਹੜੇ ਗੁਰੂ ਨਾਨਕ ਦੇ ਸਿੱਖ ਸੀਗੇ, ਉਹਨਾਂ ਨੇ ਮੁਸਲਮਾਨਾਂ ਨੂੰ ਵੱਢਣ ਟੁੱਕਣ ਦੀ ਬਜਾਏ ਕਲਾਵਿਆਂ ਦੇ ਵਿੱਚ ਲਿਆ। ਕਲਾਵਿਆਂ ਦੇ ਵਿੱਚ ਲੈ ਕੇ 47 ਦੀ ਵੰਡ ਤੋਂ ਬਾਅਦ ਘਰੋਂ ਘਰੀ ਪਹੁੰਚਾ ਕੇ ਆਏ, ਬਾਹ ਇੱਜ਼ਤ ਪਹੁੰਚਾ ਕੇ ਆਏ। ਬਹੁਤ ਸਾਰੀਆਂ ਜਿਹੜੀਆਂ ਧੀਆਂ ਭੈਣਾਂ ਇਦਾਂ ਦੀਆਂ ਸੀ ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ, ਉਹਨੀ ਘਰਾਂ 'ਚ ਵਸਾ ਲਈਆਂ। ਆਪਾਂ ਨੂੰ ਪਤਾ ਹੈ ਸਤਿਕਾਰ ਜੇ ਦਿੱਤਾ ਤਾਂ ਉਹ ਵੀ ਆਪਣੀ ਧਰਮ ਪਤਨੀ ਨਾਲ ਸਤਿਕਾਰ ਦਿੱਤਾ, ਔਰ ਅੱਜ ਉਹ ਪਰਿਵਾਰ ਬਸੇ ਆ, ਬਹੁਤ ਹੈਗੇ ਆ। ਇੱਥੇ ਜਾ ਕੇ ਵੀ ਇਹਨਾਂ ਨੂੰ ਪੇਨ ਸੀਗੀ ਵੀ ਇਹਨਾਂ ਦੀ ਜਿਹੜੀ ਛਵੀ ਆ ਉਸ ਢੰਗ ਨਾਲ ਖਰਾਬ ਨਹੀਂ ਹੋ ਸਕੀ, ਜਿਹੜੇ ਢੰਗ ਨਾਲ ਅਸੀਂ ਕਹਿੰਦੇ ਸੀ ਵੀ ਲੈ ਲਓ ਹੁਣ ਤੁਸੀਂ ਇਹਨਾਂ ਮੁਸਲਮਾਨਾਂ ਦੇ ਕੋਲੋਂ ਆਪਣੇ ਸਾਹਿਬਜ਼ਾਦਿਆਂ ਦਾ ਬਦਲਾ। ਉਹ ਤੋਂ ਗਾਹਾਂ ਵਾਲੀ ਗੱਲ ਆਪਾਂ ਆਉਂਦੇ ਆ ਵੀ 84 ਤੱਕ ਫਿਰ ਇਹਨਾਂ ਨੇ ਸੋਚਿਆ ਵੀ ਇਹਨਾਂ ਦਾ ਡੈਮੇਜ ਅਸੀਂ ਕਿੱਦਾਂ ਕਰੀਏ, ਕਿਉਂਕਿ ਸੋਚ ਪਿੱਛੇ ਬਹੁਤ ਵਧੀਆ ਹੈ। ਤੁਸੀਂ ਜਿੰਨੀ ਮਰਜ਼ੀ ਵੱਢੀ ਜਾਓ, ਜੇ ਸਾਡੇ ਕੋਲ ਬੀਜ ਪਿਆ, ਜਿੰਨਾ ਚਿਰ ਬੀਜ ਪਿਆ ਸਾਡੀ ਫਸਲ ਫੇਰ ਦੁਬਾਰਾ ਹੋ ਜਾਣੀ। ਇਹ ਮੌਕੇ ਤੇ ਸਾਡੀ ਫਸਲ ਨੂੰ ਵੱਢਦੇ ਰਹੇ। ਹੁਣ ਆ ਕੇ ਆਪਾਂ ਖੜਕੂਬਾਦ ਦੇ ਉੱਤੇ ਆ ਜਾਣੀ ਸਿੱਧੀ। ਖੜਕੂਬਾਦ ਦੇ ਵਿੱਚ ਪਹਿਲਾਂ ਉਹੀ ਮੁੰਡੇ ਨਹੀਂ ਕੁੱਟ ਕੇ ਘਰਾਂ ਦੇ ਵਿੱਚੋਂ ਭਜਾਏ, ਜਿਹੜੇ ਮੁੰਡੇ ਬੜੀ ਸ਼ਾਂਤਮਈ ਢੰਗ ਦੇ ਨਾਲ ਆਪਣੇ ਜਿਹੜੇ ਪ੍ਰੋਗਰਾਮ ਦਿੰਦੇ ਸੀਗੇ। ਇਹਨਾਂ ਨੇ ਕਾਲਜਾਂ ਦੇ ਵਿੱਚੋਂ ਚੱਕੇ, ਆਪਾਂ ਨੂੰ ਪਤਾ ਹੀ ਆ ਸਾਰਾ ਕੁਝ, ਤੁਸੀਂ ਵੀ ਦੇਖਿਆ। ਉਹਨਾਂ ਨੂੰ ਟੌਰਚਰ ਇੰਨਾ ਕੀਤਾ, ਉਹਨਾਂ ਨੇ ਇਹ ਕਹਿ ਦਿੱਤਾ ਵੀ ਬਜ਼ੁਰਗੋ ਮੈਂ ਪੇਸ਼ ਨਹੀਂ ਹੋਣਾ, ਭਗੌੜਾ ਹੋ ਜਾਣਾ, ਮੇਰੇ ਕੋਲ ਸਹਾਰ ਨਹੀਂ ਹੁੰਦਾ। ਕਿਉਂਕਿ ਉਹ ਕਿਹੜਾ ਵਿਚਾਰੇ ਕਿਤੇ ਕੁੱਟ ਖਾ ਕੇ ਚੋਰ ਸੀਗੇ ਜਾਂ ਕੋਈ ਇਹੋ ਜਿਹੇ ਲੋਕ ਸੀ ਜਿਹੜੇ ਪੱਕੇ ਪਏ ਸੀਗੇ।
ਉਹ ਘਰਾਂ ਦੇ ਵਿੱਚੋਂ ਭਗੌੜੇ ਹੋ ਗਏ, ਜਿੱਥੋਂ ਕਿਤੇ ਹਥਿਆਰ ਮਿਲਿਆ ਹਥਿਆਰ ਚੱਕ ਕੇ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦੇ ਨਾਲ ਧੱਕਾ ਹੋਇਆ ਸੀ ਉਹਦੇ ਲਈ 1 2 4 ਐਕਸ਼ਨ ਕੀਤੇ। ਐਕਸ਼ਨ ਕਰਨ ਤੋਂ ਬਾਅਦ ਵਿੱਚ ਉਹ ਜਿਹੜੇ ਉਹ ਫਿਰ ਵੀ ਜਿਆਦਾ ਸਮਾਜ ਦੇ ਵਿੱਚ ਸਟੈਲੋ ਸਤਕਾਰੇ ਗਏ, ਲੋਕਾਂ ਨੇ ਉਹਨਾਂ ਨੂੰ ਦਰਕਾਰਿਆ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਦੇ ਨਾਲ ਧੱਕਾ ਹੋਇਆ। ਇਹਨਾਂ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਆਪਣੇ ਵਿੱਚ ਬੰਦੇ ਮਾੜੇ ਜਿਨ੍ਹਾਂ ਨੂੰ ਬਲੈਕ ਕੈਟ ਆਪਾਂ ਕਹਿੰਦੇ ਸੀਗੇ, ਹੁਣ ਉਹ ਬਲੈਕ ਕੈਟਾਂ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਜਿਹੜਿਆਂ ਘਰਾਂ ਦੇ ਵਿੱਚ ਜਾ ਕੇ ਧੀਆਂ ਨੂੰ ਸਤਿਕਾਰ ਦਿੰਦੇ ਸੀਗੇ, ਪਿਆਰ ਦਿੰਦੇ ਸੀਗੇ। ਇਹ ਰਿਬੇਰੋ ਵਰਗੇ ਨੇ ਆਪਣੀਆਂ ਬੁੱਕਾਂ ਦੇ ਵਿੱਚ ਲਿਖਿਆ ਵੀ ਇਹ ਨਹੀਂ ਮਾਰੇ ਜਾਣੇ, ਕਿਉਂਕਿ ਇਹ ਤਾਂ ਜਿਹੜੇ ਘਰ 'ਚ ਜਾਂਦੇ ਉਹਨਾਂ ਦੇ ਪੁੱਤ ਬਣ ਜਾਂਦੇ ਆ। ਉਹਨਾਂ ਨੇ ਦੇਖਿਆ ਵੀ ਇਹਨਾਂ ਨੂੰ ਪੁੱਤ ਬਣਨ ਨੂੰ ਉਠਾਓ ਘਰਾਂ ਦੇ ਵਿੱਚ। ਉਹਨਾਂ ਨੇ ਆਪਣੇ ਬੰਦੇ ਬਾੜ ਕੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਨਕਲੀ ਖਾੜਕੂਆਂ ਦੇ ਕੋਲੋਂ ਬਦਫੈਲੀਆਂ ਕਰਾਈਆਂ, ਲੋਕਾਂ ਦੀਆਂ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਗਏ। ਜਦੋਂ ਉਹ ਮੂਵਮੈਂਟ ਬਦਨਾਮ ਹੋ ਗਈ, ਸਿਰੇ ਦੀ ਬਦਨਾਮ ਹੋ ਗਈ, ਫਿਰ ਇਹਨਾਂ ਨੇ ਕੀ ਕੀਤਾ, ਜਿਹੜੇ ਸਹੀ ਬੰਦੇ ਸੀਗੇ ਪਹਿਲਾਂ ਵਾਲੇ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਮੁਕਾਬਲੇ ਬਣਾਉਣੇ ਸ਼ੁਰੂ ਕੀਤੇ। ਜਿਹੜਿਆਂ ਮੁਕਾਬਲਿਆਂ ਨੂੰ ਲੋਕਾਂ ਨੇ ਜਾਇਜ਼ ਠਹਿਰਾਇਆ, ਉਹਨਾਂ ਨੇ ਵੀ ਠਹਿਰਾਇਆ ਜਿਹੜੇ ਖਾੜਕੂ ਨੂੰ ਸ਼ਹਿ ਦਿੰਦੇ ਸੀਗੇ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਜੋ ਹੋਇਆ ਸੀ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਵੀ, ਅਜੇ ਤੱਕ ਵੀ ਨਹੀਂ ਦੱਸਿਆ। ਬਹੁਤ ਪਰਿਵਾਰ ਇਦਾਂ ਦੇ ਆ, ਪਰ ਉਹਨਾਂ ਨੇ ਇਹ ਕਿਹਾ ਵੀ ਯਾਰ ਇਹ ਖਾੜਕੂ ਗੰਦ ਪਾਤਾ ਸੀਗਾ, ਚੰਗਾ ਹੋਇਆ ਪੁਲਿਸ ਨਾਲ ਦੇ ਮੁਕਾਬਲੇ ਬਣਾ ਰਹੀ ਆ। ਲਹਿਰ ਦੇ ਉਲਟ ਭੁਗਤਗਾ ਆਪਾਂ ਬੇਅਦਬੀਆਂ ਦੇ ਉੱਤੇ ਆਵਾਂਗੇ, ਫਿਰ ਬੇਅਦਬੀਆਂ ਦਾ ਇਹਦੇ ਨਾਲ ਜੋੜ ਕੇ ਦੇਖਿਓ ਥੋੜਾ ਜਿਹਾ। ਫਿਰ ਜਿਹੜੇ ਉਹਨਾਂ ਦੇ ਜਿਹੜੇ ਟਾਊਟ ਸੀਗੇ ਉਹ ਸਾਰੇ ਟਾਊਟ ਉਹਨਾਂ ਨੇ ਬਚਾ ਲਏ। ਹੁਣ ਜਦੋਂ ਮੁਕਾਬਲਾ ਬਣਦਾ ਸੀ ਨਾ, ਮੁਕਾਬਲੇ ਦੇ ਨਾਲ ਮੁੰਡਾ ਹੀ ਨਹੀਂ ਸੀ ਮਰਦਾ, ਉਹਦੇ ਨਾਲ ਜੇ ਕੋਈ ਇੰਸਪੈਕਟਰ ਆ ਉਹ ਡੀਐਸਪੀ ਐਸਐਸਪੀ ਸਟਾਰ ਲੱਗਣ ਲੱਗਾ ਮੋਢਿਆਂ ਦੇ ਉੱਤੇ। ਉਹ ਸਟਾਰਾਂ ਦੇ ਲਾਲਚ ਦੇ ਵਿੱਚ ਬਹੁਤ ਜ਼ਿਆਦਾ ਬੁੱਚੜ ਪੁਲਿਸ ਵਾਲਿਆਂ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਬੇਕਸੂਰ ਮੁੰਡੇ ਚੱਕ ਕੇ ਮਾਰ ਦਿੱਤੇ। ਬਿਲਕੁਲ ਕੋਈ ਸ਼ੱਕ ਨਹੀਂ, ਜਿਨ੍ਹਾਂ ਦਾ ਕਿਸੇ ਨਾ ਉਹ ਬਲੈਕ ਕੈਟ ਸੀਗੇ, ਨਾ ਉਹਨਾਂ ਨੇ ਹਥਿਆਰ ਚੱਕੇ ਸੀਗੇ, ਨਾ ਉਹਨਾਂ ਨੇ ਕਦੇ ਖਾਲਿਸਤਾਨ ਦਾ ਨਾਰਾ ਲਾਇਆ ਸੀ, ਨਾ ਉਹਨੇ ਕਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਦਾ ਨਾਰਾ ਲਾਇਆ ਸੀ। ਉਹ ਪੱਠੇ ਵੱਢਦੇ ਚੱਕ ਕੇ, ਕੋਈ ਦੁੱਧ ਪਾਉਣ ਜਾਂਦਾ ਸੀ, ਕੋਈ ਪੱਠੇ ਵੱਢਦਾ ਸੀ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਲਾਲਚ ਆ ਗਿਆ ਵੀ ਹੁਣ ਤਰੱਕੀਆਂ ਮਿਲਦੀਆਂ ਮੁੰਡਿਆਂ ਨੂੰ ਮਾਰ ਕੇ। ਉਹਨਾਂ ਨੇ ਉਹ ਮੁੰਡੇ ਨਜਾਇਜ਼ ਚੱਕ ਕੇ ਸਟਾਰ ਲਵਾ ਲਿਆ। ਅੱਜ ਤੁਸੀਂ ਇਹਨਾਂ ਨੂੰ ਸਾਰੇ ਕਸ ਨੂੰ ਜੋੜ ਕੇ ਦੇਖੋ, ਬੇਅਦਬੀਆਂ ਹੋਈਆਂ, ਪਰ ਜਿਹੜੇ ਬੇਅਦਬੀਆਂ ਕਰਾਉਣੇ ਵਾਲੇ ਆ ਉਹ ਤਾਂ ਸੇਫ ਤੁਰੇ ਫਿਰਦੇ ਆ। ਉਹਨਾਂ ਨੇ ਬੇਅਦਬੀਆਂ ਸਹੀ ਕਰਨ ਵਾਲੇ ਬੰਦੇ ਵੀ ਬਚਾ ਲੈਣੇ ਆ। ਉਹਨਾਂ ਨੇ ਆਹ ਜਿਹੜੇ ਬੰਦੇ ਤਿਆਰ ਕੀਤੇ ਉਹ ਆ ਦੇਖੋ ਜੀ, ਬੰਦਾ ਤਿਆਰ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂ। ਜਦੋਂ ਬੱਚਾ ਜੰਮਦਾ ਉਹਨੂੰ ਜਿਹੜੀ ਮਰਜ਼ੀ ਬੋਲੀ ਸਿਖਾ ਲਓ, ਪੰਜਾਬੀ ਅੰਗਰੇਜ਼ੀ ਜੋ ਵੀ ਤੁਸੀਂ ਮਰਜ਼ੀ ਸਿਖਾ ਲਓ। ਜਦੋਂ ਉਹਨਾਂ ਨੂੰ ਟ੍ਰੇਨਡ ਹੀ ਇਹੋ ਜਿਹੇ ਤਰੀਕੇ ਨਾਲ ਉਹਨਾਂ ਨੇ ਕੀਤਾ ਵੀ ਤੁਸੀਂ ਆਹ ਕੁਛ ਕਰਨਾ, ਜਿੱਦਾਂ ਬਾਕੀ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਕਰ ਚੁੱਕੇ ਆ, ਉਸ ਤੋਂ ਬਾਅਦ ਵਿੱਚ ਉਹ ਨਾਲ ਹੀ ਬੰਦਾ ਚੱਕਦੇ ਆ, ਚੱਕ ਕੇ ਉਸੇ ਟਾਈਮ ਉਹਦਾ ਕਤਲ ਕਰ ਦਿੰਦੇ ਆ। ਹੁਣ ਉਹ ਕਤਲ ਕਰ ਦਿੰਦੇ ਆ, ਸਾਡੇ ਮਨ 'ਚ ਸਾਰਿਆਂ ਦੇ ਗੁੱਸਾ ਆ ਵੀ ਚੰਗਾ ਹੋਇਆ ਯਾਰ ਇਹ ਮਾਰ ਦਿੱਤਾ, ਬਹੁਤ ਵਧੀਆ ਕੀਤਾ, ਕਿਉਂਕਿ ਅਸੀਂ ਅੱਕੇ ਪਏ ਆ। ਜਿਹੜੀ ਪੁਲਿਸ ਹੈ, ਪੁਲਿਸ ਇਹਨਾਂ ਨੂੰ ਜਾਂ ਸਾਡਾ ਕਾਨੂੰਨ ਹੈ ਇਹਨਾਂ ਨੂੰ ਸਜ਼ਾਵਾਂ ਨਹੀਂ ਦੇ ਰਿਹਾ। ਪਰ ਇਹ ਸਾਨੂੰ ਖੋਜਣਾ ਪੈਣਾ ਕਿ ਵਾਕਿਆ ਹੀ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਪਹਿਲਾਂ ਬੇਅਦਬੀਆਂ ਕੀਤੀਆਂ ਸੀਗੀਆਂ। ਜਦੋਂ ਉਹ ਕਿਸਾਨ ਅੰਦੋਲਨ ਰਾਜਨੀਤਿਕ ਲੀਡਰਾਂ ਦੇ ਘਰਾਂ ਤੱਕ ਚਲ ਗਿਆ ਸੀ, ਉਦੋਂ ਬੇਅਦਬੀਆਂ ਸ਼ੁਰੂ ਹੋਈਆਂ 2015 ਦੇ ਵਿੱਚ। ਉਸ ਐਜੀਟੇਸ਼ਨ ਨੂੰ ਖਤਮ ਕਰਨ ਵਾਸਤੇ ਕਿਹਨੇ ਬੇਅਦਬੀਆਂ ਕਰਾਈਆਂ ਸੀ ਉਸ ਟਾਈਮ ਦੇ ਵਿੱਚ? ਕਿ ਉਹ ਬੰਦੇ ਜਿਹੜੇ ਆ ਉਹ ਫੜੇ ਗਏ ਸੀ ਉਸ ਟਾਈਮ ਦੇ ਵਿੱਚ? ਕਿ ਉਹਨਾਂ ਨੂੰ ਸਜ਼ਾਵਾਂ ਹੋਈਆਂ? ਇਦਾਂ ਹੀ ਜਿੱਦਾਂ ਨਕਲੀ ਖਾੜਕੂ, ਅਸਲੀ ਖਾੜਕੂ, ਬੇਕਸੂਰ ਲੋਕ ਮਾਰੇ ਗਏ, ਇਹਨਾਂ ਤਿੰਨਾਂ ਚੀਜ਼ਾਂ ਨੂੰ ਜੋੜ ਲਿਓ, ਇਹ ਬੇਅਦਬੀਆਂ ਵੀ ਸਾਡੀ ਸਮਝ ਦੇ ਮੁਤਾਬਕ ਕੁਝ ਇਹੋ ਜਿਹੀਆਂ ਲੱਗ ਰਹੀਆਂ। ਫਿਰ ਅਸੀਂ ਕਹਿੰਦੇ ਆ ਇਹ ਸਾਡੀ ਸਮਝ ਹੈ। ਜੇ ਅਸੀਂ ਨਾ ਇਹਨੂੰ, ਕਈ ਵੀਰ ਹੁਣ ਕੱਲ ਪਰਸੋਂ ਦੇ ਪੋਸਟਾਂ ਪਾ ਰਹੇ ਸੀ, ਹੁਣ ਦੱਸੋ, ਹੁਣ ਬੋਲਣ ਕਾਮਰੇਡ, ਹੁਣ ਅਸੀਂ ਯਾਰ ਕਮਾਲ ਹੋ ਗਈ ਗੱਲ ਦੀ। ਅਸੀਂ ਸਾਨੂੰ ਕਿਤੇ ਗੁਰੂ ਤੁਹਾਡੇ ਨੂੰ ਘੱਟ ਪਿਆਰਾ, ਸਾਨੂੰ ਵੀ ਗੁਰੂ ਨੇ ਪਿਆਰਾ, ਪਰ ਅਸੀਂ ਕਹਿੰਦੇ ਥੋੜੀ ਜਿਹੀ ਸੋਚ ਤਾਂ ਰੱਖੋ। ਜੈਸ ਨੋ ਦੇ ਉੱਤੇ ਤੁਸੀਂ ਕਿੱਦਾਂ ਰੁਕ ਜੂਗੇ ਆ ਕੇ? ਐਡੀ ਵੱਡੀ ਗੱਲ ਹੋਈ ਆ, ਇਹ ਜੈਸ ਨੋ ਤੇ ਕਰਨ ਵਾਲੀ ਗੱਲ ਥੋੜੀ ਆ। ਇਹ ਤਾਂ ਤੁਹਾਨੂੰ ਬਹੁਤ ਸੋਚਣਾ ਪੈਣਾ, ਡੀਪਲੀ ਸੋਚਣਾ ਪੈਣਾ ਵੀ ਤੁਹਾਡੀ, ਦੇਖੋ ਜਿੰਨਾ ਦੁੱਖ ਸਾਨੂੰ ਬੇਅਦਬੀ ਦਾ ਆ, ਉਨਾ ਹੀ ਦੁੱਖ ਸਾਨੂੰ ਇਸ ਚੀਜ਼ ਦਾ ਆ ਵੀ ਸਾਡੀ ਦੁਨੀਆ ਭਰ ਦੇ ਵਿੱਚ ਛਵੀ ਖਰਾਬ ਕੀਤੀ ਜਾ ਰਹੀ ਆ। ਜਿਹੜੀ ਸ਼ਾਖ ਸਿੱਖਾਂ ਦੀ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬੀਆਂ ਦੀ ਬਣ ਗਈ ਸੀ ਨਾ, ਉਹਨਾਂ ਤੋਂ ਫਿਰ ਨਹੀਂ ਬਰਦਾਸ਼ਤ ਹੋ ਰਹੀ। ਉਹਨਾਂ ਨੇ ਇਹਨੂੰ ਖਰਾਬ ਕਰਨ ਵਾਸਤੇ ਇਹੋ ਜਿਹਾ ਕੰਮ ਹਜੇ ਹੋਰ ਕਰਵਾਉਣੇ ਆ। ਪਰ ਅਸੀਂ ਜਾਣੇ ਅਣਜਾਣੇ ਇਸ ਚੀਜ਼ ਨੂੰ ਸ਼ਹਿ ਨਾ ਦਈਏ। ਅਸੀਂ ਜਿਹੜੀ ਤੁਹਾਡੀ ਵਿਵੇਕ ਬੁੱਧੀ ਆ ਉਹਨੂੰ ਵਰਤ ਕੇ ਥੋੜੀ ਇਸ ਚੀਜ਼ ਦੀ ਤਹਿ ਤੱਕ ਜਾਈਏ ਵੀ ਜਿਹੜੇ ਬੰਦੇ ਹੁਣ ਫੜ ਹੋ ਰਹੇ ਆ। ਦੇਖੋ ਦਰਬਾਰ ਸਾਹਿਬ ਦੇ ਵਿੱਚ ਬੰਦਾ ਫੜਿਆ ਗਿਆ ਸੀ, ਮੈਂ ਇਹ ਗੱਲ ਕਰਦਾ ਸੀ, ਉਹਨੂੰ 2 ਦਿਨ ਵੀ ਅੰਦਰ ਟੌਰਚਰ ਕਰੀ ਜਾਂਦੇ ਨਾ। ਭਾਰਤ ਦੀ ਫੌਜ ਦੀ ਵੀ ਹਿੰਮਤ ਨਹੀਂ ਸੀ ਪੈਣੀ ਵੀ ਦਰਬਾਰ ਸਾਹਿਬ ਮੈਂ ਉਹ ਗੱਲ ਕਰ ਰਿਹਾ ਬੰਦਾ ਕੱਢ ਲੈਂਦੇ ਸੀ। ਬਿਲਕੁਲ, ਤੁਸੀਂ ਉਹਨੂੰ ਜਿੰਨਾ ਮਰਜ਼ੀ ਟੌਰਚਰ ਕਰੋ। ਮੈਂ ਕਹਿੰਦਾ ਜਦੋਂ ਤੁਸੀਂ ਟੌਰਚਰ ਇਸ ਦਰਜੇ ਦਾ ਕਰਨਾ ਵੀ ਚਾਹੇ ਮਰਦਾ ਮਰ ਜਾ ਯਾਰ। ਜਿਹੜੀ ਹੈ ਨਾ ਗੱਲ ਜੱਗੀ ਭਾ ਨੇ ਕੀਤੀ ਸੀ, ਮੈਂ ਥੋੜੀ ਜਿਹੀ ਜੱਗੀ ਭਾ ਦੀ ਗੱਲ ਨੂੰ ਕੱਟੂੰਗਾ ਕਿਉਂਕਿ ਉੱਥੇ ਕੁਐਸਚਨ ਉੱਠਣਾ ਵੀ ਇਹ ਕਹਿੰਦੇ ਸੀ ਚੋਰ ਫੜਿਆ ਗਿਆ, ਚੋਰ ਨੂੰ ਕੁੱਟੀ ਗਿਆ, ਚੋਰ ਬੋਲਿਆ ਨਹੀਂ। ਉਹ ਚੋਰ ਨੂੰ ਇਸ ਹਿਸਾਬ ਨਾਲ ਕੁੱਟਦੇ ਸੀਗੇ ਵੀ ਕੁੱਟਦੇ ਵੀ ਸੀ, ਇਸ ਗੱਲੋਂ ਵੀ ਡਰਦੇ ਸੀ ਵੀ ਕਿਤੇ ਕੁੱਟਦਿਆਂ ਤੇ ਮਰ ਨਾ ਜਾਵੇ ਸਾਡੇ ਕੋਲ, ਸਾਡੇ ਤੇ ਇਹਦਾ ਕਤਲ ਪੈ ਜਾਣਾ। ਕੰਧਾਂ ਬੋਲਣ ਲੱਪਣੀਆਂ, ਕੰਧਾਂ ਜੱਗੀ ਭਾ, ਬੰਦਾ ਕਿੱਦਾਂ ਨਹੀਂ ਬੋਲਦਾ? ਇਹ ਗੱਲ ਜਿਹੜੀ ਆ ਤੁਹਾਡੇ ਆਪਣੇ ਵਿਚਾਰਾਂ ਦੇ ਉਲਟ ਜਾਂਦੀ ਹੈ, ਬੰਦਾ ਬੋਲਿਆ ਨਹੀਂ, ਬੰਦੇ ਬੋਲ ਪੈਂਦੇ ਆ।
ਬਿਲਕੁਲ। ਪਰ ਬੰਦੇ ਨੂੰ ਤੁਸੀਂ ਇਸ ਦਰਜੇ ਤੱਕ ਕੁੱਟੋ ਵੀ ਯਾਰ ਜੇ ਮਰ ਵੀ ਗਿਆ ਤੇ ਸਾਡਾ ਤਾਂ ਗੁੱਸਾ ਇਹਨੂੰ ਮਾਰਨ ਤੱਕ ਹੈ। ਔਰ ਮੈਂ ਇੱਥੇ ਇੱਕ ਹੋਰ ਗੱਲ ਐਡ ਕਰਦਾ ਮੁਲਕ ਸਿੰਘ ਜੀ, ਵੀ ਉਹਨੂੰ ਕੁੱਟਿਆ ਹੀ ਇਸ ਹਿਸਾਬ ਨਾਲ ਗਿਆ ਵੀ ਇਹ ਬੋਲੇ ਨਾ ਮਰ ਜਾਵੇ। ਬਿਲਕੁਲ, ਇੱਥੇ ਅਸੀਂ ਸੋਚਣ ਤੇ ਮਜਬੂਰ ਹੋ ਜਾਂਦੇ ਆ ਕਿ ਬੇਅਦਬੀ ਕਰਵਾਉਣੇ ਵਾਲੇ ਹੀ ਤਾਂ ਨਹੀਂ ਕਿਤੇ ਮਾਰਨੇ ਵਾਲੇ ਸੀ। ਹਾਂ, ਅਸੀਂ ਨਹੀਂ ਕਹਿੰਦੇ, ਇਲਜ਼ਾਮ ਨਹੀਂ ਲਾਉਂਦੇ, ਪਰ ਯਾਰ ਸਾਨੂੰ ਸੋਚ ਰੱਖਣੀ ਪੈਣੀ ਹੈ ਨਾ। ਇਹ ਬਿਲਕੁਲ ਸਾਨੂੰ ਸੋਚਣਾ ਪੈਣਾ ਵੀ ਤੁਸੀਂ ਇੰਨਾ ਮੌਕਾ ਵੀ ਨਹੀਂ ਦਿੱਤਾ। ਨਾਲੇ ਉਹ ਫੇਰ ਮੈਂ ਕਹਿੰਦਾ ਥਾਂ ਇਦਾਂ ਦੀ ਸੀਗੀ, ਉੱਥੋਂ ਪੁਲਿਸ ਬੰਦਾ ਕੱਢ ਕੇ ਲਿਜਾ ਹੀ ਨਹੀਂ ਸੀ ਸਕਦੀ। ਲਿਜਾ ਨਹੀਂ ਸਕਦੀ, ਬਿਲਕੁਲ। ਅੱਗੇ ਤਾਂ ਤੁਹਾਡੇ ਕੋਲ ਫੜ ਕੇ ਲੈ ਜਾਂਦੇ ਆ, ਕਦੇ ਤੁਸੀਂ ਪਿੰਡ ਦੇ ਕਿਸੇ ਗੁਰੂ ਘਰ 'ਚ ਫੜਿਆ, ਉੱਥੇ ਪੰਚਾਇਤ ਸੀ, ਪੰਚਾਇਤ ਦੇ ਉੱਤੇ ਪੁਲਿਸ ਧੱਕਾ ਕਰਕੇ ਲੈ ਗਈ ਚੱਕ ਕੇ। ਦਰਬਾਰ ਸਾਹਿਬ ਦੇ ਵਿੱਚੋਂ ਸਾਨੂੰ ਇਹ ਦੱਸੋ ਵੀ ਦਰਬਾਰ ਸਾਹਿਬ 'ਚੋਂ ਕਿੱਦਾਂ ਲੈ ਜਾਂਦੀ ਪੁਲਿਸ। ਹੁਣ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ ਕਿ ਅਨੰਦਪੁਰ ਸਾਹਿਬ ਵਾਲਾ ਵੀ ਬੋਲਿਆ ਹੀ ਸੀਗਾ, ਅਨੰਦਪੁਰ ਸਾਹਿਬ ਵਾਲਾ ਬੋਲ ਕੇ ਪੁਲਿਸ ਨੇ ਕੀ ਕਰ ਲਿਆ। ਅਸੀਂ ਤੁਹਾਨੂੰ ਕਹਿੰਦੇ ਨਹੀਂ ਵੀ ਬੰਦਾ ਮਾਰਨਾ ਨਜਾਇਜ਼ ਆ, ਅਸੀਂ ਤਾਂ ਕਹਿੰਦੇ ਆ ਬੰਦਾ ਮਾਰੋ, ਨਹੀਂ ਸੀ ਦੇਣਾ ਚਾਹੀਦਾ ਬੰਦਾ। ਤੁਸੀਂ ਉਹਦੇ ਨਾਲ ਨਾ ਜੋੜੋ, ਅਨੰਦਪੁਰ ਸਾਹਿਬ ਵਾਲੀ ਘਟਨਾ ਨਾਲ ਮੈਂ ਬਹੁਤ ਕਮੈਂਟ ਪੜ੍ਹਦਾ ਸੀਗਾ ਔਰ ਹਾਸਾ ਵੀ ਆਉਂਦੇ ਨਾ ਲੋਕਾਂ ਦੇ ਉੱਤੇ। ਮੈਨੂੰ ਇੱਕ ਉਹ ਗੱਲ ਚੇਤ ਆ ਜਾਂਦੀ ਆ ਵੀ ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਅਸੀਂ ਤਾਂ ਆਪਣੀ ਗੱਲ ਤੇ ਅੱਜ ਵੀ ਖੜੇ ਆ। ਤੁਸੀਂ ਹਰੇਕ ਥਾਂ ਤੇ ਚੇਂਜ ਹੁੰਨੇ ਆ, ਐਵਰੀ ਡੇ ਚੇਂਜ ਹੁੰਨੇ ਆ ਤੁਸੀਂ, ਹਨਾ, ਆਪਣੀਆਂ ਗੱਲਾਂ ਤੇ ਚੇਂਜ ਹੁੰਨੇ ਆ। ਸੋ ਉਹ ਜਿਹੜੀ ਗੱਲ ਹੈ ਨਾ ਵੀ ਇਹਨੂੰ ਹਰੇਕ ਘਟਨਾ ਨੂੰ ਇੱਕ ਦੂਜੇ ਦੇ ਨਾਲ ਮੈਚ ਕਰਨ, ਨਹੀਂ, ਉਹਨਾਂ ਨੇ ਐਤਕੀ ਘਟਨਾ ਉੱਥੇ ਕਰਾਈ ਆ ਜਿੱਥੋਂ ਇਹ ਗੱਲ ਸਾਰੀ ਦੁਨੀਆ ਦੇ ਉੱਤੇ ਜਾਣੀ ਆ। ਉਹਨਾਂ ਨੇ ਤੁਹਾਡਾ ਕੇਂਦਰ ਬਿੰਦੂ ਪਿਕ ਕੀਤਾ। ਚਾਹੇ ਮੈਂ ਪ੍ਰੀਤ ਮਹਿੰਦਰ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਵੀ ਜਿੱਥੇ ਸਾਡਾ ਗੁਰੂ ਸਾਹਿਬ ਹੈਗੇ ਆ, ਸਾਡੇ ਉਹੀ ਦਰਬਾਰ ਸਾਹਿਬ ਆ, ਪਰ ਉਸ ਦਰਬਾਰ ਸਾਹਿਬ ਦੀ ਗੱਲ ਜਿਹੜੀ ਸੀ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਦੂਜੀਆਂ ਕਮਿਊਨਿਟੀਆਂ ਦੇ ਵਿੱਚ, ਦੂਜੀਆਂ ਕੌਮਾਂ 'ਚ ਵੀ ਜਾਣੀ ਸੀ। ਵਿਆਹ ਦੇਖੋ ਸਿੱਖਾਂ ਨੇ ਕੀ ਕਰ ਦਿੱਤਾ, ਇਹਨਾਂ ਦੇ ਦਰਬਾਰ ਸਾਹਿਬ ਦੇ ਵਿੱਚ ਇੱਕ ਬੰਦੇ ਨੇ ਜੰਪ ਮਾਰ ਕੇ ਕਿਰਪਾਨ ਚੱਕੀ ਆ, ਕਿਰਪਾਨ ਚੱਕਣ ਤੋਂ ਬਾਅਦ ਵਿੱਚ ਬੰਦਾ ਵਾਪਸ ਆਇਆ। ਇਹਨਾਂ ਨੇ ਬੰਦਾ ਜਿਹੜਾ ਉਹ ਬਿਨਾਂ ਕਿਸੇ ਤਫਤੀਸ਼ ਤੋਂ, ਬਿਨਾਂ ਕਿਸੇ ਪੁੱਛਗਿੱਛ ਤੋਂ 5 ਮਿੰਟਾਂ ਦੇ ਵਿੱਚ ਬੰਦਾ ਜਿਹੜਾ ਮਾਰ ਕੇ ਖਤਮ ਕਰ ਦਿੱਤਾ। ਔਰ ਇਸ ਚੀਜ਼ ਦਾ ਸਾਨੂੰ ਸਭ ਤੋਂ ਵੱਡਾ ਦੁੱਖ ਹੈ ਵੀ ਉਹ ਬੰਦਾ ਖਤਮ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਚਿਰ ਜਿੰਨਾ ਚਿਰ ਉਹਦੇ ਵਿੱਚੋਂ ਇਹ ਨਾ ਕਢਾ ਲੈਂਦੇ ਤੈਨੂੰ ਭੇਜਦਾ ਕੌਣ ਹੈ। ਆਪਣੇ ਗੱਲ ਕਰਦੇ ਹੁੰਦੇ ਚੋਰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਨਹੀਂ ਤਾਂ ਪੁੱਤ ਫੇ ਗਾਹਾਂ ਵੀ ਜੰਮਦੇ ਰਹਿਣੇ ਆ। ਇਹ ਚੀਜ਼ ਦੀ ਤਹਿ ਤੱਕ ਜਾਣ ਨੂੰ ਅਸੀਂ ਕਹਿੰਦੇ ਆ। ਜਿਹੜੇ ਵੀਰ ਸਾਨੂੰ ਕਹਿੰਦੇ ਨਾ ਵੀ ਤੁਸੀਂ ਬੋਲੋ ਜੈਸ ਜਾਂ ਨੋ, ਉਹਨਾਂ ਨੂੰ ਮੈਂ ਦੱਸ ਦਿਆਂ ਤੁਹਾਨੂੰ, ਤੁਹਾਡੇ ਨਾਲੋਂ ਸਾਨੂੰ ਹੋ ਸਕਦਾ ਗੁਰੂ ਸਾਹਿਬ ਦੇ ਬਾਰੇ ਜਾਣਕਾਰੀ ਵੀ ਜ਼ਿਆਦਾ ਹੋਵੇ ਤੇ ਅਸੀਂ ਗੁਰੂ ਸਾਹਿਬ ਦੀਆਂ ਕਈਆਂ ਹੋਈਆਂ ਗੱਲਾਂ ਤੇ ਵੀ ਜ਼ਿਆਦਾ ਚੱਲਦੇ ਹੋਈਏ। ਇੱਥੇ ਨਾ ਇਹਨਾਂ ਦੇ ਪਰਿਵਾਰ ਵੱਸ ਦੇ ਵਿੱਚ, ਨਾ ਇਹਨਾਂ ਦੀਆਂ ਭੈਣਾਂ ਵੱਸ ਦੇ ਵਿੱਚ, ਨਾ ਇਹਨਾਂ ਦਾ ਕੋਈ ਹੋਰ ਕਿਰਦਾਰ ਹੈ। ਇਹ ਮੈਂ ਨਾਂ ਨਹੀਂ ਲੈਣਾ ਕਿਉਂਕਿ ਦੁੱਕੀ ਦੇ ਬੰਦਿਆਂ ਦਾ ਅਸੀਂ ਨਾਂ ਲੈ ਕੇ ਇੱਥੇ ਆਪਣੇ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ। ਉਹ ਟੁੱਚੇ ਜਿਹੇ ਲੋਕ ਆ, ਉਹਨਾਂ ਦੇ ਪਿੱਛੇ ਪਤਾ ਨਹੀਂ ਫਾਲੋਅਰ ਲਾ ਕੇ, ਪੇਜ ਪੂਜਾ ਬਣਾ ਕੇ, ਫੇਕ ਆਈਡੀਆਂ ਲਾ ਕੇ, ਉਹ ਪਤਾ ਨਹੀਂ ਆਪਣੇ ਆਪ ਨੂੰ ਕੀ ਪੇਸ਼ ਕਰਨਾ ਚਾਹੁੰਦੇ ਆ। ਇੱਕ ਗੱਲ ਲਾਸਟ ਵਾਲੀ ਮੈਂ ਐਡ ਕਰਕੇ ਆਪਣੀ ਕਾਲ ਸਮਾਪਤ ਕਰੂੰਗਾ। ਰਾਤੀ ਅਸੀਂ ਪ੍ਰੋਗਰਾਮ ਤੇ ਸੀਗੇ ਇੱਕ, ਤੇ ਉੱਥੇ ਤਕਰੀਬਨ 1000 ਤੋਂ 1500 ਵੀਰ ਸਾਡਾ ਸੀਗਾ ਔਰ ਬਹੁਤ ਵੀਰ ਜਿਹੜੇ ਮੀਡੀਆ ਦੇ ਕੰਮ ਕਰਦੇ ਸੀ ਉਹ ਮਿਲੇ। ਤੁਸੀਂ ਯਕੀਨ ਮੰਨਿਓ ਇੰਨੇ ਪਿਆਰ ਨਾਲ ਮਿਲੇ ਨਾ, ਮੈਂ ਹੈਰਾਨ ਰਹਿ ਗਿਆ ਵੀ ਯਾਰ ਸੱਚੀ ਉਹ ਭਰਾ ਆ ਜਿਹੜੇ ਫੇਸਬੁੱਕ ਦੇ ਉੱਤੇ ਜਾ ਕੇ ਇਹੋ ਜਿਹਾ ਤੰਜ ਕੱਸਦੇ ਆ ਵੀ ਸਾਡੇ ਗੱਲਾਂ ਵਿੱਚ ਹੀ ਨਿਕਲ ਜਾਂਦੀਆਂ। ਫਿਰ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਵੀ ਇਹ ਵੀਰ ਕੁਛ ਧਿਰਾਂ ਨੂੰ ਖੁਸ਼ ਕਰਨ ਵਾਸਤੇ ਫੇਸਬੁੱਕ ਚਲਾ ਰਹੇ ਆ, ਪਰ ਇਹ ਰੀਅਲ ਲਾਈਫ ਦੇ ਵਿੱਚ ਬੰਦੇ ਬਹੁਤ ਚੰਗੇ ਆ। ਮੈਂ ਨਾਂ ਨਹੀਂ ਲੈਣਾ ਕਿਸੇ ਦਾ ਵੀ, ਬਹੁਤ ਵੀਰ ਸੀਗੇ, ਕਿਉਂਕਿ ਇੱਕ ਦਾ ਨਾਂ ਲੈਤਾ ਬਾਕੀਆਂ ਨੇ ਗੁੱਸੇ ਹੋ ਜਾਣਾ। ਗੁਆਂਢੀ ਦੇਸ਼ ਕੈਨੇਡਾ ਤੋਂ ਵੀ ਆਏ ਸੀਗੇ, ਇੱਥੇ ਦੇ ਵੀ ਸੀਗੇ। ਸਾਡੇ ਮਨਾਂ ਦੇ ਵਿੱਚ ਯਕੀਨ ਮੰਨਿਓ ਉਹਨਾਂ ਲਈ ਬਹੁਤ ਵੱਡੀ ਇੱਜ਼ਤ ਬਣ ਗਈ। ਮੈਂ ਚਾਹੁੰਦਾ ਹੁੰਦਾ ਵੀ ਜਿੱਦਾਂ ਅਸੀਂ ਗਰਾਊਂਡ ਤੇ ਵਿਚਰਦੇ ਆ, ਇਦਾਂ ਹੀ ਫੇਸਬੁੱਕਾਂ ਦੇ ਉੱਤੇ ਵਿਚਰੀਏ, 2 ਫੇਸ ਲੈ ਕੇ ਨਾ ਵਿਚਰੀਏ। ਬਸ ਆਪਾਂ ਪੂਰਾ ਇੱਕ ਪ੍ਰੋਗਰਾਮ ਇਸ ਗੱਲ ਤੇ ਕੀਤਾ ਵੀ ਅਸੀਂ ਅੰਦਰੋਂ ਬਾਹਰੋਂ ਇੱਕ ਨਹੀਂ ਹੋ ਸਕੇ। ਅਸੀਂ ਬਹੁਤ ਗੱਲਾਂ ਉਹ ਕਰ ਜਾਂਦੇ ਵੀ ਚੱਲ ਸਾਰਿਆਂ ਨੂੰ ਖੁਸ਼ ਕਰ ਦਈਏ, ਕੋਈ ਗੱਲ ਨਹੀਂ। ਇਹ ਕੰਮ ਨਾ ਕਰੋ ਕਿਉਂਕਿ ਤੁਹਾਡੀ ਜੋ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਦੋਂ ਤੁਸੀਂ ਮੀਡੀਆ 'ਚ ਆ ਜਾਂਦੇ ਆ ਫਿਰ ਤੁਸੀਂ ਇੱਕ ਆਮ ਲੋਕ ਨਹੀਂ ਰਹਿ ਜਾਂਦੇ। ਤੁਹਾਡੀ ਜ਼ਿੰਮੇਵਾਰੀ ਇਹ ਚੀਜ਼ ਦੀ, ਤੁਸੀਂ ਸੱਚ ਨੂੰ ਸਾਹਮਣੇ ਲੈ ਕੇ ਆਓ। ਇਹ ਨਾ ਹੋਵੇ ਵੀ ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਤੋਂ ਗਾਲਾਂ ਖਾਣ ਤੋਂ ਡਰਨ ਕਰਕੇ ਤੁਸੀਂ ਹਵਾ ਦੇ ਰੁੱਖ ਦੇ ਵਿੱਚ ਬਹਿ ਜਾਓ। ਬਿਲਕੁਲ। ਸੋ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸੀ, ਮੇਰੀ ਕਾਲ ਕਾਫੀ ਲੰਮੀ ਹੋ ਗਈ। ਸੋ ਇਹ ਬਿਲਕੁਲ ਹੀ ਚੀਜ਼ਾਂ ਨੂੰ ਪਹਿਲਾਂ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ, ਬਦਨਾਮ ਕਰਕੇ ਉਹਦੇ ਥਾਂ ਦੇ ਉੱਤੇ ਜਿਹੜੇ ਬੰਦੇ ਆ ਉਹ ਬੇਕਸੂਰ ਮਾਰੇ ਜਾਂਦੇ ਆ। ਜੋ ਕੁਛ ਅੱਜ ਹੋ ਰਿਹਾ ਸਾਡੀ ਸਮਝ ਦੇ ਮੁਤਾਬਕ, ਬਾਕੀ ਇਹ ਹੌਲੀ ਹੌਲੀ ਜਿੱਦਾਂ ਤੁਹਾਡੇ ਕਹਿਣਾ ਉਹ ਗੱਲ ਆ ਜਾਣੀ ਆ ਬਾਹਰ। ਇਹ ਯੂਪੀ ਦੇ ਨਾਲ ਵੀ ਗੱਲ ਜਾਣੀ ਆ। ਯੂਪੀ ਦੇ ਵਿੱਚ ਸਿੱਖਾਂ ਦੀ ਜਿਹੜੀ ਆ ਉਹ ਚਾਹੇ ਉਹ 0.5% ਆ, ਪਰ ਉਹਨਾਂ ਦੀ ਸ਼ਾਖ ਜਿਹੜੀ ਸੀ ਦੁਬਾਰਾ ਫੇਰ ਵੱਧ ਗਈ ਸੀਗੀ। ਉਹਨਾਂ ਨੇ ਉਹਨੂੰ ਫੇਰ ਦੁਬਾਰਾ ਦਹਿਸ਼ਤ ਦੇ ਥੱਲੇ ਰੱਖਣਾ। ਇਹ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਬਿਲਕੁਲ ਬੰਦੇ ਕਿਸੇ ਦੂਜੀ ਸਟੇਟ ਦੇ ਨਿਕਲਣਗੇ ਜਾਂ ਯੂਪੀ ਜਾਂ ਬਿਹਾਰ ਦੇ। ਸੋ ਬਹੁਤ ਸੋਹਣਾ ਪ੍ਰੋਗਰਾਮ ਹੈ। ਫੇਰ ਦੁਬਾਰਾ ਕਹਿੰਦਾ ਤੁਸੀਂ ਹੁਣ ਸ਼ਬਦ ਦੀ ਵਿਚਾਰ ਕਰਨੀ ਆ, ਫਿਰ ਆਪਾਂ ਏਦਾਂ ਗੱਲ ਕਰਾਂਗੇ। ਸਾਰੀ ਹੀ ਸੰਗਤ ਨੂੰ ਤੇ ਤੁਹਾਨੂੰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸ਼ਬਦ ਦੀ ਵਿਚਾਰ ਤਾਂ ਆਪਾਂ ਅੱਜ ਰਹਿਣ ਦਿੰਦੇ ਹਾਂ, ਅਗਲੇ ਹਫ਼ਤੇ ਕਰਾਂਗੇ। ਪਰ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ, ਜਿਹੜੀ ਅਮੋਲਕ ਸਿੰਘ ਦੀ ਗੱਲ ਨੂੰ ਗਾਂਹ ਤੋੜਦਾ। ਸਾਡੀ ਕੌਮ ਨਾ ਇੱਕ ਭਾਵੁਕ ਬਹੁਤ ਆ, ਇਮੋਸ਼ਨਲ ਬਹੁਤ ਆ, ਵੀ ਰਿਐਕਸ਼ਨ ਫਟਾਫਟ ਦੇਣਾ, ਸੋਚਣਾ ਨਹੀਂ, ਸਮਝਣਾ ਨਹੀਂ, ਰਿਐਕਸ਼ਨ ਦੇਣਾ ਹੀ ਦੇਣਾ ਆ। ਵੀਰੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਹਰ ਗੱਲ ਦੇ ਉੱਤੇ ਹਮੇਸ਼ਾ ਰਿਐਕਸ਼ਨ ਦਈਏ। ਕਿਤੇ ਠੰਡਾ ਜਿਹਾ ਸਾਹ
ਲੈ ਕੇ ਬੈਠ ਵੀ ਜਾਇਆ ਕਰੋ, ਸੋਚ ਲਿਆ ਕਰੋ ਵੀ ਮੈਨੂੰ ਇੱਕ ਵਾਰੀ ਸੋਚ ਲੈਣ ਦਿਓ ਇਸ ਗੱਲ 'ਤੇ, ਇਸ ਤੋਂ ਪਹਿਲਾਂ ਕਿ ਮੈਂ ਪੋਸਟ ਪਾਵਾਂ ਫੇਸਬੁੱਕ 'ਤੇ ਲਿਖ ਕੇ ਕਿਸੇ ਦੇ ਹੱਕ 'ਚ ਜਾਂ ਵਿਰੋਧ 'ਚ। ਥੋੜ੍ਹਾ ਜਿਹਾ ਮੈਂ ਸੋਚ ਲਵਾਂ, ਕਿਉਂਕਿ ਅਸੀਂ ਵੀ ਇਹ ਕੰਮ ਕਰਦੇ ਰਹੇ ਹਾਂ ਅੱਜ ਤੋਂ 7-8 ਸਾਲ ਪਹਿਲਾਂ। ਜਦੋਂ ਅਸੀਂ ਫੇਸਬੁੱਕ 'ਤੇ ਤੁਰੇ ਸੀ, ਫਟਾਫਟ ਰਿਐਕਸ਼ਨ ਕਿਤੇ ਰਹਿ ਨਾ ਜਾਵੇ, ਮੇਰਾ ਨਾ ਕਮੈਂਟ ਰਹਿ ਜਾਵੇ, ਮੇਰੀ ਪੋਸਟ ਨਾ ਰਹਿ ਜਾਵੇ। ਹੌਲੀ ਹੌਲੀ ਸਿੱਖਿਆ ਇਹ ਵੀ ਕਈ ਵਾਰੀ ਤੁਹਾਡੀ ਸੋਚ ਅੱਜ ਹੋਰ ਹੁੰਦੀ ਆ, ਘੰਟੇ ਬਾਅਦ ਬਦਲ ਜਾਂਦੀ ਆ, ਅਗਲੇ ਦਿਨ ਕੁਛ ਹੋਰ ਹੋ ਜਾਂਦੀ ਆ, ਕਿਉਂਕਿ ਤੁਹਾਨੂੰ ਪੂਰੇ ਫੈਕਟ ਤੁਹਾਡੇ ਸਾਹਮਣੇ ਨਹੀਂ ਹੁੰਦੇ। ਮੈਂ ਇੱਕ ਹੋਰ ਬੰਬ ਸਿੱਟਣ ਲੱਗਾ, ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਲੱਗਾ ਹੋਣਾ ਗੱਲ ਦਾ ਵੀ ਹਰਨਾਜ ਕੌਰ ਪਹਿਲੀ ਸਿੱਖ ਕੁੜੀ ਨਹੀਂ ਆ ਜਿਹੜੀ ਮਿਸ ਯੂਨੀਵਰਸ 'ਚ ਆਈ ਆ, ਬਹੁਤਿਆਂ ਨੂੰ ਪਤਾ ਨਹੀਂ ਹੋਣਾ। ਗੁਰਕੀਰਤ ਕੌਰ ਪਨਾਗ ਸਾਰੇ ਜਾਣਦੇ ਆ? ਨਹੀਂ, ਗੁਲਪਨਾਗ ਨੂੰ ਜਾਣਦੇ ਆ ਸਾਰੇ। ਗੁਲਪਨਾਗ ਅੱਜ ਕੱਲ੍ਹ ਜਿਹੜੀ ਜੂਝਦਾ ਪੰਜਾਬ ਆ ਉਹਦੀ ਮੈਂਬਰ ਵੀ ਆ, ਅਤੇ ਕਿਸਾਨੀ ਅੰਦੋਲਨ 'ਚ ਬਹੁਤ ਵਧੀਆ ਭੂਮਿਕਾ ਨਿਭਾਈ ਆ ਉਹਨੇ, ਬਹੁਤ ਵਧੀਆ। ਹਰ ਰੋਜ਼ ਜਾਂਦੀ ਰਹੀ, ਇਕੱਲੀ ਜਾਂਦੀ ਰਹੀ, ਫਿਲਮਾਂ 'ਚ ਕੰਮ ਕਰਦੀ ਆ। MP ਦੀ ਸੀਟ ਤੋਂ ਲੜੀ ਹੋਈ ਆ, ਮੋਹਾਲੀ ਤੋਂ ਮੇਰਾ ਖਿਆਲ ਸ਼ਾਇਦ, ਜਾਂ ਚੰਡੀਗੜ੍ਹ ਤੋਂ, ਆਮ ਆਦਮੀ ਦੀ ਸੀਟ ਦੇ ਟਿਕਟ ਦੇ ਉੱਤੇ। ਅਤੇ ਉਹਨੂੰ ਬੜੇ ਲੋਕ ਹੁਣ ਪੁੱਛ ਰਹੇ ਤੂੰ ਦੁਬਾਰਾ ਖੜੂ ਜਾਂ ਨਹੀਂ ਖੜੂ। ਗੁਰਕੀਰਤ ਕੌਰ ਪਨਾਗ ਵੀ ਮਿਸ ਯੂਨੀਵਰਸ ਜਾ ਚੁੱਕੀ ਆ, ਉਹਨੇ ਵੀ ਆਹੀ ਕੱਪੜੇ ਪਾਏ ਆ। ਅਸੀਂ ਮਾੜੀ ਜੀ ਸਰਚ ਕਰ ਲੈਂਦੇ ਸਾਰੇ, ਸਾਨੂੰ ਪਤਾ ਲੱਗਦਾ ਅਸੀਂ ਕਦੀ ਪੋਸਟ ਪਾਈ ਆ। ਅਸੀਂ ਉਦਣ ਹੀ ਕਿਉਂ ਪਾਈ ਆ ਜਿੱਦਣ ਉਹ ਜਿੱਤ ਗਈ, ਇੱਕ ਬੇਟੀ ਮਿਸ ਯੂਨੀਵਰਸ ਜਿੱਤ ਗਈ, ਅਤੇ ਅਸੀਂ ਫਟਾਫਟ ਪੋਸਟਾਂ ਪਾਉਣੀ ਸ਼ੁਰੂ ਕਰਤੀਆਂ। ਜੇ ਉਹ ਨਾ ਜਿੱਤਦੀ ਕਿਸੇ ਨੇ ਨਹੀਂ ਪਾਉਣਾ, ਕੁਛ ਨਹੀਂ ਪਾਉਣਾ ਗੁਲਪਨਾਗ ਵਾਂਗੂ, ਕਿਉਂ ਗੁਲਪਨਾਗ ਨਹੀਂ ਜਿੱਤੀ, ਕਿਸੇ ਨੂੰ ਪਤਾ ਹੀ ਨਹੀਂ। ਚਲੋ ਜੋ ਪਾਇਆ ਸੀ ਠੀਕ ਆ, ਪਤਾ ਹੀ ਨਹੀਂ ਆਇਆ, ਮੀਡੀਆ 'ਚ ਖਬਰਾਂ ਨਹੀਂ ਆਈਆਂ, ਫੋਟੋਆਂ ਨਹੀਂ ਆਈਆਂ। ਜੇ ਮੀਡੀਆ 'ਚ ਸਾਰੀਆਂ ਖਬਰਾਂ ਬਲੌਕ ਕਰਤੀਆਂ ਜਾਂਦੀਆਂ, ਉਹ ਮਿਸ ਯੂਨੀਵਰਸ ਬਣ ਜਾਂਦੀ ਅਤੇ ਉਹਦੀ ਸਿਰਫ ਲਹਿੰਗੇ ਵਾਲੀ ਪੋਸਟ ਪਾਤੀ ਜਾਂਦੀ, ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਣੀ। ਪਰ ਭਾਈ ਹਰੇਕ ਗੇਮ ਦਾ ਹਰ ਇੱਕ ਦਾ ਇੱਕ ਦਾਇਰਾ ਹੁੰਦਾ, ਤੁਹਾਨੂੰ ਉਹਦੇ ਵਿੱਚ ਹੀ ਖੇਡਣਾ ਪੈਂਦਾ ਆ। ਬਹੁਤ ਸਾਰੀਆਂ ਮੁਸਲਮਾਨ ਦੇਸ਼ਾਂ ਦੀਆਂ ਕੁੜੀਆਂ ਬਹੁਤ ਵਧੀਆ ਹਾਕੀ ਖੇਡਦੀਆਂ, ਉਹ ਸਿਰਫ ਇਸ ਕਰਕੇ ਨਹੀਂ ਆ ਸਕਦੀਆਂ ਕਿਉਂਕਿ ਉਹ ਕੱਪੜੇ ਨਹੀਂ ਉਹ ਪਾਉਂਦੀਆਂ, ਉਹ ਆ ਹੀ ਨਹੀਂ ਸਕਦੀਆਂ ਓਲੰਪਿਕਸ ਜਾਂ ਏਸ਼ੀਅਨ ਗੇਮਾਂ 'ਚ, ਕਿਉਂਕਿ ਉਹ ਕਹਿੰਦੀਆਂ ਅਸੀਂ ਆਪਣੇ ਹਿਸਾਬ ਨਾਲ ਖੇਡਣਾ। ਉਹ ਇੱਕ ਡਰੈਸ ਕੋਡ ਹੁੰਦਾ ਜਿਹੜਾ ਨਹੀਂ ਪਾਉਣਾ। ਸੋ ਵੀਰੋ, ਹਰੇਕ ਗੱਲ ਨੂੰ ਧਰਮ ਨਾਲ ਨਾ ਜੋੜੋ। ਜਿਹੜਾ ਅੱਜ ਆਪਾਂ ਦੋ ਮਸਲਿਆਂ 'ਤੇ ਡਿਸਕਸ਼ਨ ਮੇਨ ਕੀਤੀ ਆ, ਇੱਕ ਬੇਅਦਬੀਆਂ ਦਾ ਮਸਲਾ ਅਤੇ ਇੱਕ ਉਹ ਬੇਟੀ ਦਾ ਮਸਲਾ, ਉਹ ਤਾਂ ਤਕਰੀਬਨ ਸਾਰਿਆਂ ਨੂੰ ਕਲੀਅਰ ਹੋ ਗਿਆ ਵੀ ਧਰਮ ਨਾਲ ਦਾ ਕੋਈ ਲੈਣਾ ਦੇਣਾ ਨਹੀਂ ਸੀ। ਇੱਕ ਗੱਲ ਜਿਹੜੀ ਹੋ ਰਿਹਾ ਨਾ ਵੀ ਜਿਹੜੇ ਅੱਗ ਲਾਊ ਮਹਿਕਮਾ ਆ, ਜਿਨ੍ਹਾਂ ਨੇ ਹਰ ਗੱਲ ਦੇ ਵਿੱਚੋਂ ਧਰਮ ਲੱਭ ਕੇ ਆਪਣੇ ਹਿਸਾਬ ਨਾਲ ਦੇਖਣਾ ਵੀ ਮੈਨੂੰ ਇਹ 'ਚ ਕਿੱਧਰੋਂ ਫਾਇਦਾ ਹੋ ਰਿਹਾ, ਉਹ ਪੂਰਾ ਐਕਟਿਵ ਆ ਪਿਛਲੇ 2 ਹਫ਼ਤਿਆਂ ਤੋਂ। ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਵੀ ਮੈਂ ਕਿਵੇਂ ਭੰਡਾਂ ਕਿਸਾਨੀ ਅੰਦੋਲਨ ਨੂੰ, ਮੈਨੂੰ ਉੱਥੇ ਵੜਨ ਨਹੀਂ ਦਿੱਤਾ, ਸਾਡੀ ਗੱਲ ਨਹੀਂ ਸੁਣੀ। ਅਸੀਂ ਤਾਂ ਕਹਿੰਦੇ ਸੀ ਇਹ ਲਾਲ ਲੀਰਾਂ ਆ, ਇਹ ਖਿੱਲਰ ਜਾਣੀਆਂ ਆ, ਇਹ ਹੋ ਜਾਣਾ, ਉਹ ਹੋ ਜਾਣਾ, ਇਹ ਤਾਂ ਵਿਕ ਚੁੱਕੇ ਆ, ਇਹ ਖਰੀਦੇ ਜਾ ਚੁੱਕੇ ਆ, ਅੱਜ ਹੋ ਜਾਏ ਕੱਲ੍ਹ ਹੋ ਜਾਏ, ਇੱਕ ਤੁਹਾਨੂੰ ਖਬਰ ਆ ਜਾਣੀ ਆ। ਅਤੇ ਉਹ ਜਦੋਂ ਜਿੱਤ ਗਏ ਤਾਂ ਬਖਲਾੜ ਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕੀ ਕਰੀਏ। ਹੁਣ ਉਹ ਜਿਹੜਾ ਵੀ ਕੋਈ ਮੁੱਦਾ ਹੁੰਦਾ ਨਾ ਉਹਨੂੰ ਉਹਦੇ ਨਾਲ ਜੋੜ ਲੈਂਦੇ ਆ, ਉਹ ਕੋਈ ਵੀ ਹੋਵੇ। ਹੁਣ ਇਹਦਾ ਤਾਂ ਕੋਈ ਲੈਣਾ ਦੇਣਾ ਹੀ ਹੈ ਨਹੀਂ ਸੀ ਕਾਮਰੇਡ ਵਰਸਸ ਸਿੱਖ ਦੇ ਨਾਲ, ਪਰ ਬਹੁਤ ਸਾਰੀਆਂ ਉਹਨਾਂ ਦੀਆਂ ਫੇਸਬੁੱਕ 'ਤੇ ਪੋਸਟਾਂ ਦੇਖਿਓ। ਇੱਕ ਬੜਾ ਮੈਂ ਉਹਨੂੰ ਸੁਹਿਰਦ ਬੰਦਾ ਸਮਝਦਾ ਸੀ, ਲੁਧਿਆਣੇ ਤੋਂ ਸਾਡਾ ਵੀਰ ਆ, ਬਹੁਤ ਦੇਰ ਦੇ ਸਾਡੇ ਨਾਲ ਜੁੜੇ ਹੋਏ, ਮੈਨੂੰ ਹੁਣ ਨਾਮ ਵਿਸਰ ਗਿਆ ਉਹਨਾਂ ਦਾ, ਮੇਰੇ ਫੇਸਬੁੱਕ ਫਰੈਂਡ ਵੀ ਆ। ਉਹਨਾਂ ਨੇ ਪਹਿਲੀ ਪੋਸਟ ਹੀ ਪਾਈ, ਦੇਖੋ ਜੀ ਦਰਬਾਰ ਸਾਹਿਬ ਦੇ ਵਿੱਚ ਬੰਦਾ ਝਟਕਾਤਾ, ਲਾਲ ਲੀਰਾਂ ਨੂੰ ਬੜੀ ਤਕਲੀਫ ਹੋਈ। ਵੀ ਕਿਹੜੀ ਲਾਲ ਲੀਰ ਨੂੰ ਕੋਈ ਲਿਖ ਕੇ ਤਾਂ ਪਾਓ ਨਾ। ਜਗਜੀਤ ਸਿੰਘ ਲੁਧਿਆਣਾ, ਹਾਂਜੀ ਜਗਜੀਤ ਸਿੰਘ ਲੁਧਿਆਣਾ। ਉਹ ਕਿਸੇ ਨੇ ਥੱਲੇ ਪੁੱਛਿਆ ਦੱਸੋ ਕਿਹੜੀ ਲਾਲ ਲੀਰ ਆ, ਇੱਕ ਗੰਦੇ ਜਿਹੇ ਕਿਸੇ ਕਾਮਰੇਡ ਦੀ ਉਹਦੀ ਪੋਸਟ ਪਾਤੀ ਵੀ ਆਹ ਦੇਖੋ ਜੀ ਆਹ ਲਿਖ ਰਿਹਾ, ਅਤੇ ਭਾਈ 100 ਸਿੱਖਾਂ ਦੀ ਵੀ ਪੋਸਟ ਮਿਲ ਜਾਣੀ ਹੈ ਉੱਦਾਂ ਦੀ। ਤੁਹਾਨੂੰ ਉਹ ਇੱਕ ਦਿਖ ਗਿਆ ਲਾਲ ਲੀਰਾਂ ਵਾਲਾ, ਇਸ਼ਾਰਾ ਕਿਸਾਨ ਲੀਡਰ ਨਾਲ ਸੀਗਾ, ਸਭ ਨੂੰ ਪਤਾ ਹੈ। ਉਹ ਯਾਰ ਇਕੱਲਾ ਇੱਕ ਚੀਜ਼ 'ਤੇ ਜਾਗਰੂਕ ਹੋਣਾ ਜਾਗਰੂਕਤਾ ਨਹੀਂ ਹੁੰਦੀ। ਮੈਨੂੰ ਇਹ ਸਮਝ ਆ ਗਈ ਆ ਵੀ ਦਸਮ ਗ੍ਰੰਥ ਜਿਹੜਾ ਗੁਰੂ ਦਾ ਨਹੀਂ ਲਿਖਿਆ ਹੋਇਆ, ਮੈਂ ਜਾਗਰੂਕ ਹੋ ਗਿਆ। ਸਾਡੇ ਪੈਮਾਨੇ ਬੜੇ ਛੋਟੇ ਛੋਟੇ ਜਿਹੇ ਆ। ਜਾਗਰੂਕ ਹਰ ਮਸਲੇ 'ਤੇ, ਹਰ ਗੱਲ 'ਤੇ, ਹਰ ਤਰ੍ਹਾਂ ਹੋਣਾ ਪੈਣਾ ਆ। ਮੈਂ ਅੱਜ ਜਿਹੜਾ ਸ਼ਬਦ ਵਿਚਾਰ ਬਾਰੇ ਸੋਚਿਆ ਸੀ ਉਹ ਵੀ ਰਿਲੇਟਡ ਸੀਗਾ, ਪਰ ਆਪਾਂ ਫਿਰ ਅਗਲੇ ਹਫ਼ਤੇ ਕਰਾਂਗੇ, ਕਿਉਂਕਿ ਪਿਛਲੇ ਹਫ਼ਤੇ ਵੀ ਪ੍ਰੋਗਰਾਮ ਲੰਬਾ ਹੋ ਗਿਆ ਸੀ ਅਤੇ ਫਿਰ ਲੋਕਾਂ ਲਈ ਵੀ ਦੇਖਣਾ ਔਖਾ ਹੋ ਜਾਂਦਾ ਆ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ। ਇੱਕ ਪ੍ਰੋਗਰਾਮ ਕੋਸ਼ਿਸ਼ ਕਰਾਂਗੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ ਕੀਤਾ ਜਾਵੇ ਅਗਲੇ ਹਫ਼ਤੇ, ਅਤੇ ਦੂਜੇ ਪ੍ਰੋਗਰਾਮ ਵਿੱਚ ਚਲੰਤ ਮਸਲੇ ਜਾਂ ਕੋਈ ਹੋਰ ਮਸਲਾ ਆ ਗਿਆ, ਜੇ ਉਦੋਂ ਤੱਕ 1-2 ਬੰਦੇ ਹੋਰ ਨਹੀਂ ਵੱਢੇ ਜਾਂਦੇ ਤਾਂ ਫਿਰ ਉੱਤੇ ਗੱਲ ਕਰ ਲਾਂਗੇ, ਕਿਉਂਕਿ ਇਹ ਰੁਕਣਾ ਨਹੀਂ ਹੈ। ਮੈਂ ਤੁਹਾਨੂੰ ਓਪਨਲੀ ਕਹਿ ਰਿਹਾ, ਇਹ ਜਿਹੜਾ ਬੇਅਦਬੀਆਂ ਦਾ ਮਸਲਾ ਸ਼ੁਰੂ ਹੋਇਆ ਰੁਕਣਾ ਨਹੀਂ ਆ, ਇਹ ਵਧਣਾ ਆ। ਹੁਣ ਸਰਕਾਰ ਨੂੰ ਪਤਾ ਲੱਗ ਗਿਆ ਆ, ਉਹਨਾਂ ਨੇ ਮਰਵਾਉਣ ਵਾਸਤੇ, ਸ਼ਹੀਦ ਕਰਨ ਵਾਸਤੇ। ਹੁਣ ਇਹ ਵੱਖਰੀ ਗੱਲ ਹੈ, ਹੋਰ ਗੱਲ ਦੱਸਾਂ ਭਾਜੀ, ਬੰਦੇ ਘੱਟ ਜਾਣ। ਹੁਣ ਮੈਨੂੰ ਲੱਗਦਾ ਵੀ ਜੇ ਗੈਰ ਸਿੱਖ ਕਈ ਰੋਟੀ ਖਾਣ ਜਾਂਦੇ ਨਾ ਗੁਰਦੁਆਰੇ, ਉਹਨਾਂ ਨੇ ਵਿਚਾਰਿਆਂ ਨੇ ਯੂਪੀ ਦੇ ਜਾਂ ਬਾਹਰਲੀ ਸਟੇਟਾਂ ਦੇ ਆ, ਉਹ ਵੀ ਸਵੇਰੇ ਸੋਚ ਕੇ ਜਾਇਆ ਕਰਨਾ, ਹੋਰ ਨਾ ਗਏ ਨੂੰ
ਵੀ ਪਤਾ ਨਹੀਂ ਕਿਹੜਾ ਗ੍ਰਾਂਤੀ ਕਿਹੜਾ ਆਪਣੇ ਨੰਬਰ ਬਣਾਉਣ ਲਈ ਜੇ ਨੰਬਰ ਵੀ ਬਣਾਉਣੇ ਨਾ ਵੀ ਅਸੀਂ ਬੰਦਾ ਝਟਕਾਤਾ ਸਾਡੇ ਪਿੰਡ ਆਇਆ ਬਿਲਕੁਲ ਇਹਨਾਂ ਨੇ ਨੰਬਰ ਬਣਾਉਣ ਨੂੰ ਹੀ ਬੰਦੇ ਝਟਕਾ ਦੇਣੇ ਆ। ਸੋ ਸਾਰਿਆਂ ਨੂੰ ਇਹ ਆਪਣਾ ਨੂੰ ਜਿਹੜਾ ਆ ਦੇਖਣਾ ਪੈਣਾ ਹੈ ਕਾਫੀ ਜ਼ਿਆਦਾ। ਜਦੋਂ ਨਾ ਜਗਮੋਹਨ ਸਿੰਘ ਜੀ ਜੋ 84 ਦਾ ਕਾਂਡ ਹੋਇਆ ਤੇ ਬੜੇ ਸਾਰੇ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਕਿਰਪਾਨਾਂ ਤਿੱਖੀਆਂ ਕਰਕੇ ਉਦਾਂ ਹੀ ਜਾ ਕੇ ਝਟਕਾਤੇ ਬੰਦੇ ਵੀ ਆਹ ਹਿੰਦੂ ਪਰਿਵਾਰ ਇਹਨੂੰ ਮਾਰ ਦੇਣਾ ਸਿਰਫ ਨੰਬਰ ਬਣਾਉਣ ਲਈ, ਦੇਖੋ ਜੀ ਮੈਂ ਵੀ ਮਾਰਿਆ ਆ। ਸੋ ਇਹ ਕੰਮ ਹਮੇਸ਼ਾ ਹੁੰਦਾ ਆ। ਪੁਲਿਸ ਵਾਲਿਆਂ ਦੀ ਇਕੱਲੀ ਗੱਲ ਨਹੀਂ ਹੈਗੀ ਵੀ ਉਹਨਾਂ ਨੇ ਨਜਾਇਜ਼ ਮਾਰੇ ਆ, ਹਰ ਥਾਂ 'ਤੇ ਨਜਾਇਜ਼ ਮਾਰਦੇ ਆ। ਹੁਣ ਇਹ ਨਾ ਹੋਵੇ ਵੀ ਇਹਦੇ ਕਰਕੇ ਸਾਡਾ ਜਿਹਨੂੰ ਦਰਬਾਰ ਸਾਹਿਬ ਨੂੰ ਕਿਹਾ ਜਾਂਦਾ 4 ਵਰਨਾਂ ਦਾ ਸਾਂਝਾ, ਹਰ ਬੰਦਾ ਇੱਥੇ ਆ ਕੇ ਪ੍ਰਸ਼ਾਦਾ ਛਕ ਸਕਦਾ, ਉਹ ਕਿਤੇ ਡਰਨ ਨਾ ਲੱਪਣ ਵੀ ਕਿਤੇ ਉਹ ਮੇਰੇ ਖਿਆਲ ਭਾਈ ਰਣਜੀਤ ਸਿੰਘ ਨੇ ਗੱਲ ਕੀਤੀ ਆ ਵੀ ਸੋਚ ਕੇ ਜਾਇਓ। ਇਹ ਪ੍ਰਚਾਰਕ ਦਾ ਵੈਸੇ ਕਹਿਣਾ ਵੀ ਨਹੀਂ ਬਣਦਾ, ਉਹਨੇ ਸਿੱਧਾ ਹੀ ਡਰਾਤਾ ਸੀ ਵੀ ਸੋਚ ਕੇ ਜਾਇਓ ਕਿਤੇ ਜਾ ਕੇ ਤੁਹਾਨੂੰ ਫੜ ਕੇ ਵੱਢ ਨਾ ਦੇਣ। ਸੋ ਪਰ ਇੱਦਾਂ ਨਹੀਂ ਹੈ, ਇੱਦਾਂ ਹੋਣਾ ਨਹੀਂ ਚਾਹੀਦਾ। ਪਰ ਇਹ ਸਾਨੂੰ ਖਿਆਲ ਰੱਖਣਾ ਪੈਣਾ। ਜੇ ਲੋਕੀ ਅਵੇਅਰ ਹੋ ਜਾਣ ਫਿਰ ਕੋਈ ਇੱਕ ਜਥੇਬੰਦੀ ਕੋਈ ਇੱਕ ਬੰਦਾ ਕੁਛ ਨਹੀਂ ਕਰ ਸਕਦਾ। ਲੋਕਾਂ ਨੂੰ ਅਵੇਅਰ ਹੋਣਾ ਪੈਣਾ ਆ। ਤੁਸੀਂ ਆਪਣੀ ਜਿਹੜੀ ਸ਼ਾਖ ਆ ਉਹ ਬਰਕਰਾਰ ਰੱਖੋ ਸਿੱਖੀ ਦੀ। ਸਿੱਖੀ ਸੋਚ ਦਾ ਨਾਮ ਆ, ਉੱਚੀ ਸੁੱਚੀ ਆ ਸਾਰੀ ਦੁਨੀਆ 'ਚ ਤੁਹਾਡੀ ਜੋ ਬਣੀ ਹੋਈ ਹੈ ਇਸ ਟਾਈਮ ਟੌਰ, ਉਹਨੂੰ ਬਣਾ ਕੇ ਰੱਖੋ, ਵਿਗਾੜ ਨਾ ਲਿਓ ਕਿਤੇ। ਹਾਂਜੀ ਤੁਸੀਂ ਅਖੀਰ 'ਚ ਕੁਛ ਆਖਰੀ ਦੇ ਵਿੱਚ ਜਿਹੜੇ ਵੀਰ ਸਾਨੂੰ ਸੁਣਦੇ ਆ, ਜਤਿੰਦਰ ਸਿੰਘ, ਪਰਮਜੀਤ ਸਿੰਘ ਵਾਰਡ, ਕੁਲਵਿੰਦਰ ਸਿੰਘ ਹੇਅਰ, ਸਰਦਾਰ ਸਿੰਘ, ਪ੍ਰੀਤ ਮਹਿੰਦਰ ਸਿੰਘ, ਕਸ਼ਮੀਰ ਸਿੰਘ ਪਿੰਡਰ, ਇਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਜੁੜੇ ਰਹਿੰਦੇ ਆ। ਸੋ ਕਮੈਂਟਸ ਵੀ ਕਰਦੇ ਰਹਿੰਦੇ ਆ, ਅਸੀਂ ਇਹਨਾਂ ਦੇ ਕਮੈਂਟ ਵੀ ਨਾਲ ਨਾਲ ਪੜ੍ਹਦੇ ਰਹਿੰਦੇ ਆ। ਬਾਕੀ ਜਿਹੜੇ ਵੀਰ ਇਸ ਪ੍ਰੋਗਰਾਮ ਨੂੰ ਗਾਂਹ ਤੋਂ ਗਾਂਹ ਸ਼ੇਅਰ ਕਰਦੇ ਉਹਨਾਂ ਦਾ ਵੀ ਧੰਨਵਾਦ। ਮੈਂ ਇੱਕੋ ਹੀ ਗੱਲ ਕਹੂੰਗਾ ਆਖਰੀ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਅਸੀਂ ਆਪਣੀ ਵਿਵੇਕ ਬੁੱਧ ਇਸਤੇਮਾਲ ਕਰੀਏ। ਸਿੱਖ ਉਹੀ ਆ ਜਿਹੜਾ ਆਪਣੇ ਜੋਸ਼ ਦੇ ਨਾਲ ਆਪਣੀ ਵਿਵੇਕ ਬੁੱਧ ਜਿਹੜੀ ਆ ਉਹਦਾ ਇਸਤੇਮਾਲ ਕਰਦਾ। ਗੁਰੂ ਸਾਹਿਬ ਕਿਤੇ ਨਹੀਂ ਤੁਹਾਨੂੰ ਕਹਿੰਦੇ ਵੀ ਕਤਲ ਕਰਨਾ ਹੀ ਜਿਹੜਾ ਆ ਤੁਹਾਡਾ ਪਹਿਲਾ ਫਲਸਫਾ, ਨਹੀਂ। ਗੁਰੂ ਸਾਹਿਬ ਨੇ ਹਮੇਸ਼ਾ, ਸਾਡੇ ਗੁਰੂਆਂ ਨੇ ਵੀ ਡਿਫੈਂਸ ਦੇ ਵਿੱਚ ਲੜਾਈਆਂ ਲੜੀਆਂ, ਕਿਤੇ ਵੀ ਓਫੈਂਸਿਵ ਹੋ ਕੇ ਨਹੀਂ ਗਏ ਵੀ ਅਸੀਂ ਜਾ ਕੇ ਫਲਾਣੇ ਰਾਜੇ ਤੇ ਅਟੈਕ ਕਰਨਾ ਆ। ਜਿਹੜੇ ਅਟੈਕ ਕਰਨ ਆਏ ਉਹਨਾਂ ਦਾ ਡਿਫੈਂਸਿਵ ਮੋਡ ਦੇ ਵਿੱਚ ਪੂਰਾ ਡਟ ਕੇ ਮੁਕਾਬਲਾ ਕੀਤਾ ਔਰ ਹਰਾਇਆ। ਸਿਰਫ ਬਾਬਾ ਬੰਦਾ ਸਿੰਘ ਬਹਾਦਰ ਨੇ, ਜਦੋਂ ਸਾਡੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਜੀ ਚੜ੍ਹਾਈ ਕਰ ਗਏ, ਮਾਤਾ ਗੁਜਰੀ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਆਏ ਆ ਨੰਦੇੜ ਵੱਲੋਂ, ਉਹਨਾਂ ਨੇ ਆ ਕੇ ਇਹਨਾਂ ਦਾ ਮੁਕਾਬਲਾ ਜਿਹੜਾ ਆ ਕੀਤਾ ਤੇ ਉਹਨਾਂ ਦੀ ਸਰਹੱਦ ਦੀ, ਇਹਨੂੰ ਆਪਾਂ ਕਹਿੰਦੇ ਐਟ ਖੜਕਾਈ ਆ। ਸੋ ਸਾਰੇ ਭੈਣਾਂ ਭਰਾਵਾਂ ਨੂੰ ਕਹਿੰਦਾ ਵਿਚਾਰ ਆਪੋ ਆਪਣੇ ਹੁੰਦੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਵੀ ਜਿਹੜਾ ਧਰਮ ਆ ਉਹ ਕਿਸੇ ਤੇ ਥੋਪਿਆ ਨਾ ਜਾਏ, ਸਾਡੇ ਵਿਚਾਰ ਕਿਸੇ ਤੇ ਥੋਪੇ ਨਾ ਜਾਣ। ਸੋ ਗੁਰੂ ਸਾਹਿਬ ਦੀ ਬਾਣੀ ਆਪ ਪੜ੍ਹੋ, ਆਪ ਸਮਝੋ, ਆਪ ਉੱਤੇ ਅਮਲ ਕਰੋ, ਆਪ ਤੁਰੋ। ਹਰ ਬੰਦੇ ਦਾ ਪਹਿਰਾਵਾ, ਹਰ ਬੰਦੇ ਦੀ ਸੋਚ ਵੱਖਰੀ ਆ, ਹਰ ਬੰਦੇ ਦੇ ਵਿਚਾਰ ਵੱਖਰੇ ਆ, ਪਰ ਗੁਰੂ ਦੀ ਸੋਚ ਇੱਕ ਹੈ। ਗੁਰੂ ਦੀ ਸੋਚ ਤੇ ਤੁਰਨ ਲਈ ਤੁਹਾਨੂੰ ਸੋਚਣਾ ਨਹੀਂ ਪੈਂਦਾ। ਸੋ ਗੁਰੂ ਦੀ ਸੋਚ ਨਾਲ ਆਪਣਾ ਦਿਮਾਗ ਵੀ ਖੋਲੋ। ਆਖਰੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਰ ਦਾ ਕਮੈਂਟ ਹੈ ਵੀ ਜੋ ਸਿੱਖ ਸ਼ਬਦ ਸੱਭਿਆਚਾਰ ਨਾਲ ਜੁੜ ਜਾਂਦਾ ਤੇ ਉਹ ਗੁਰੂ ਦੀ ਦਿੱਤੀ ਸਿੱਖੀ ਮੁਤਾਬਕ ਹੋ ਜਾਂਦਾ। ਬਿਲਕੁਲ ਮੈਂ ਸਹਿਮਤ ਹਾਂ ਜੀ। ਪਰ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਨਹੀਂ ਕਈ ਸੋਚਾਂ ਰਲ ਗੱਡ ਕਰ ਚੁੱਕੀਆਂ ਆ। ਟਕਸਾਲੀਆਂ ਨੂੰ ਲੱਗਦਾ ਆ ਵੀ ਜਿਹੜੀ ਸੋਚ ਉਹਨਾਂ ਦੀ ਆ ਉਹ ਵੱਡੇ ਸਿੱਖ ਆ, ਉਹੀ ਅਸਲੀ ਸੋਚ ਆ। ਜੋ ਦਸਮ ਗ੍ਰੰਥ 'ਚ ਲਿਖਿਆ ਆ ਉਹ ਬਿਲਕੁਲ ਸਹੀ ਆ, ਉਹ 100% ਚਰਿੱਤਰ ਪਖਿਆਨ ਨੂੰ ਵੀ ਸਹੀ ਦੁਹਰਾਈ ਜਾਂਦੇ ਆ। ਫਿਰ ਤੁਸੀਂ ਕਿਹੜੇ ਸੱਭਿਆਚਾਰ ਦੀ ਗੱਲ ਕਰਦੇ ਹੋ? ਸਿੱਖ ਸੱਭਿਆਚਾਰ ਬਹੁਤ ਥਾਵਾਂ ਦੇ ਉੱਤੇ ਵੰਡਿਆ ਜਾ ਚੁੱਕਾ, ਬੜੀਆਂ ਸੋਚਾਂ ਵਿੱਚ ਸਾਡੇ ਬਾਣੀਆਂ ਜਾ ਚੁੱਕੀਆਂ। ਜਿੰਨਾ ਚਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਨਹੀਂ ਆ, ਤੁਸੀਂ ਸਿਰਫ ਇਸ ਗੱਲ ਕਰਕੇ ਉਹ ਸਿੱਖ ਸੱਭਿਆਚਾਰ ਆਹ ਹੁੰਦਾ, ਸਿੱਖ ਸੱਭਿਆਚਾਰ ਉਹ ਹੁੰਦਾ, ਤੁਹਾਨੂੰ ਪਤਾ ਹੀ ਨਹੀਂ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਆ। ਤੁਸੀਂ ਤਾਂ ਦਸਮ ਗ੍ਰੰਥ ਨੂੰ ਵੀ ਗ੍ਰੰਥ ਮੰਨੀ ਜਾਂਦੇ ਹੋ ਵੀ ਸਾਡਾ ਸੱਭਿਆਚਾਰ ਆ ਇਹ ਜੋ ਕੁਛ ਲਿਖਿਆ। ਕੀ ਤੁਸੀਂ ਉਹ ਗੱਲਾਂ ਨਾਲ ਸਹਿਮਤ ਹੋ ਜੋ 'ਚ ਲਿਖਿਆ? ਉੱਥੇ ਤਾਂ ਗੁਰੂ ਸਾਹਿਬ ਨੂੰ ਵੀ ਬੇਸਵਾਗੋ ਭੇਜਤਾ ਉਹਨੇ। ਤਾਂ ਕੁਛ ਸੋਚ ਲਿਆ ਕਰੀਏ ਆਪਾਂ ਗੱਲਾਂ ਕਰਨ ਲੱਗਿਆਂ। ਬਿਲਕੁਲ ਜੇ ਤੁਹਾਨੂੰ ਸਮਝ ਆ ਵੀ ਸਿੱਖੀ ਕੀ ਆ, ਸਿੱਖੀ ਕਿਸ ਚੀਜ਼ ਦਾ ਨਾਂ ਆ, ਤੇ ਫਿਰ ਉਹ ਸੱਭਿਆਚਾਰ 'ਤੇ ਤੁਹਾਡਾ ਸਵਾਲ ਨਹੀਂ ਰਹਿ ਜਾਂਦਾ। ਉਹ ਸੱਭਿਆਚਾਰ ਤੁਹਾਡੇ ਇੱਥੇ ਬਾਕਸ 'ਚੋਂ ਬਾਹਰ ਨਿਕਲੋ। ਬਾਕਸ ਵਿੱਚ ਬੰਦ ਹੋ ਕੇ ਜੇ ਅਸੀਂ ਜ਼ਿੰਦਗੀ ਜੀਣੀ ਆ, ਜ਼ਿੰਦਗੀ ਉਹ ਵੀ ਜੀ ਜਾ ਸਕਦੀ ਆ। ਫਿਰ ਸਾਨੂੰ ਕੋਈ ਹੱਕ ਨਹੀਂ ਬਣਦਾ ਕਿ ਜਿਹੜਾ ਬਾਕਸ ਤੋਂ ਬਾਹਰ ਜੀ ਰਿਹਾ ਉਹਨੂੰ ਸਵਾਲ ਕਰੀਏ। ਜਿਹੜਾ ਤੁਹਾਡੇ ਬਾਕਸ ਦੇ ਵਿੱਚ ਬੈਠਾ ਉਹਨੂੰ ਸਵਾਲ ਕਰਿਆ ਕਰੋ, ਬਾਕਸ ਤੋਂ ਬਾਹਰ ਵਾਲਿਆਂ ਨੂੰ ਨਾ ਕਰਿਆ ਕਰੋ।
ਸੋ ਜੇ ਹੋ ਸਕਦਾ ਤਾਂ ਬਾਕਸ 'ਚੋਂ ਨਿਕਲੋ ਤਾਂ ਕਿ ਤੁਸੀਂ ਦੁਨੀਆ 'ਚ ਵਿਚਰ ਸਕੋ। ਗੱਲਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਹਾਂ ਸੋਸ਼ਲ ਮੀਡੀਆ 'ਤੇ, ਅਸੀਂ ਸਾਰੀ ਦੁਨੀਆ ਦੀਆਂ ਖਬਰਾਂ ਦੇਖਣੀਆਂ, ਪਰ ਰਹਿਣਾ ਆਪਣੇ ਬਾਕਸ ਦੇ ਵਿੱਚ। ਇੱਦਾਂ ਨਹੀਂ ਹੁੰਦਾ। ਜਾਂ ਤਾਂ ਉੱਥੇ ਹੀ ਜੀਓ, ਉੱਥੇ ਹੀ ਰਹੋ, ਬਾਹਰ ਦੀ ਗੱਲ ਨਾ ਦੇਖੋ, ਨਾ ਸੁਣੋ ਵੀ ਅਗਲਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਆਪਣੇ ਘਰ 'ਚ, ਆਪਣੇ ਪਰਿਵਾਰ 'ਚ, ਆਪਣੇ ਬਾਕਸ ਦੇ ਵਿੱਚ ਜ਼ਿੰਦਗੀ ਜੀ ਜਾਓ। ਅਤੇ ਜੇ ਤੁਸੀਂ ਬਾਹਰ ਦੀਆਂ ਗੱਲਾਂ ਕਰਨੀਆਂ ਫਿਰ ਬਾਕਸ 'ਚੋਂ ਬਾਹਰ ਵੀ ਨਿਕਲਣਾ ਪੈਣਾ ਵੀਰੋ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।